ਕੋ ਪਿਆਰੇ ਸਾਧ ਸੰਗਤ ਜੇ ਸਜ ਜਾਓ। ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰੂ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਾਚੂ ਜੁਗਾਦ ਸਾਚੂ ਹੈ ਵੀ ਸਾਚੂ ਨਾਨਕ ਹੋਸੀ ਵੀ ਸਾਚੂ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟੇ ਇੰਦਰ ਇੰਦਰਾਣੇ ਸਾਹੀ ਸਹਾਣੇ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ ਛਤਰ ਧਾਰੀ ਛਤਰੀ ਪਤ ਸ਼ੈਲ ਰੂਪ ਸ਼ੇਤਨਾਥ ਛਾਉਣੀ ਕਰ ਛਾਇਆ ਬਰ ਛਤਰੀ ਪਤ ਗਾਈਐ ਬਿਸਨਾਥ ਬਿਸਵੰਪਰ ਵੇਦਨਾਥ ਬਾਲਾ ਕਰ ਬਾਜੀਗਰ ਬਾਨ ਧਾਰੀ ਬੰਧਨ ਬਤਾਈਐ ਨਿਉਲੀ ਕਰਮ ਦੁੱਧਾ ਧਾਰੀ ਵਿਦਿਆ ਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨਾ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ ਅਮਯ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ
ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਈ। ਜਬ ਲਉ ਨਹੀਂ ਭਾਗ ਲਿਲਾਰ ਉਦੈ, ਤਬ ਲਉ ਭ੍ਰਮਤੀ ਫਿਰਤੀ ਬਹੁਤ ਆਉ। ਕਾਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛੁਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਕਹਾ ਬੁੱਧ ਪ੍ਰਭ ਤੋਸ਼ ਹਮਾਰੀ, ਬਰਨ ਸਕਾ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਪੀਰ। ਸਾਮਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਪੀਰ। ਹਰ ਕੇ ਚਰਨ ਹਿਰਦੈ ਕਰ ਊਟ, ਜਨਮ ਮਰਨ ਤੇ ਹੋਵਤ ਛੋਟ। ਰਹਾਉ ਸੋ ਤਨ ਨਿਰਮਲ, ਜਿਤ ਉਪਜੈ ਨਾ ਪਾਪ। ਰਾਮ ਰੰਗ ਨਿਰਮਲ ਪਰਤਾਪ, ਸਾਧ ਸੰਗ ਮਿਟ ਜਾਤ ਬਿਕਾਰ। ਸਭ ਤੇ ਊਚ ਇਹੋ ਉਪਕਾਰ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੈ ਸਾਧ ਰਵਾਲ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੈ ਸਾਧ ਰਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ, ਜੁਗੋ ਜੁਗ ਅਟਲ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਨੀਲੇ ਦੇ ਸ਼ਾਹ ਅਸਵਾਰ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਚੋਜੀ ਪ੍ਰੀਤਮ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸਰਬਤ ਜੀਵਾਂ ਦੇ ਉੱਪਰ ਆਪਣੀ ਅਮਿਤ ਮਿਹਰ ਕਰਕੇ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਗੁਰਤਾ ਗੱਦੀ ਤੇ ਸ਼ੋਭਨੀਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ
ਪਾਵਨ ਗੋਦ ਦੀਆਂ ਹਾਜ਼ਰੀਆਂ ਬਖਸ਼ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ, ਸਭਨਾਂ ਨੂੰ ਸਫਲਿਆਂ ਕਰ ਰਹੇ ਨੇ। ਸਤਿਗੁਰੂ ਜੀ ਦੇ ਪਿਆਰ ਵਾਲਿਆਂ ਨੇ, ਨੇਮ ਵਾਲਿਆਂ ਨੇ, ਪ੍ਰੇਮ ਵਾਲਿਆਂ ਨੇ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਸਾਹਿਬ ਵਿਖੇ ਆ ਕਰਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਅੰਮ੍ਰਿਤ ਗੁਰਬਾਣੀ ਨੂੰ ਪੜ੍ਹ ਸਰਵਣ ਗਾਇਨ ਕਰਕੇ ਆਤਮਿਕ ਆਨੰਦ ਨੂੰ ਮਾਣਿਆ ਹੈ, ਲਾਹੇ ਪ੍ਰਾਪਤ ਕਰਨਾ ਕੀਤੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨੇ ਦਾ। ਸਰਬਤ ਮਾਈ ਭਾਈ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹਰਿ ਜਸ ਸਰਵਣ ਕਰੀਏ, ਸਹਿਤ ਪਿਆਰ ਦੀ ਉਚਾਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰ ਦੇਵ ਪਿਤਾ ਧੀਰਜ ਧਾਰੀ ਪਰ ਉਪਕਾਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੰਜਵੇਂ ਸਰਗੁਣ ਸਰੂਪ, ਸਰਬਤ ਜੀਆਂ ਦੇ ਪਾਰ ਉਤਾਰਾ ਕਰਨ ਵਾਲੇ, ਹਲਤ ਪਲਤ ਦੇ ਰਖਿਅਕ, ਅੰਮ੍ਰਿਤ ਉਪਦੇਸ਼ ਦੇ ਦਾਤਾ, ਬ੍ਰਹਮ ਗਿਆਨ ਦੇ ਸੂਰਜ, ਭਗਤੀ ਦੇ ਸਾਗਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਖਸ਼ਿੰਦ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜੀ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਪਿਆਰਿਓ, ਜਿਸ ਤਨ ਦੇ ਨਾਲ ਨਾਮ ਜਪਣਾ ਹੈ ਉਹ ਤਨ ਵੀ ਨਿਰਮਲ ਹੋਵੇ, ਭਾਵ ਰਸਨਾ ਵੀ ਨਿਰਮਲ ਹੋਵੇ, ਸਰੀਰ ਵੀ ਪਵਿੱਤਰ ਹੋਵੇ ਤੇ ਬੁੱਧੀ ਵੀ ਪਵਿੱਤਰ ਹੋਵੇ। ਅਕਾਲ ਪੁਰਖ ਵਾਹਿਗੁਰੂ ਜੀ ਸੱਚ ਸਰੂਪ ਹੈ ਨਾ, ਤੇ ਸੱਚ ਦਾ ਮਿਲਾਪ ਸੱਚ ਕਰਕੇ ਹੀ ਹੋ ਸਕਦਾ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸ਼ੁੱਧ ਸਰੂਪ ਨੇ ਨਾ, ਤੇ ਸ਼ੁੱਧ ਸਰੂਪ ਦੇ ਨਾਲ ਮਿਲਾਪ ਸ਼ੁੱਧ ਸਰੂਪ ਦਾ ਹੀ ਹੋ ਸਕਦਾ ਹੈ। ਮੈਲਾ ਸ਼ੁੱਧ ਨੂੰ ਨਹੀਂ ਪ੍ਰਾਪਤ ਕਰਿਆ ਕਰਦਾ ਹੈ। ਇਸ ਕਰਕੇ ਬੁੱਧ ਵੀ ਨਿਰਮਲ ਹੋਣੀ ਚਾਹੀਦੀ ਹੈ, ਹਿਰਦਾ ਵੀ ਨਿਰਮਲ ਹੋਵੇ, ਸਰੀਰ ਵੀ ਪਾਪਾਂ ਤੋਂ ਰਹਿਤ ਨਿਰਮਲ ਹੋਵੇ, ਤਾਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਬੇਨਤੀ ਕਰਨਾ ਕੀਤੀ ਹੈ ਗਰੀਬ ਨਿਵਾਜ, ਜਿਨ੍ਹਾਂ ਗੁਰ ਪਿਆਰਿਆਂ ਨੇ, ਨਾਮ ਦੇ ਰਸੀਆਂ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ, ਉਹ ਕਿਹੋ ਜਿਹੇ ਨੇ? ਮਹਾਰਾਜ ਉਹਨਾਂ ਦਾ ਹਿਰਦਾ, ਉਹਨਾਂ ਦਾ ਸਰੀਰ, ਉਹਨਾਂ ਦੀ ਬੁੱਧ ਕਿਵੇਂ ਨਿਰਮਲ ਹੋਈ ਹੈ? ਕਿਰਪਾਲਤਾ ਕਰਕੇ ਸਾਨੂੰ ਦੱਸਣਾ ਕਰੋ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਮਤ ਨਿਰਮਲ ਕਹੀਅਤ ਧੀਰ। ਭਾਈ ਉਹ ਜਿਹੜੀ ਮਤ ਹੈ ਉਹ ਨਿਰਮਲ ਕਹੀ ਜਾਂਦੀ ਹੈ, ਮੈਲ ਤੋਂ ਰਹਿਤ ਕਹੀ ਜਾਂਦੀ ਹੈ, ਉਜਲ ਕਹੀ ਜਾਂਦੀ ਹੈ, ਪਾਪਾਂ ਦੇ ਕਲੰਕ ਤੋਂ ਰਹਿਤ ਕਹੀ ਜਾਂਦੀ ਹੈ। ਧੀਰ ਜਿਹੜੀ ਧੀਰਜ ਦੇ ਸਹਿਤ ਹੈ, ਜਿਹੜੀ ਸਦਾ ਧੀਰਜ ਧਾਰਨ ਕਰਕੇ ਰੱਖਦੀ ਹੈ, ਜਿਹੜੀ ਮਤ ਕਦੇ ਧੀਰਜ ਦਾ ਪੱਲਾ ਨਹੀਂ ਛੱਡਦੀ ਹੈ, ਕਹਿਣ ਤੋਂ ਭਾਵ ਜੋ ਕਦੇ ਕਾਹਲੀ ਨਹੀਂ ਪੈਂਦੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ ਤਾਂ ਵੀ ਧੀਰਜ ਦੇ ਨਾਲ, ਸਹਿਜ ਦੇ ਨਾਲ, ਸਹਿਜ ਸਹਿਜ ਗੁਣ ਰਮੈ ਕਬੀਰ। ਐਸਾ ਨਹੀਂ ਕਿ 1 ਮਹੀਨਾ ਨਿਤਨੇਮ ਕਰ ਲਿਆ, 1 ਚਾਲੀਸਾ ਕਰ ਲਿਆ, 2 ਚਾਲੀਸੇ ਕਰ ਲਏ, ਪ੍ਰਾਪਤ ਨਹੀਂ ਹੋਵੇ ਤੇ ਫਿਰ ਛੱਡ ਦੇਵੇ। ਨਹੀਂ, ਧੀਰਜ ਧਾਰਨ ਕਰਕੇ ਰੱਖੇ। ਸਾਡੇ ਪਾਪ ਕਰਮ ਹੀ ਐਸੇ ਹੋਣਗੇ ਜਿਨ੍ਹਾਂ ਕਰਕੇ ਸਾਨੂੰ ਪ੍ਰਾਪਤੀ ਨਹੀਂ ਹੋ ਰਹੀ। ਮਨ ਨੂੰ ਮੈਲ ਹੀ ਇਤਨੀ ਲੱਗੀ ਏ, ਅਜੇ ਮੈਲ ਕੱਟੀ ਜਾ ਰਹੀ ਏ। ਜਿਸ ਦਿਨ ਮਤ ਨਿਰਮਲ ਹੋ ਜਾਵੇਗੀ ਉਸ ਦਿਨ ਸਾਹਿਬ ਜੀ ਦੀ ਪ੍ਰਾਪਤੀ ਹੋ ਜਾਵੇਗੀ। ਇਸ ਪ੍ਰਕਾਰ ਧੀਰਜ ਨੂੰ ਧਾਰਨ ਕਰਕੇ ਬੰਦਗੀ ਕਰਨੀ ਹੈ। ਸੋ ਕੋਈ ਇੱਕ ਜਗਿਆਸੂ ਸੀ ਤੇ ਮਹਾਂਪੁਰਖਾਂ ਦੇ ਕੋਲ ਜਾ ਕਰਕੇ ਬੇਨਤੀ ਕੀਤੀ, ਮਹਾਂਪੁਰਖੋ ਮੈਂ ਪ੍ਰਮਾਤਮਾ ਜੀ ਨੂੰ ਮਿਲਣਾ ਚਾਹੁੰਦਾ ਹਾਂ। ਤੇ ਮਹਾਂਪੁਰਖਾਂ ਨੇ ਬਚਨ ਕਰਨਾ ਕੀਤਾ, 1 ਚਾਲੀਸਾ ਕੱਟ 40 ਦਿਨ ਸਿਮਰਨ ਭਜਨ ਬੰਦਗੀ ਦੇ ਵਿੱਚ ਬਤੀਤ ਕੀਤੇ ਤੇ 40 ਦਿਨਾਂ ਬਾਅਦ ਚਲਿਆ ਗਿਆ। ਮਹਾਂਪੁਰਖੋ ਪ੍ਰਾਪਤੀ ਨਹੀਂ ਹੋਈ, 40 ਦਿਨ ਪੂਰੇ ਹੋ ਗਏ ਨੇ। ਤੇ ਮਹਾਂਪੁਰਖਾਂ ਨੇ ਕਹਿਣਾ ਕੀਤਾ, ਭਾਈ 1 ਚਾਲੀਸਾ ਹੋਰ ਕੱਟ, 40 ਦਿਨ ਫਿਰ ਸਿਮਰਨ ਭਜਨ ਕਰ।
40 ਦਿਨ ਹੋਰ ਸਿਮਰਨ ਭਜਨ ਕਰਦਾ ਰਿਹਾ, ਪ੍ਰਾਪਤੀ ਫਿਰ ਨਹੀਂ ਹੋਈ। ਫਿਰ ਤੀਸਰੀ ਵਾਰ ਗਿਆ, ਮਹਾਂਪੁਰਖੋ ਅਜੇ ਵੀ ਪ੍ਰਾਪਤੀ ਨਹੀਂ ਹੋਈ। ਤੇ ਮਹਾਂਪੁਰਖਾਂ ਨੇ ਕਹਿਣਾ ਕੀਤਾ, ਭਾਈ 1 ਚਾਲੀਸਾ ਹੋਰ ਕੱਟ। ਜਦੋਂ 1 ਚਾਲੀਸਾ ਹੋਰ ਕੱਟਿਆ, ਮਨ ਨਿਰਮਲ ਹੋ ਗਿਆ, ਮਨ ਇਕਾਗਰ ਹੋਣ ਲੱਗ ਗਿਆ, ਸੁਰਤ ਜਿਹੜੀ ਹੈ ਉਹ ਨਿਰਮਲ ਹੋ ਰਹੀ ਹੈ, ਬੁੱਧੀ ਉਜਲ ਹੋ ਰਹੀ ਹੈ, ਹਿਰਦੇ ਦੀ ਪਵਿੱਤਰਤਾ ਹੋ ਰਹੀ ਹੈ। ਹੁਣ ਜਿਹੜਾ ਨਾਮ ਦੇ ਅੰਦਰ ਹਿਰਦਾ ਜੁੜ ਰਿਹਾ ਹੈ, ਮਨ ਜੁੜ ਰਿਹਾ ਹੈ, ਆਪਣੇ ਆਪ ਹੀ ਬੰਦਗੀ ਕਰਨੇ ਨੂੰ ਚਿੱਤ ਕਰਦਾ ਹੈ। ਸਾਧ ਸੰਗਤ ਜੀ, ਪ੍ਰੈਕਟੀਕਲ ਕਰਕੇ ਵੀ ਦੇਖ ਸਕਦੇ ਹੋ। ਜਦੋਂ ਇਸ ਪ੍ਰਕਾਰ ਸਿਮਰਨ ਕਰਦੇ ਰਹੀਏ ਨਾ, ਤੇ ਫਿਰ ਜਿਹੜੀ ਰਸਨਾ ਹੈ ਇਹ ਨਾਮ ਦੇ ਵਿੱਚ ਤਦਾਕਾਰ ਹੁੰਦੀ ਏ। ਫਿਰ ਸੁਭਾਅ ਹੀ ਐਸਾ ਸੁਤੇ ਬਣ ਜਾਂਦਾ ਹੈ, ਸੁਤੇ ਸਿੱਧ ਹੀ, ਕਿ ਜੀਵ ਸੁਭਾਵਕ ਹੀ ਨਾਮ ਜਪੀ ਜਾਂਦਾ ਹੈ, ਆਦਤ ਬਣ ਜਾਂਦੀ ਏ, ਸੁਭਾਅ ਪੱਕ ਜਾਂਦਾ ਹੈ। ਇਸ ਪ੍ਰਕਾਰ ਜਦੋਂ ਤੀਸਰੀ ਵਾਰ ਚਾਲੀਸਾ ਕੱਟਣਾ ਕੀਤਾ, ਤੇ ਹੁਣ ਜਿਹੜਾ ਮਨ ਹੈ ਉਹ ਵਿਕਾਰਾਂ ਵੱਲ ਨੂੰ ਨਹੀਂ ਜਾਂਦਾ। ਜੇ ਕਿਧਰੇ ਮਨ ਬਾਹਰ ਮੁਖੀ ਬਿਰਤੀ ਨੂੰ ਅਖਤਿਆਰ ਕਰਦਾ, ਧਾਰਨ ਕਰਦਾ ਨਾ, ਤੇ ਝੱਟ ਖਿਆਲ ਆਉਂਦਾ, ਮਨਾ ਪ੍ਰਮਾਤਮਾ ਜੀ ਨੂੰ ਮਿਲਣਾ, ਵਿਕਾਰਾਂ 'ਚ ਥੋੜਾ ਗਲਣਾ। ਇਹ ਵਿਕਾਰ ਤੇ ਗਾਲ ਦਿੰਦੇ ਨੇ, ਕਾਮ ਕ੍ਰੋਧ ਕਾਇਆ ਕਾਉ ਗੱਲ ਹੈ, ਇਹ ਤੇ ਸਰੀਰ ਨੂੰ ਗਾਲ ਦਿੰਦੇ ਨੇ। ਇਹਨਾਂ ਕਿੱਥੇ ਮਿਲਣ ਦੇਣਾ ਵਾਹਿਗੁਰੂ ਜੀ ਦੇ ਨਾਲ। ਬੰਦਗੀ ਕਰ, ਮੁੜ ਮੁੜ ਹੁਣ ਹਿਰਦੇ 'ਚੋਂ ਉਹ ਜਿਹੜੀ ਆਵਾਜ਼ ਹੈ, ਪੁਕਾਰ ਹੈ, ਉਹ ਬੰਦਗੀ ਦੀ ਆਉਂਦੀ ਹੈ। ਹਰ ਵੇਲੇ ਸਿਮਰਨ, ਹਰ ਵੇਲੇ ਸਿਮਰਨ। ਬਖਸ਼ਿਸ਼ ਹੋ ਗਈ, ਦੀਦਾਰ ਹੋ ਗਏ, ਪ੍ਰਾਪਤੀ ਵਾਲਾ ਹੋ ਗਿਆ। ਫਿਰ ਮਹਾਂਪੁਰਖਾਂ ਦੇ ਗੋਲ ਗਿਆ। ਮਹਾਂਪੁਰਖੋ, ਆਪ ਜੀ ਦੇ ਬਚਨਾਂ ਦੇ ਅਨੁਸਾਰ ਹੁਣ ਸੁਰਤ ਨਿਰਮਲ ਹੋ ਗਈ ਏ, ਵਾਹਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ ਹੈ, ਦੀਦਾਰ ਹੋ ਗਏ ਨੇ, ਮਿਲਾਪ ਵਾਲੇ ਹੋਏ ਹਾਂ। ਪਰ ਮਹਾਂਪੁਰਖੋ, ਤਾਂ ਵੀ ਹਿਰਦੇ ਦੇ ਅੰਦਰ ਇੱਕ ਸ਼ੰਕਾ ਹੈ, ਇੱਕ ਪ੍ਰਸ਼ਨ, ਇੱਕ ਸਵਾਲ ਹੈ। ਮਹਾਂਪੁਰਖਾਂ ਨੇ ਕਿਹਾ, ਦੱਸ ਭਾਈ ਕੀ ਸ਼ੰਕਾ ਹੈ? ਤੇ ਕਹਿਣ ਲੱਗਾ, ਜੀ ਤੁਸਾਂ ਤੇ ਕਿਹਾ ਸੀ 1 ਚਾਲੀਸਾ ਕੱਟ, ਤੇ 1 ਚਾਲੀਸੀ ਨਾਲ ਕਿਉਂ ਨਹੀਂ ਮਿਲਿਆ? ਦੂਸਰੀ ਵਾਰ ਫਿਰ ਆਖਿਆ 1 ਚਾਲੀਸਾ ਕੱਟ, ਦੂਸਰੀ ਵਾਰ ਵੀ ਨਹੀਂ ਮਿਲਿਆ। ਤੇ ਹੁਣ ਤੀਸਰੀ ਵਾਰ ਕਿਉਂ ਪ੍ਰਾਪਤੀ ਹੋਈ, ਪਹਿਲੀ ਤੇ ਦੂਜੀ ਵਾਰ ਵਿੱਚ ਕਿਉਂ ਨਹੀਂ? ਤੇ ਮਹਾਂਪੁਰਖਾਂ ਨੇ ਬਚਨ ਕਰਨਾ ਕੀਤਾ, ਭਾਈ ਅਜੇ ਮਤ ਨਿਰਮਲ ਨਹੀਂ ਸੀ, ਬੁੱਧੀ ਨਿਰਮਲ ਨਹੀਂ ਸੀ। ਇਹ ਤਾਂ ਭਰੀ ਹੈ ਮਤ ਪਾਪਾ ਕੈ ਸੰਗ, ਜਿਹੜੀ ਮਤ ਸੀ ਪਾਪਾਂ ਦੀ ਮੈਲ ਦੇ ਨਾਲ ਭਰੀ ਹੋਈ, ਕਾਲੀ ਸਿਆਹ ਹੋਈ ਸੀ। ਤੇ ਜਿਸ ਵੇਲੇ ਪਹਿਲੀ ਵਾਰ ਚਾਲੀਸਾ ਤੋਂ ਕੱਟਿਆ, ਤੇ ਪੂਰਬਲੇ ਜਨਮਾਂ ਦੇ ਕਰਮਾਂ ਦੀ ਜਿਹੜੀ ਬੁੱਧੀ ਨੂੰ ਮੈਲ ਸੀ ਨਾ, ਉਹ ਮੈਲ ਉਤਰ ਗਈ। ਜਦੋਂ ਦੂਸਰੀ ਵਾਰ ਚਾਲੀਸਾ ਕੱਟਿਆ, ਤੇ ਇਸ ਜਨਮ, ਇਸ ਜ਼ਿੰਦਗੀ ਦੇ ਵਿੱਚ ਜਿਤਨੇ ਕੁ ਜਾਣੇ ਅਣਜਾਣੇ ਦੇ ਵਿੱਚ ਪਾਪ ਕਰਮ ਇਤਿਆਦਿਕ ਹੋਏ ਸਨ ਨਾ, ਦੂਸਰੇ ਚਾਲੀਸੇ ਦੇ ਨਾਲ ਫਿਰ ਉਸ ਦੀ ਮੈਲ ਕੱਟੀ ਗਈ। ਇਸ ਕਰਕੇ ਪੂਰਬਲੇ ਜਨਮਾਂ ਦੀ ਮੈਲ ਵੀ ਬੁੱਧੀ ਤੋਂ ਨਿਵਰਤ ਹੋ ਗਈ, ਇਸ ਜਨਮਾਂ ਦੀ ਮੈਲ ਵੀ ਬੁੱਧੀ ਤੋਂ ਨਿਵਰਤ ਹੋ ਗਈ, ਮਤ ਨਿਰਮਲ ਹੋ ਗਈ। ਜਦੋਂ ਨਿਰਮਲ ਮਤ ਦੇ ਨਾਲ ਸਹਿਤ ਧੀਰਜ ਦੇ ਤੀਸਰੀ ਵਾਰ ਚਾਲੀਸਾ ਕੱਟਿਆ, ਫਿਰ ਪ੍ਰਾਪਤੀ ਹੋ ਗਈ, ਕਿਉਂਕਿ ਮਤ ਨਿਰਮਲ ਕਰਨੀ ਜ਼ਰੂਰੀ ਸੀ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਹੜੀ ਬੁੱਧੀ ਦੀ ਮੈਲ ਹੈ, ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਵਣਾ ਕਰਦੇ ਨੇ, ਇਹ ਨਾਮ ਦੇ ਰੰਗ ਦੇ ਨਾਲ ਧੋਤੀ ਜਾਂਦੀ ਏ। ਜਦੋਂ ਬੁੱਧੀ ਦੇ ਉੱਪਰ ਨਾਮ ਦਾ ਰੰਗ ਚੜ ਜਾਂਦਾ ਨਾ, ਫਿਰ ਜਿਹੜੇ ਪਾਪ ਵਿਕਾਰ ਨੇ ਉਹ ਸਾਰੇ ਅਭਾਵ ਹੋ ਜਾਂਦੇ ਨੇ। ਇਸੇ ਪ੍ਰਕਾਰ ਰੰਗ ਤੋਂ ਭਾਵ ਹੈ ਪਿਆਰ। ਵਾਹਿਗੁਰੂ ਜੀ ਦੇ ਨਾਮ ਨੂੰ ਸਹਿਤ ਪਿਆਰ ਦੇ ਜਪਣਾ ਕਰੀਏ, ਉਚਾਰਨਾ ਕਰੀਏ, ਤਾਂ ਜਿਹੜੀ ਮਤ ਨਿਰਮਲ ਹੁੰਦੀ ਏ, ਬੁੱਧੀ ਦੀ ਜਿਹੜੀ ਮੈਲ ਉਹ ਉਤਰ ਜਾਂਦੀ ਏ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਉਹ ਬੁੱਧ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਜਿਹੜੀ ਧੀਰਜ ਦੇ ਸਹਿਤ ਹੈ। ਤੇ ਜਿਹੜਾ ਕਾਲਾ ਹੀ ਪੈ ਗਿਆ, ਜੀ ਮਹੀਨਾ ਹੋ ਗਿਆ ਨਾਮ ਜਪਦਿਆਂ, 2 ਮਹੀਨੇ ਹੋ ਗਏ, ਸਾਲ ਹੋ ਗਿਆ ਸੰਗਤ ਕਰਦਿਆਂ, 2 ਸਾਲ ਹੋ ਗਏ, ਅਜੇ ਮਿਲਿਆ ਤੇ ਹੈ ਨਹੀਂ, ਕੀ ਫਾਇਦਾ ਜਾਣਦਾ? ਭਾਈ ਫਾਇਦਾ ਇਹ ਹੈ, ਹਰ ਰੋਜ਼ ਥੋੜੀ ਥੋੜੀ ਮੈਲ ਉਤਰਦੀ ਜਾਂਦੀ ਏ। ਗੁਣ ਗਾਵਤ ਤੇਰੀ ਉਤਰਸ ਮੈਲ, ਨਿਤਾ ਪ੍ਰਤੀ ਨਿਤਨੇਮ ਕਰੇਗਾ, ਨਿਤਾ ਪ੍ਰਤੀ ਵਾਹਿਗੁਰੂ ਜੀ ਦੇ ਗੁਣ ਗਾਵੇਂਗਾ, ਨਿਤਾ ਪ੍ਰਤੀ ਜਸ ਉਚਾਰਨ ਕਰੇਗਾ, ਤੇਰੀ ਜਿਹੜੀ ਬੁੱਧੀ ਦੀ ਮੈਲ ਉਹ ਉਤਰ ਜਾਵੇਗੀ। ਤੇ ਜਿਵੇਂ ਜਿਵੇਂ ਮੈਲ ਉਤਰਦੀ ਜਾਵੇਗੀ, ਤਿਵੇਂ ਤਿਵੇਂ ਉਹ ਜਿਹੜੀ ਮਤ ਹੈ ਉਹ ਨਿਰਮਲ ਹੁੰਦੀ ਜਾਵੇਗੀ। ਉਹੀ ਉਹ ਮਤ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਉਹੀ ਧੀਰਜ ਦੇ ਸਹਿਤ ਹੈ। ਰਾਮ ਰਸਾਇਣ ਪੀਵਤ ਬੀਰ। ਭਾਈ ਜਿਹੜੇ ਰਾਮ ਰਮੇ ਹੋਏ ਪਰਮੇਸ਼ਰ ਜੀ ਦੇ ਰਸਾਇਣ ਸਰੂਪ ਨਾਮ ਨੂੰ ਪੀਵਤ ਪੀਂਦੀ ਹੈ ਜਿਹੜੀ ਮਤ। ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਪਿਆਰਿਓ, ਕਿਉਂਕਿ ਜਿਹੜੀ ਮਤ ਦੀ ਨਿਰਮਲਤਾ ਉਹ ਬਾਣੀ ਤੋਂ ਬਿਨਾਂ ਨਹੀਂ ਹੋ ਸਕਦੀ। ਤੇ ਜਿਸ ਪ੍ਰਕਾਰ ਸਾਧ ਸੰਗਤ ਜੀ ਕੁਝ ਭਸਮਾਂ ਹੁੰਦੀਆਂ ਨੇ, ਉਹਨਾਂ ਨੂੰ ਰਸਾਇਣ ਆਖਿਆ ਜਾਂਦਾ ਹੈ। ਇਸੇ ਪ੍ਰਕਾਰ ਕੁਝ ਜੜੀਆਂ ਬੂਟੀਆਂ ਹੁੰਦੀਆਂ ਨੇ,
ਮੰਨਿਆ ਜਾਂਦਾ ਉਹਨਾਂ ਨੂੰ 1 ਸਾਲ 2 ਸਾਲ ਲਗਾਤਾਰ ਖਾ ਲਈਏ ਤੇ ਕਾਇਆ ਕਲਪ ਹੋ ਜਾਂਦੀ ਏ, ਭਾਵ ਕਾਇਆ ਬਦਲ ਜਾਂਦੀ ਏ, ਤਬਦੀਲੀ ਆ ਜਾਂਦੀ ਏ ਜੀ। ਕਿਵੇਂ ਆ ਜਾਂਦੀ ਏ? ਉਹਨਾਂ ਜੜੀਆਂ ਬੂਟੀਆਂ ਨੂੰ 1 ਸਾਲ ਤੱਕ ਅਥਵਾ 2 ਸਾਲ ਤੱਕ ਬਿਨ ਨਾਗਾ ਹਰ ਰੋਜ਼ ਖਾਂਦੇ ਰਹੀਏ ਤੇ ਜਿਹੜੇ ਚਿੱਟੇ ਹੋਏ ਹੋਏ ਕੇਸ ਨੇ ਫਿਰ ਤੋਂ ਕਾਲੇ ਹੋ ਜਾਂਦੇ ਨੇ, ਐਸਾ ਮੰਨਿਆ ਜਾਂਦਾ ਹੈ। ਤੇ ਵੈਦ ਲੋਕ ਐਸੀਆਂ ਜੜੀਆਂ ਬੂਟੀਆਂ ਨੂੰ ਰਸਾਇਣ ਆਖਦੇ ਨੇ। ਐਸੀਆਂ ਜੜੀਆਂ ਬੂਟੀਆਂ ਦੇ ਵਿੱਚ ਸੋਨਾ ਭਸਮ, ਹੀਰਾ ਭਸਮ ਇਤਿਆਦਿ ਵੀ ਆਉਂਦੀਆਂ ਨੇ। ਅਸ਼ਵਗੰਧਾ ਵਰਗੀਆਂ ਜੜੀਆਂ ਬੂਟੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਲਗਾਤਾਰ ਖਾਣ ਦੇ ਨਾਲ ਕਾਇਆ ਕਲਪ ਹੋ ਜਾਂਦੀ ਤੇ ਰਸਾਇਣ ਆਖਿਆ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ ਜਿਵੇਂ ਰਸਾਇਣ ਜੜੀਆਂ ਬੂਟੀਆਂ ਦਾ ਇਸਤੇਮਾਲ ਲਗਾਤਾਰ ਕੀਤਾ ਜਾਵੇ ਤੇ ਕਾਇਆ ਕਲਪ ਹੋ ਜਾਂਦੀ ਹੈ ਨਾ, ਇਸੇ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਨਾਮ ਰੂਪੀ ਬੂਟੀ, ਨਾਮ ਰੂਪੀ ਔਸ਼ਧੀ ਐਸੀ ਹੈ, ਇਸ ਨੂੰ ਲਗਾਤਾਰ ਨਿਰੰਤਰ ਧੀਰਜ ਦੇ ਸਹਿਤ ਨਿਤਾ ਪ੍ਰਤੀ ਜਪਦੇ ਰਹੀਏ ਤੇ ਕਾਇਆ ਕਲਪ ਹੋ ਜਾਂਦੀ ਹੈ ਜੀ। ਕਾਇਆ ਕਿਵੇਂ ਕਲਪ ਹੁੰਦੀ ਹੈ? ਪਾਪਾਂ ਵਿਕਾਰਾਂ ਵਿਚਾਰਾਂ ਦੀ ਸਾਰੀ ਜਿਹੜੀ ਮੈਲ ਹੈ ਉਤਰ ਕਰਕੇ ਕਾਇਆ ਉਜਲ ਹੋ ਜਾਂਦੀ ਹੈ, ਮੁਖ ਉਜਲ ਹੋ ਜਾਂਦਾ ਹੈ, ਬੁੱਧੀ ਉਜਲ ਹੋ ਜਾਂਦੀ ਹੈ। ਇਸ ਪ੍ਰਕਾਰ ਰਸਾਇਣ ਰਸ ਆਇਣ ਸਾਰੇ ਰਸਾਂ ਦਾ ਘਰ ਹੈ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ। ਤੇ ਜਿਸ ਦੀ ਮਤ ਨਿਰਮਲ ਹੋ ਗਈ ਨਾ, ਫਿਰ ਦੁਨੀਆ ਦੇ ਸਾਰੇ ਰਸਾ ਕਸਾਂ ਨੂੰ ਤਿਆਗ ਕਰਕੇ ਇੰਦਰੀਆਂ ਦੁਆਰਾ ਰਸ ਮੰਨਣੇ, ਇਸੇ ਪ੍ਰਕਾਰ ਅੱਖਾਂ ਦੁਆਰਾ ਰੂਪ ਧਨ ਦੇਖ ਕਰਕੇ ਰੰਗ ਮੰਨਣੇ, ਰਸ ਮੰਨਣੇ, ਜ਼ੁਬਾਨ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਭੋਜਨ ਛਕ ਕਰਕੇ ਰਸ ਮੰਨਣੇ, ਇਹਨਾਂ ਰਸਾਂ ਤੋਂ ਉੱਪਰ ਉੱਠ ਕਰਕੇ ਰਸ ਆਇਣ, ਰਸਾਂ ਦੇ ਘਰ ਪ੍ਰਮਾਤਮਾ ਜੀ ਦੇ ਨਾਮ ਨੂੰ ਜਦੋਂ ਜਪਦਾ ਹੈ, ਇਸ ਪ੍ਰਕਾਰ ਸੁਤ ਦੇ ਅਭਿਆਸ ਦੁਆਰਾ ਰਾਮ ਜੀ ਦੇ ਰਸ ਨੂੰ ਪੀਣਾ ਕਰਦਾ ਹੈ, ਪ੍ਰਾਪਤ ਕਰਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ ਵੀਰ, ਵੀਰ ਦਾ ਭਾਵ ਹੈ ਵੀਰ, ਉਹ ਸਾਡਾ ਵੀਰ ਹੈ, ਉਹ ਸਾਡਾ ਭਰਾਤਾ ਹੈ, ਸਾਡਾ ਭਰਾ ਹੈ। ਸਭਨਾਂ ਦੇ ਅੰਦਰ ਚੇਤਨ ਦੀ ਅੰਸ਼ ਹੋਣ ਕਰਕੇ ਵਾਹਿਗੁਰੂ ਜੀ ਨੇ ਨਾਮ ਰਸੀਆਂ ਨੂੰ ਆਪਣੇ ਭਰਾਤਾ ਦਾ ਦਰਜਾ ਦਿੱਤਾ ਹੈ। ਇਸੇ ਹੀ ਪ੍ਰਕਾਰ ਸਾਮਤ ਨਿਰਮਲ ਕਹੀਅਤ ਧੀਰ। ਹੇ ਭਾਈ, ਉਹੀ ਮਤ ਉਜਲ ਕਹੀ ਜਾਂਦੀ ਏ, ਮੈਲ ਤੋਂ ਕਹੀ ਜਾਂਦੀ ਏ ਤੇ ਧੀਰਜ ਦੇ ਸਹਿਤ ਆਖੀ ਜਾਂਦੀ ਹੈ। ਰਾਮ ਰਸਾਇਣ ਪੀਵਤ ਬੀਰ। ਜਿਹੜੀ ਉਜਲ ਮਤ ਦੁਆਰਾ ਜਗਿਆਸੂ ਜਨ ਰਾਮ ਰਮੇ ਹੋਏ ਪ੍ਰਮਾਤਮਾ ਜੀ ਦੇ ਰਸਾਇਣ ਰਸਾਂ ਦੇ ਘਰ ਸਾਰਿਆਂ ਤੋਂ ਸਰਬ ਸ੍ਰੇਸ਼ਟ ਰਸ ਨੂੰ ਪੀਵਣਾ ਕਰਦੇ ਨੇ। ਤੇ ਬੀਰ ਦਾ ਅਰਥ ਹੁੰਦਾ ਯੋਧਾ, ਬਹਾਦਰ, ਸੂਰਮਾ। ਦੁਨੀਆ ਦੇ ਅੰਦਰ ਸੂਰਬੀਰ ਵੀ ਉਹ ਹੈ, ਯੋਧਾ ਉਹ ਹੈ, ਬਹਾਦਰ ਉਹ ਹੈ, ਆਤਰਥੀ ਸੂਰਮਾ ਉਹ ਹੈ ਜਿਹੜਾ ਨਿਰਮਲ ਮਤ ਨੂੰ ਧਾਰਨ ਕਰਕੇ ਧੀਰਜਤਾ ਦੇ ਸਹਿਤ ਹੋ ਕਰਕੇ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਪੀਣਾ ਕਰਦਾ ਹੈ। ਦੁਨੀਆ ਦੇ ਸਾਰੇ ਪਦਾਰਥਾਂ ਦੇ ਰਸ ਨੂੰ ਜਿਸ ਨੇ ਤਿਆਗ ਕਰ ਦਿੱਤਾ ਹੋਇਆ, ਹਿਰਦੇ ਦੇ ਅੰਦਰ ਪਕੜ ਨਹੀਂ, ਕਾਮ ਇਤਿਆਦਿਕ ਵਿਸ਼ੇ ਸੁਖ ਦੀ ਵੀ ਕਿਸੇ ਪ੍ਰਕਾਰ ਇੱਛਾ ਨਹੀਂ, ਇਹਨਾਂ ਇੱਛਾਵਾਂ ਤੋਂ ਉੱਚਾ ਉੱਠ ਕਰਕੇ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਜਿਸ ਨੇ ਪੀਵਣਾ ਕੀਤਾ ਹੈ। ਬਾਕੀ ਸਾਰੇ ਰਸਕਸ ਫਿੱਕੇ ਜਾਣ ਕਰਕੇ, ਬੇਸਵਾਦੇ ਜਾਣ ਕਰਕੇ ਛੱਡ ਦਿੱਤੇ ਨੇ। ਵੇਦਾਂਤ ਦੇ ਵਿੱਚ ਬਚਨ ਆਉਂਦਾ ਜੀ, ਜਿਵੇਂ ਭਲਾ ਪੁਰਖ ਕਿਸੇ ਦਾ ਝੂਠਾ ਪਦਾਰਥ ਨਹੀਂ ਨਾ ਖਾਂਦਾ, ਜਿਸ ਦਾ ਝੂਠਾ ਖਾਧਾ ਜਾਵੇ ਪਤਾ ਨਹੀਂ ਉਸ ਦਾ ਕਰਮ ਕੈਸਾ ਹੋਵੇਗਾ, ਨਿਰਮਲ ਹੋਵੇਗਾ, ਉਜਲ ਹੋਵੇਗਾ ਜਾਂ ਪਾਪ ਕਰਮ ਹੋਵੇਗਾ। ਹੋ ਸਕਦਾ ਹੈ ਉਹ ਅਭਾਖ ਨੂੰ ਖਾਣ ਵਾਲਾ ਪੁਰਸ਼ ਹੋਵੇ, ਹੋ ਸਕਦਾ ਪਾਪੀ ਪੁਰਸ਼ ਹੋਵੇ ਜਿਸ ਦਾ ਝੂਠਾ ਖਾਣ ਦੇ ਨਾਲ ਹੀ ਗੁਨਾਹਗਾਰ ਹੋਈ ਜਾਈਦਾ ਹੈ। ਕਲਗੀਧਰ ਸਾਹਿਬ ਜੀ ਨੇ ਤਾਂ ਹੀ ਮਨਾ ਕੀਤਾ ਨਾ, ਗੁਰਿਆਂ ਦਾ ਝੂਠਾ ਨਹੀਂ ਖਾਣਾ। ਜੇ ਗੁਰਸਿੱਖਾਂ ਦੀ ਰਹਿਤ ਮਰਿਆਦਾ ਇੱਕੋ ਜਿਹੀ ਹੈ, ਜੀਵਨ ਇੱਕੋ ਜਿਹਾ ਹੈ, ਫਿਰ ਇੱਕ ਦੂਸਰੇ ਦਾ ਝੂਠਾ ਛਕ ਲੈਣ, ਕੋਈ ਭਰਮ ਨਹੀਂ। ਇੱਕ ਬਾਟੇ ਵਿੱਚ ਅੰਮ੍ਰਿਤ ਤਾਂ ਹੀ ਛਕਾਇਆ ਜਾਂਦਾ ਨਾ, ਗੁਰਸਿੱਖ ਸਾਰੇ ਬਰਾਬਰ ਨੇ, ਕੋਈ ਭਰਮ ਨਹੀਂ, ਪਰ ਨਗੁਰਿਆਂ ਦਾ ਝੂਠਾ ਨਹੀਂ ਖਾਣਾ ਹੈ। ਕੋਈ ਇੱਕ ਬੰਦਾ ਇੱਕ ਬੁਰਕੀ ਲਾ ਕਰਕੇ ਵੀ ਥਾਲੀ ਨੂੰ ਛੱਡ ਦੇਵੇ, ਭੋਜਨ ਨੂੰ ਛੱਡ ਦੇਵੇ, ਤੇ ਉਹ ਥਾਲੀ ਵਾਲੇ ਪਦਾਰਥ ਝੂਠੇ ਮੰਨੇ ਜਾਂਦੇ ਨੇ। ਪਰ ਇਹ ਜਿਹੜੇ ਕਾਮ ਇਤਿਆਦਿਕ ਵਿਸ਼ੇ ਨੇ, ਇਹਨਾਂ ਨੂੰ ਤੇ ਪਤਾ ਹੀ ਨਹੀਂ ਅੱਜ ਤੱਕ ਕਿਤਨਿਆਂ ਨੇ ਭੋਗਿਆ ਹੈ। ਇਸ ਕਰਕੇ ਜਿਨ੍ਹਾਂ ਨੂੰ ਅਨੇਕਾਂ ਨੇ ਭੋਗਿਆ ਉਹ ਸੁੱਚੇ ਕਿਵੇਂ ਹੋ ਸਕਦੇ ਨੇ? ਜਿਨ੍ਹਾਂ ਨੇ ਭੋਗਿਆ ਹੈ ਸਭਨਾਂ ਨੇ ਝੂਠਿਆਂ ਨੂੰ ਹੋਰ ਝੂਠਾ ਕੀਤਾ ਹੈ। ਇਸ ਕਰਕੇ ਨਿਰਮਲ ਬੁੱਧ ਦੇ ਨਾਲ ਧੀਰਜ ਦੇ ਸਹਿਤ ਵਿਚਾਰ ਕਰਕੇ ਗੁਰਮੁਖਾਂ ਨੇ ਦੇਖਿਆ ਇਹ ਜਿਤਨੇ ਵਿਸ਼ੇ ਵਿਕਾਰ ਕਾਮ ਇਤਿਆਦਿਕ ਨੇ, ਇਹਨਾਂ ਨੂੰ ਬੇਅੰਤਾਂ ਨੇ ਭੋਗਿਆ ਮਾਣਿਆ ਹੈ। ਇਸ ਪ੍ਰਕਾਰ ਬੇਅੰਤਾਂ ਦੇ ਭੋਗੇ ਹੋਣ ਕਰਕੇ ਇਹ ਝੂਠੇ ਨੇ, ਝੂਠੇ ਜਾਣ ਕਰਕੇ, ਅਪਵਿੱਤਰ ਜਾਣ ਕਰਕੇ ਫਿਰ ਇਹਨਾਂ ਦਾ ਤਿਆਗ ਕਰ ਦਿੱਤਾ। ਇਸੇ ਪ੍ਰਕਾਰ ਜਿਹੜੇ ਰਸ ਸੋਇਨਾ, ਰਸ ਰੂਪਾ, ਕਾਮੜ ਰਸ ਪਰਮਲ ਕੀ ਵਾਸ,
ਇਹਨਾਂ ਸਾਰਿਆਂ ਰਸਾਂ ਨੂੰ ਗੁਰਮੁਖਾਂ ਨੇ ਫਿੱਕੇ ਜਾਣ ਕਰਕੇ, ਅਲਪੱਗ ਜਾਣ ਕਰਕੇ, ਨੀਵੇਂ ਜਾਣ ਕਰਕੇ, ਝੂਠੇ ਜਾਣ ਕਰਕੇ ਤਿਆਗ ਦਿੱਤਾ ਹੈ। ਵੇਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਸਾਰਿਆਂ ਤੋਂ ਵੱਡੇ ਭਾਰੇ, ਅਤ ਸਵਾਦਲੇ, ਅਤ ਰਸਦਾਇਕ, ਅਤ ਆਨੰਦਦਾਇਕ, ਬ੍ਰਹਮਾਨੰਦ ਦੀ ਪ੍ਰਾਪਤੀ ਕਰਾਉਣ ਵਾਲੇ, ਪਰਮੇਸ਼ਰ ਜੀ ਦੀ ਅਭੇਦਤਾ ਪ੍ਰਾਪਤ ਕਰਾਉਣ ਵਾਲੇ ਹਰੀ ਪਰਮਾਤਮਾ ਜੀ ਦੇ ਨਾਮ ਰਸਾਇਣ ਨੂੰ ਹੀ ਉਹ ਪੀਵਣਾ ਕਰਦੇ ਨੇ। ਤੇ ਜਿਹੜੇ ਪੀਵਣਾ ਕਰਦੇ ਨੇ ਪਿਆਰਿਓ, ਉਹੀ ਉਹ ਵੀਰ ਆਤਰਥੀ ਸੂਰਮੇ ਨੇ, ਉਹ ਨੇ ਅਸਲੀ ਯੋਧੇ, ਜਿਹੜੇ ਅੰਮ੍ਰਿਤ ਵੇਲੇ ਖਾਲਸਾ ਸੋਈ ਕਰੈ ਨਿਤ ਜੰਗ। ਜਿੱਥੇ ਧਰਮ ਦੇ ਵਿਰੋਧੀਆਂ ਦੇ ਨਾਲ ਗੁਰੂ ਕੇ ਖਾਲਸੇ ਨੇ ਨਿਤਾ ਪ੍ਰਤੀ ਜੰਗ ਕਰ ਕਰਕੇ ਤੇ ਧਰਮ ਦਾ ਜੋ ਪ੍ਰਭਾਵ ਹੈ ਉਹ ਸਥਾਪਿਤ ਕਰਨਾ ਕੀਤਾ, ਧਰਮ ਦਾ ਰਾਜ ਸਥਾਪਿਤ ਕੀਤਾ ਨਾ, ਸਰਕਾਰੇ ਖਾਲਸਾ ਸਥਾਪਿਤ ਕਰ ਦਿੱਤਾ। ਉਥੇ ਗੁਰੂ ਕੇ ਸਿੱਖ ਨੇ ਜਿੱਥੇ ਬਾਹਰਲੇ ਦੁਸ਼ਮਣਾਂ ਦੇ ਨਾਲ ਜੰਗ ਕਰਨੀ ਏ, ਨਿਤਾ ਪ੍ਰਤੀ ਅੰਦਰਲੇ ਦੁਸ਼ਮਣਾਂ ਦੇ ਨਾਲ ਵੀ ਜੰਗ ਕਰਨੀ ਏ। ਇਹ ਜੋ ਇਸ ਦੇਹੀ ਅੰਦਰ ਪੰਚ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਇਹਨਾਂ ਵਿਕਾਰਾਂ ਦੇ ਨਾਲ ਵੀ ਗੁਰੂ ਕਾ ਜਿਹੜਾ ਸਿੱਖ ਹੈ ਭਗਤੀ ਰੂਪੀ ਤਲਵਾਰ ਲੈ ਕਰਕੇ, ਇਸੇ ਪ੍ਰਕਾਰ ਨਿਮਰਤਾ ਰੂਪੀ ਢਾਲ ਪਕੜ ਕਰਕੇ, ਗਿਆਨ ਰੂਪੀ ਖੜਗ ਲੈ ਕਰਕੇ ਇਹਨਾਂ ਵਿਕਾਰਾਂ ਦੇ ਨਾਲ ਨਿਤਾ ਪ੍ਰਤੀ ਜੰਗ ਕਰਦਾ ਹੈ। ਜੋ ਨੀਂਦ ਹੈ, ਆਲਸ ਹੈ, ਇਸ ਦੇ ਨਾਲ ਸਤਿਗੁਰੂ ਜੀ ਦਾ ਵੀਰ ਬਹਾਦਰ ਸੂਰਮਾ ਉਦਮ ਰੂਪੀ ਉਤਸ਼ਾਹ ਰੂਪੀ ਸ਼ਸਤਰ ਲੈ ਕਰਕੇ ਨੀਂਦ ਤੇ ਆਲਸ ਦੇ ਨਾਲ ਜੰਗ ਕਰਦਾ ਹੈ। ਤੇ ਨੀਂਦ ਨੂੰ, ਆਲਸ ਨੂੰ ਤਿਆਗ ਕਰਕੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਚੌਂਕੜਾ ਲਗਾਉਂਦਾ ਹੈ ਤੇ ਫਿਰ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਇਸ ਪ੍ਰਕਾਰ ਗੁਰੂ ਕਾ ਖਾਲਸਾ ਸੂਰਬੀਰ ਬਹਾਦਰ ਹੈ। ਜਿੱਥੇ ਬਾਹਰੀ ਦੁਸ਼ਮਣਾਂ ਦੇ ਨਾਲ ਜੰਗ ਕਰਦਾ, ਉਥੇ ਨਿਤਾ ਪ੍ਰਤੀ ਅੰਤਰੀਵ ਦੁਸ਼ਮਣਾਂ ਦੇ ਨਾਲ ਵੀ ਭਗਤੀ ਰੂਪੀ ਤਲਵਾਰ ਲੈ ਕਰਕੇ ਲੜਦਾ ਹੈ, ਨਿਮਰਤਾ ਦੀ ਸੰਜੋਹ ਪਹਿਨ ਕਰਕੇ ਲੜਦਾ ਹੈ। ਤੇ ਗਰੀਬ ਨਿਵਾਜ ਸਾਹਿਬ ਜੀ ਦੇ ਬਚਨ ਨੇ ਨਾ, ਸੂਰਮਾ ਕੌਣ ਹੈ? ਕੌਣ ਹੈ ਜਿਸ ਨੂੰ ਸੂਰਬੀਰ ਬਹਾਦਰ ਆਖਿਆ ਜਾਵੇ? ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹੀ ਧਨਾਸਰੀ ਰਾਗ ਦੇ ਅੰਦਰ ਅੰਮ੍ਰਿਤਮਈ ਪ੍ਰਵਚਨ ਨੇ, ਜਾ ਕਉ ਹਾਰੇ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰਾਂਗੇ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸਾਂਗੇ, ਜਨ ਕੇ ਚਰਨ ਵਸਹਿ ਮੇਰਾ ਹੀਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ। ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ। ਇਸ ਯੁੱਗ ਕਲ ਯੁੱਗ ਦੇ ਭਿਆਨਕ ਸਮੇਂ ਦੇ ਅੰਦਰ ਅਥਵਾ ਯੁੱਗ 4 ਯੁੱਗਾਂ ਵਾਲੇ ਇਸ ਸੰਸਾਰ ਦੇ ਅੰਦਰ ਰਹਿੰਦੇ ਆ, ਜਿਸ ਦੇ ਮਨ ਨੂੰ ਹਰੀ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਦਾ ਰੰਗ ਲੱਗ ਗਿਆ ਨਾ, ਪਿਆਰ ਲੱਗ ਗਿਆ, ਵਾਹਿਗੁਰੂ ਜੀ ਦੀ ਬੰਦਗੀ ਸਹਿਤ ਪਿਆਰ ਦੇ ਕਰਦਾ ਹੈ, ਨਿਮਰਤਾ ਦੇ ਨਾਲ ਕਰਦਾ ਹੈ, ਭਾਵ ਦੇ ਨਾਲ ਕਰਦਾ ਹੈ, ਪ੍ਰੇਮ ਦੇ ਨਾਲ ਕਰਦਾ ਹੈ, ਉਹ ਅਸਲ ਸੂਰਬੀਰ ਹੈ, ਉਹ ਬਹਾਦਰ ਯੋਧਾ ਹੈ। ਜਿਹੜਾ ਆਤਮ ਜਣੈ ਆਪਣੇ ਮਨ ਨੂੰ ਕਾਬੂ ਕਰਕੇ ਮਨ ਨੂੰ ਜਿੱਤ ਲੈਂਦਾ ਹੈ। ਮਨ ਦੇ ਨਾਲ ਵੀ ਤੇ ਜੰਗ ਕਰਨੀ ਪੈਂਦੀ ਹੈ ਨਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਇਸ ਮਨ ਦੇ ਨਾਲ ਹੀ ਜਿਹੜਾ ਸਦਾ ਵਿਕਾਰਾਂ ਵਿੱਚ ਉਲਝਿਆ ਰਹਿੰਦਾ ਹੈ, ਝਗੜਾ ਭਾਵ ਇਸ ਦੇ ਨਾਲ ਵੀ ਜੰਗ ਕਰਨੀ ਪੈਂਦੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਦੇ ਅਜਿੱਤ ਸੂਰਬੀਰ ਬਹਾਦਰ ਆਤਮ ਜਿਣੈ ਸਗਲ ਵਸ ਤਾਕੈ, ਜਿਸ ਨੇ ਆਪਣੇ ਮਨ ਨੂੰ ਜਿਣੈ ਜਿੱਤ ਲਿਆ ਨਾ, ਸਗਲ ਵਸ ਤਾਕੈ, ਸਾਰਾ ਸੰਸਾਰ ਉਸ ਦੇ ਵਸ ਵਿੱਚ ਆ ਜਾਂਦਾ, ਉਸ ਦੇ ਅਧੀਨ ਹੋ ਜਾਂਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੀ ਅੰਮ੍ਰਿਤਮਈ ਪ੍ਰਵਚਨ ਨੇ ਨਾ, ਮਨ ਜੀਤੈ ਜਗ ਜੀਤ। ਮਨ ਨੂੰ ਜਿੱਤ ਲੈਣਾ ਹੀ ਜਗਤ ਨੂੰ ਜਿੱਤਣਾ ਹੈ। ਜਗਤ ਨੂੰ ਜਿੱਤਣਾ ਮਨ ਦੇ ਜਿੱਤਣ ਨਾਲੋਂ ਸੌਖਾ ਹੈ। ਜਿਨ੍ਹਾਂ ਨੇ ਜਗਤ ਸੰਸਾਰ ਨੂੰ ਜਿੱਤ ਲਿਆ, ਛਤਰਪਤੀ ਪਾਤਸ਼ਾਹਾਂ ਨੇ, ਬਾਦਸ਼ਾਹਾਂ ਨੇ, ਉਹਨਾਂ ਦੇ ਪਾਸੋਂ ਵੀ ਮਨ ਜਿੱਤਿਆ ਨਹੀਂ ਗਿਆ। ਮਨ ਜਿੱਤਣਾ ਹੀ ਤੇ ਔਖਾ ਹੈ। ਤੇ ਹਜ਼ੂਰ ਫਰਮਾਉਂਦੇ ਨੇ, ਆਤਮ ਜਣੈ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਸਗਲ ਵਸ ਤਾਕੈ, ਸਾਰਾ ਜਗਤ ਸੰਸਾਰ ਉਹਨਾਂ ਦੇ ਵਸ ਵਿੱਚ ਆ ਜਾਂਦਾ ਹੈ। ਇਹ ਦਾਤ ਕਿਹਨਾਂ ਨੂੰ ਮਿਲਦੀ ਹੈ? ਜਾ ਕਾ ਸਤਿਗੁਰ ਪੂਰਾ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ। ਪੂਰੇ ਸਤਿਗੁਰੂ ਜੀ ਦੀ ਨਦਰ ਤੋਂ ਬਿਨਾਂ, ਕਿਰਪਾ ਕਿਰਪਾਲਤਾ ਤੋਂ ਬਿਨਾਂ, ਰਹਿਮਤ ਤੋਂ ਬਿਨਾਂ, ਅਨੁਕੰਪਾ ਤੋਂ ਬਿਨਾਂ ਜਿਹੜਾ ਮਨ ਹੈ ਸਾਧ ਸੰਗਤ ਜੀ ਨਹੀਂ ਜਿੱਤਿਆ ਜਾਂਦਾ। ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਜਿਹੜੇ ਰਾਮ ਦੇ ਨਾਮ ਨੂੰ, ਰਮੇ ਹੋਏ ਪ੍ਰਮਾਤਮਾ ਦੇ ਨਾਮ ਨੂੰ, ਜਿਸ ਦਾ ਨਾਮ ਰਸਾਇਣ ਰਸਾਂ ਦਾ ਘਰ ਹੈ, ਉਸ ਸਰਬ ਸ੍ਰੇਸ਼ਟ ਨਾਮ ਦੇ ਅੰਮ੍ਰਿਤ ਰਸ ਨੂੰ ਪੀਵਣਾ ਕਰਦੇ ਨੇ, ਉਹ ਵੀਰ ਸੂਰਬੀਰ ਬਹਾਦਰ ਨੇ, ਅਤਰਥੀ ਸੂਰਮੇ ਨੇ, ਜਿਹੜੇ
ਅਕਾਲ ਪੁਰਖ ਵਾਹਿਗੁਰੂ ਜੀ ਦੇ ਵੀਰ ਬਹਾਦਰ ਸਪੁੱਤਰ ਯੋਧੇ ਹਨ ਉਹ। ਹਰ ਕੇ ਚਰਨ ਹਿਰਦੈ ਕਰ ਊਟ। ਹੇ ਸਿੱਖੋ, ਹੁਣ ਸਿੱਖਾਂ ਦਾ ਸਵਾਲ ਹੈ ਨਾ, ਬੁੱਧ ਕਿਹੜੀ ਨਿਰਮਲ ਹੈ? ਤੇ ਹਜ਼ੂਰ ਨੇ ਜਵਾਬ ਦੇ ਦਿੱਤਾ, ਜਿਹੜੀ ਬੁੱਧੀ ਧੀਰਜ ਦੇ ਸਹਿਤ ਹੋ ਕਰਕੇ ਨਾਮ ਦੇ ਵਿੱਚ ਜੁੜੀ ਹੈ ਉਹੀ ਉਹ ਬੁੱਧੀ ਨਿਰਮਲ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਅਗਲੀ ਪੰਕਤੀ ਵਿੱਚ ਅਗਲੇ ਸਵਾਲ ਦਾ ਜਵਾਬ ਦਿੰਦੇ ਹਨ, ਫਿਰ ਪੜ੍ਹਦੇ ਹੋ। ਹਰ ਕੇ ਚਰਨ ਹਿਰਦੈ ਕਰ ਊਟ। ਪਿਆਰਿਓ, ਹਿਰਦਾ ਉਹ ਨਿਰਮਲ ਹੈ, ਦਿਲ ਉਹ ਪਵਿੱਤਰ ਹੈ ਜਿਸ ਹਿਰਦੇ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੀ ਓਟ ਟੇਕ ਧਾਰਨ ਕੀਤੀ ਹੋਈ ਹੈ। ਜੇ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੀ ਟੇਕ ਨਹੀਂ, ਦੇਵੀ ਦੇਵਤਿਆਂ ਦੀ, ਮੜੀਆਂ ਮੱਟਾਂ ਦੀ, ਇਸੇ ਪ੍ਰਕਾਰ ਕਬਰਾਂ ਇਤਿਆਦਿਕਾਂ ਦੀ, ਦੰਬੀਆਂ ਪਖੰਡੀਆਂ ਦੀ, ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਦੀ ਟੇਕ ਹੈ, ਤੇ ਫਿਰ ਉਹ ਹਿਰਦਾ ਨਿਰਮਲ ਨਹੀਂ ਹੋ ਸਕਦਾ, ਸ਼ੁੱਧ ਨਹੀਂ ਹੋ ਸਕਦਾ। ਹਿਰਦਾ ਉਹ ਪਵਿੱਤਰ ਹੈ ਜਿਸ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੀ ਟੇਕ ਹੈ, ਓਟ ਹੈ। ਜਨਮ ਮਰਨ ਤੇ ਹੋਵਤ ਛੂਟ। ਹੇ ਸੱਚੇ ਪਾਤਸ਼ਾਹ ਜੀਓ, ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੀ ਟੇਕ ਰੱਖਣ ਦੇ ਨਾਲ, ਓਟ ਰੱਖਣ ਦੇ ਨਾਲ ਪ੍ਰਾਪਤੀ ਕੀ ਹੁੰਦੀ ਹੈ? ਤੇ ਗਰੀਬ ਨਿਵਾਜ ਜੀ ਫਰਮਾਵਣਾ ਕਰਦੇ ਨੇ, ਪਿਆਰਿਓ, ਜਨਮ ਮਰਨ ਤੇ ਹੋਵੈ ਛੋਟ। ਜੰਮਣ ਮਰਨ ਤੋਂ ਛੁਟਕਾਰਾ ਹੋ ਜਾਂਦਾ ਹੈ। ਇੱਥੇ ਇੱਕ ਜਨਮ ਦੀ ਗੱਲ ਨਹੀਂ, ਜੱਜਾ ਨੰਨਾ ਮੰਮਾ, ਮੰਮਾ ਅੱਖਰ ਮੁਕਤਾ ਹੈ, ਬਹੁਤੇ ਜਨਮਾਂ ਦੀ ਬਾਤ ਹੈ। ਮੰਮਾ ਰਾਰਾ ਅਣਾਣਾ, ਅਣਾਣਾ ਅੱਖਰ ਫਿਰ ਮੁਕਤਾ ਹੈ। ਵਿਆਕਰਣ ਦੇ ਅਨੁਸਾਰ ਜੇ ਇਹਨਾਂ ਨੂੰ ਔਂਕੜ ਲੱਗੀ ਹੋਵੇ ਤੇ ਇੱਕ ਜਨਮ ਤੇ ਇੱਕ ਵਾਰ ਮਰਨ ਦੀ ਬਾਤ ਹੋਣੀ ਸੀ, ਪਰ ਜਨਮ ਦੇ ਵੀ ਤਿੰਨੇ ਅੱਖਰ ਮੁਕਤੇ ਨੇ, ਮਰਨ ਦੇ ਵੀ ਤਿੰਨੇ ਅੱਖਰ ਮੁਕਤੇ ਨੇ। ਇਸ ਤੋਂ ਭਾਵ ਇਹ ਬਹੁ ਗਿਣਤੀ ਦਾ ਵਾਚਕ ਹੈ। ਪਾਪ ਕਰਮਾਂ ਕਰਕੇ ਜਿੰਨੇ ਵੀ ਕਰੋੜਾਂ ਜਨਮਾਂ ਜਨਮਾਂਤਰਾਂ ਵਿੱਚ ਆ ਕਰਕੇ ਦੁੱਖ ਭੋਗਣੇ ਸੀ ਨਾ, ਮਾਤਾ ਜੀ ਦੀ ਗਰਭ ਅਗਨੀ ਦੇ ਦੁੱਖ ਨੂੰ ਭੋਗਣਾ ਸੀ, ਇਸੇ ਪ੍ਰਕਾਰ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਬਤੀਤ ਕਰਕੇ ਫਿਰ ਮਰਨੇ ਦਾ, ਮੌਤ ਦਾ ਡੰਡ, ਜਿਹੜਾ ਜੰਮਾਂ ਦਾ ਡੰਡ ਸਿਰ ਤੇ ਸਹਾਰਨਾ ਸੀ। ਇਹ ਜੰਮਣ ਮਰਨ ਦੇ 84 ਲੱਖ ਦੀਆਂ ਜੂਨੀਆਂ ਦੇ ਕਰੋੜਾਂ ਜਨਮਾਂ ਚੋਂ ਛੁਟਕਾਰਾ ਹੋ ਜਾਂਦਾ ਹੈ। ਇਹ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਦਾ ਫਲ ਹੈ ਜੀ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ, ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਹੇ ਭਾਈ, ਸਿੱਖਾਂ ਦਾ ਸਵਾਲ ਸੀ ਨਾ, ਤਨ ਕਿਹੜਾ ਨਿਰਮਲ ਹੈ, ਤਨ ਕਿਹੜਾ ਪਵਿੱਤਰ ਹੈ? ਤੇ ਸਤਿਗੁਰੂ ਜੀ ਜਵਾਬ ਦੇ ਰਹੇ ਨੇ, ਪਿਆਰਿਓ, ਸਰੀਰ ਉਹ ਨਿਰਮਲ ਹੈ, ਨਿਰਮਲ, ਮਲਤ ਮੈਲ ਤੋਂ ਰਹਿਤ ਹੈ, ਮਾਇਆ ਦੀ ਕਾਲਖ ਰਹਿਤ ਹੈ ਉਹ ਸਰੀਰ। ਇਸੇ ਪ੍ਰਕਾਰ ਵਿਕਾਰਾਂ ਦੀ ਕਾਲਖ ਤੋਂ ਵੀ ਰਹਿਤ ਹੈ ਉਹ ਸਰੀਰ। ਮੈਲ ਤੋਂ ਰਹਿਤ ਉਜਲ ਹੈ, ਪਵਿੱਤਰ ਹੈ ਉਹ ਸਰੀਰ, ਜਿਤ ਉਪਜੈ ਨਾ ਪਾਪ। ਜਿਸ ਸਰੀਰ ਦੇ ਅੰਦਰ ਪਾਪ ਨਹੀਂ ਉਪਜਦੇ ਹਨ, ਪਾਪ ਨਹੀਂ ਉਤਪੰਨ ਹੁੰਦੇ ਹਨ। ਇਕਾਂਤ ਦਾ ਮਾਹੌਲ ਵੀ ਹੋਵੇ, ਇਕਾਂਤ ਦੇਸ਼ ਦੇ ਵਿੱਚ ਵੀ ਹੋਵੇ, ਉਥੇ ਵਿਸ਼ੇ ਸੁੱਖ ਵੀ ਪ੍ਰਾਪਤ ਹੋਣ, ਪਰ ਵਿਸ਼ੇ ਸੁੱਖਾਂ ਨੂੰ ਛੱਡ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਨੂੰ ਕਰੇ, ਇਹ ਹੈ ਸਰੀਰ ਦੇ ਅੰਦਰ ਪਾਪ ਦਾ ਨਾ ਉਪਜਣਾ। ਕੈਸਾ ਵੀ ਸਮਾਂ ਬਣ ਜਾਵੇ, ਪਰ ਪਾਪ ਤਾਂ ਵੀ ਤਿਸ ਵੇਲੇ ਆਪਣੇ ਆਚਰਣ ਨੂੰ ਨੀਵਾ ਨਹੀਂ ਕਰਨਾ, ਪਰਾਏ ਸਰੀਰਾਂ ਦੀ, ਪਰ ਇਸਤਰੀ ਪਰ ਪੁਰਖ ਦਾ ਸੰਗ ਨਾ ਕਰਨਾ। ਇਹ ਹੈ ਸਰੀਰ ਦੇ ਵਿੱਚ ਪਾਪ ਦਾ ਨਾ ਉਪਜਣਾ। ਇਸੇ ਪ੍ਰਕਾਰ ਵੱਡਾ ਭਾਰੀ ਧਨ ਵੀ ਸਾਹਮਣੇ ਪਿਆ ਹੋਵੇ, ਧਨ ਦਾ ਮਾਲਕ ਵੀ ਕੋਲ ਨਾ ਹੋਵੇ, ਤੇ ਦੇਖ ਕਰਕੇ ਮਨ ਦੇ ਵਿੱਚ ਚੋਰੀ ਕਰਨੇ ਦੀ ਜਾਂ ਛੁਪਾ ਲੈਣ ਦੀ ਭਾਵਨਾ ਵੀ ਨਾ ਆਵੇ, ਇਹ ਹੈ ਨਿਰਮਲ ਤਨ, ਜਿਸ ਦੇ ਅੰਦਰ ਪਾਪ ਨਹੀਂ ਉਪਜਦਾ ਹੈ। ਨਿਰਮਲ ਤਨ ਉਹ ਹੈ ਜਿਹੜਾ ਪੈਰਾਂ ਦੇ ਨਾਲ ਤੁਰ ਕਰਕੇ ਠੇਕੇ ਸਨੇਮੇ ਕੁਸੰਗਤ ਵੇਸਵਾ ਦੁਆਰੇ ਨਹੀਂ ਜਾਂਦਾ ਹੈ, ਕੁਕਰਮ ਕਰਨ ਵਾਸਤੇ ਨਹੀਂ ਜਾਂਦਾ ਹੈ, ਤੇ ਹੱਥਾਂ ਦੇ ਨਾਲ ਚੋਰੀ ਚਕਾਰੀ ਨਹੀਂ ਕਰਦਾ ਹੈ। ਹਜ਼ੂਰ ਦਾ ਪਾਵਨ ਬਚਨ ਪਿਆਰਿਓ, ਸਰੀਰ ਉਹ ਸ਼ੁੱਧ ਹੈ, ਪਵਿੱਤਰ ਹੈ, ਨਿਰਮਲ ਹੈ, ਜਿਸ ਸਰੀਰ ਦੇ ਅੰਦਰ ਪਾਪ ਕਰਮ ਇਤਿਆਦਿਕ ਨਹੀਂ ਉਪਜਦੇ ਹਨ। ਰਾਮ ਰੰਗ ਨਿਰਮਲ ਪ੍ਰਤਾਪ। ਤੇ ਗਰੀਬ ਨਿਵਾਜ ਜੀ ਫਰਮਾਵਣਾ ਕਰਦੇ ਨੇ, ਫਿਰ ਰਾਮ ਰਮੇ ਹੋਏ ਪ੍ਰਮਾਤਮਾ ਜੀ ਦੇ ਨਾਮ ਨੂੰ ਰੰਗ ਸਹਿਤ ਪਿਆਰ ਦੇ ਦਿਨ ਰਾਤ ਜਪਣਾ ਕਰਦੇ ਨੇ, ਉਚਾਰਣਾ ਕਰਦੇ ਨੇ। ਨਿਰਮਲ ਪ੍ਰਤਾਪ ਉਹਨਾਂ ਦਾ ਦੁਨੀਆ ਦੇ ਅੰਦਰ ਮੈਲ ਤੋਂ ਰਹਿਤ ਉਜਲ ਪ੍ਰਤਾਪ ਹੁੰਦਾ ਹੈ, ਜਸ ਹੁੰਦਾ ਹੈ, ਵਡਿਆਈ ਹੁੰਦੀ ਹੈ। ਫਿਰ ਉਹ ਸਤਿਗੁਰੂ ਜੀ ਦਾ ਗੁਰਸਿੱਖ ਹੋਣ ਕਰਕੇ ਪ੍ਰਗਟ ਹੋ ਜਾਂਦਾ ਹੈ, ਫਲਾਣਾ ਗੁਰਸਿੱਖ ਬੜੀ ਨਿਮਰਤਾ ਵਾਲਾ, ਬੜੀ ਬੰਦਗੀ ਵਾਲਾ ਹੈ, ਉਹ ਅੰਮ੍ਰਿਤ ਵੇਲੇ ਨੂੰ ਸਾਂਭਣ ਵਾਲਾ ਹੈ, ਉਹ ਵਿਕਾਰਾਂ ਦਾ ਨਹੀਂ, ਉਹ ਨਾਮ ਦਾ ਰਸੀਆ ਹੈ।
ਉਸ ਦਾ ਸੰਸਾਰ ਦੇ ਅੰਦਰ ਨਾਮ ਜਿਹੜਾ ਹੈ ਨਾ, ਫਿਰ ਭਗਤ ਕਰਕੇ, ਸੰਤ ਕਰਕੇ, ਮਹਾਂਪੁਰਖ ਕਰਕੇ ਪ੍ਰਗਟ ਹੋ ਜਾਂਦਾ ਹੈ। ਭਗਤ ਰਵਿਦਾਸ ਸਾਹਿਬ ਜੀ ਨੇ ਜਪਿਆ ਨਾ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਨਾ ਕਰਦੇ ਨੇ, ਪੂਰੇ ਸੰਸਾਰ ਦੇ ਅੰਦਰ ਭਗਤ ਰਵਿਦਾਸ ਜੀ ਪ੍ਰਗਟ ਹੋ ਗਏ। ਰਾਜਸਥਾਨ ਦੇਸ਼ ਦੇ ਵਿੱਚੋਂ ਮੇਵਾੜ ਦੇ ਰਾਜੇ ਵੀ ਆਉਂਦੇ ਨੇ, ਰਾਣੀਆਂ ਵੀ ਆਉਂਦੀਆਂ ਨੇ, ਤੇ ਭਗਤ ਸਾਹਿਬ ਜੀ ਨੂੰ ਆਪਣਾ ਗੁਰੂ ਧਾਰਨ ਕਰਕੇ ਉਪਦੇਸ਼ ਲੈ ਕੇ ਜਾਂਦੇ ਨੇ। ਰਾਜੇ ਵੀ ਆ ਕਰਕੇ ਚਰਨੀ ਲੱਗਦੇ ਨੇ। ਭਗਤ ਜਗ ਵੱਜਿਆ ਚਹੋ ਚੱਕਾਂ ਦੇ ਵਿੱਚ ਚਮਰੇਟਾ। ਭਾਵੇਂ ਕਿ ਚਮਿਆਰਾਂ ਦੇ ਘਰ ਦਾ ਜਨਮ ਸੀ, ਜਿਹੜੇ ਚਮੜੇ ਦਾ ਕੰਮ ਕਰਦੇ ਸਨ, ਉਹਨਾਂ ਦੇ ਘਰ ਦਾ ਜਨਮ ਹੈ। ਉਹਨਾਂ ਦੀ ਕੁਲ ਨੂੰ, ਖਾਨਦਾਨ ਨੂੰ ਸਾਰੇ ਚਮਿਆਰ ਕਹਿੰਦੇ ਨੇ, ਪਰ ਆਪ ਜੀ ਨੂੰ ਭਾਵਨਾ ਵਾਲੇ, ਸ਼ਰਧਾ ਵਾਲੇ, ਪ੍ਰੇਮ ਵਾਲੇ ਅਥਵਾ ਉਪਦੇਸ਼ ਦੇ ਧਾਰਨੀ ਚਮਿਆਰ ਨਹੀਂ ਕਹਿੰਦੇ, ਭਗਤ ਕਹਿੰਦੇ ਨੇ। ਭਗਤ ਰਵਿਦਾਸ ਜੀ ਚਹੋ ਚੱਕਾਂ ਦੇ ਵਿੱਚ, ਉੱਤਰ, ਦੱਖਣ, ਪੂਰਬ, ਪੱਛਮ, ਚਾਰੇ ਦਿਸ਼ਾਵਾਂ ਵਿੱਚ ਭਗਤ ਰਵਿਦਾਸ ਜੀ ਪ੍ਰਸਿੱਧ ਹੋ ਗਏ। ਪਾਣਾ ਗੰਢੈ ਰਾਹ ਵਿੱਚ, ਕੋਲਾ ਧਰਮ ਢੋਏ ਢੋਰ ਸਮੇਟਾ। ਰਸਤੇ ਦੇ ਵਿੱਚ ਬੈਠੇ, ਰਸਤੇ ਦੇ ਕਿਨਾਰੇ ਤੇ ਬੋਰੀ ਵਿਛਾ ਕਰਕੇ ਬੈਠੇ ਹੋਇਆ ਕਰਦੇ ਸਨ, ਤੇ ਪਾਣਾ ਨਾਮ ਹੈ ਚਰਨਦਾਸੀ ਦਾ, ਜੁੱਤੀ ਦਾ। ਜੁੱਤੀਆਂ ਗੰਢ ਕੇ ਆਪਣੀ ਉਪਜੀਵਕਾ ਚਲਾਇਆ ਕਰਦੇ ਸਨ। ਜਿਨ੍ਹਾਂ ਦੀ ਕੁੱਲ ਦਾ ਧਰਮ ਹੀ ਇਹ ਸੀ, ਉਪਜੀਵਕਾ ਹੀ ਇਹ ਸੀ, ਮਰੇ ਹੋਏ ਪਸ਼ੂਆਂ ਨੂੰ ਢੋਣਾ, ਹੱਡਾ ਰੋੜੀ ਵਿੱਚ ਲੈ ਕਰਕੇ ਜਾਣਾ, ਖੱਲ ਲਾਹ ਕਰਕੇ, ਜਿਹੜੀ ਚਮੜਾ ਲਾਹ ਕਰਕੇ ਉਸ ਦੇ ਜੋੜੇ ਇਤਿਆਦਿਕ ਬਣਾਉਣੇ, ਤੇ ਕੁਝ ਖੱਲ ਮਾਰਕੀਟ ਬਾਜ਼ਾਰ ਵਿੱਚ ਜਾ ਕੇ ਵੇਚ ਦੇਣੀ। ਤੇ ਜਦੋਂ ਮਰੇ ਹੋਏ ਪਸ਼ੂਆਂ ਦੇ ਮਾਸ ਨੂੰ ਕੁੱਤਿਆਂ, ਇੱਲਾਂ, ਗਿਰਜਾਂ ਨੇ ਖਾ ਲੈਣਾ, ਤੇ ਫਿਰ ਹੱਡਾਂ ਨੂੰ ਇਕੱਠੇ ਕਰਕੇ ਹੱਡ ਬਾਜ਼ਾਰ ਵਿੱਚ ਜਾ ਕੇ ਵੇਚ ਕੇ ਆਉਣੇ। ਇਹ ਬਾਪ ਦਾਦੇ ਤੋਂ ਪਿਤਾ ਪੁਰਖੀ ਇਹੋ ਹੀ ਇਹਨਾਂ ਦਾ ਕਸਬ, ਇਹੋ ਕਿਰਤ ਸੀ। ਪਰ ਜਿਸ ਵੇਲੇ ਨਾਮ ਨੂੰ ਜਪਣਾ ਕੀਤਾ, ਤੇ ਫਿਰ ਆਪ ਜੀ ਨੂੰ ਚਮਿਆਰ ਨਹੀਂ ਭਗਤ ਕਹਿਆ ਜਾਂਦਾ ਹੈ। ਇਸੇ ਪ੍ਰਕਾਰ ਜਿਹੜੇ ਨਾਮ ਦੇ ਰਸੀਏ ਹੁੰਦੇ ਨੇ ਨਾ ਜੀ, ਦੁਨੀਆ ਦੇ ਲੋਕ ਸੁਭਾਵਕ ਹੀ ਉਹਨਾਂ ਨੂੰ ਸੰਤ ਜੀ, ਸਾਧੂ ਜੀ, ਮਹਾਤਮਾ ਜੀ, ਮਹਾਂਪੁਰਖ ਕਰਕੇ ਬੁਲਾਉਂਦੇ ਨੇ। ਭਾਵੇਂ ਕਿ ਸ਼ੰਕਾਵਾਦੀ ਸ਼ੰਕਾ ਵੀ ਕਰਦੇ ਨੇ, ਪਰ ਸਤਿਗੁਰੂ ਜੀ ਦੇ ਬਚਨ ਨੇ ਕਿ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਮ ਨੂੰ ਸੇਵਿਆ ਹੈ, ਜੋ ਸਤਿਗੁਰ ਸੇਵਾ ਹੈ ਸੇ ਮਹਾਂਪੁਰਖ ਸੰਸਾਰੇ, ਉਹ ਸੰਸਾਰ ਦੇ ਅੰਦਰ ਮਹਾਂਪੁਰਖ ਕਰਕੇ ਪ੍ਰਗਟ ਹੋ ਜਾਂਦੇ ਨੇ। ਜਿਹੜੇ ਨਾਮ ਦੇ ਰਸੀਏ ਨੇ, ਕਿਸੇ ਨੂੰ ਘਰੇ ਸੁਨੇਹਾ ਥੋੜਾ ਦੇਣ ਜਾਂਦੇ ਨੇ, ਸਾਨੂੰ ਆ ਕੇ ਸੰਤ ਆਖੋ, ਸਾਨੂੰ ਆ ਕੇ ਮਹਾਤਮਾ ਆਖੋ। ਉਹ ਤੇ ਜਿਨ੍ਹਾਂ ਦਾ ਹਿਰਦਾ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਰੋਮ ਰੋਮ ਵਿੱਚ ਨਾਮ ਦੀਆਂ ਚਰਨਹਟਾਂ ਨੇ, ਜਿੰਨਾ ਮੁਖ ਚੋਂ ਬੋਲਦੇ ਨੇ, ਨਾਮ ਦਾ ਉਪਦੇਸ਼ ਕਰਦੇ ਨੇ। ਬੁਰਾ ਮੁਖ ਕਦੇ ਜ਼ੁਬਾਨ ਚੋਂ, ਬੁਰਾ ਬਚਨ ਕਦੇ ਜ਼ੁਬਾਨ ਚੋਂ ਬੋਲਦੇ ਹੀ ਨਹੀਂ, ਮੁਖ ਚੋਂ ਫਰਮਾਉਂਦੇ ਹੀ ਨਹੀਂ, ਹਰ ਵੇਲੇ ਸਿਮਰਨ ਦਾ ਉਪਦੇਸ਼ ਦਿੰਦੇ ਨੇ। ਫਿਰ ਸੁਭਾਵਕ ਹੀ ਪਤਾ ਲੱਗ ਜਾਂਦਾ ਇਹ ਤੇ ਅੰਦਰੋਂ ਜੁੜਿਆ ਹੋਇਆ ਹੈ। ਤੇ ਜਿਹੜਾ ਅੰਦਰੋਂ ਜੁੜਿਆ ਹੁੰਦਾ ਸੰਸਾਰ ਦੇ ਲੋਕ, ਫਿਰ ਸੁਭਾਵਕ ਹੀ ਉਹਨਾਂ ਨੂੰ ਸੰਤ ਜੀ, ਮਹਾਤਮਾ ਜੀ, ਮਹਾਂਪੁਰਖ ਜੀ ਕਹਿ ਕੇ ਤਿੰਨਾਂ ਦਾ ਆਦਰ ਕਰਦੇ ਨੇ। ਉਹਨਾਂ ਦਾ ਫਿਰ ਦੁਨੀਆ ਦੇ ਅੰਦਰ ਨਿਰਮਲ ਜਸ ਹੁੰਦਾ ਹੈ, ਪਵਿੱਤਰ ਜਸ ਹੁੰਦਾ ਹੈ। ਰਾਮ ਰਾਂਗੇ, ਪਰਮਾਤਮਾ ਜੀ ਦੇ ਨਾਮ ਦੇ ਰੰਗਣ ਦੇ ਵਿੱਚ ਜਿਨ੍ਹਾਂ ਦਾ ਹਿਰਦਾ ਲਬਰੇਜ਼ ਰੰਗਿਆ ਪਿਆ ਹੈ, ਪ੍ਰੇਮ ਦੇ ਅੰਦਰ ਭਿੱਜਾ ਹੋਇਆ ਹੈ, ਨਿਰਮਲ ਪ੍ਰਤਾਪ, ਜਗਤ ਸੰਸਾਰ ਦੇ ਅੰਦਰ ਉਹਨਾਂ ਦਾ ਉਜਲ ਜਸ ਹੁੰਦਾ ਹੈ, ਉਜਲ ਵਡਿਆਈ ਹੁੰਦੀ ਹੈ ਜੀ। ਸਾਧ ਸੰਗ ਮਿਟ ਜਾਤ ਵਿਕਾਰ। ਸੱਚੇ ਪਾਤਸ਼ਾਹ ਜੀ ਇਹ ਤੇ ਉਹਨਾਂ ਦੇ ਬਚਨ ਆਪ ਜੀ ਨੇ ਸਰਵਣ ਕਰਵਾਏ ਨੇ, ਸ਼੍ਰੀ ਕੰਠ ਚੋਂ ਉਚਾਰਨ ਕਰਕੇ, ਜਿਨ੍ਹਾਂ ਦਾ ਹਿਰਦਾ ਨਿਰਮਲ ਹੈ, ਜਿਨ੍ਹਾਂ ਦੀ ਮਤ ਨਿਰਮਲ ਹੈ ਤੇ ਧੀਰਜ ਵਾਲੀ ਹੈ, ਜਿਹੜੇ ਰਾਮ ਰਸ ਨੂੰ ਪੀਂਦੇ ਨੇ, ਉਹਨਾਂ ਦਾ ਤੇ ਸੰਸਾਰ ਦੇ ਅੰਦਰ ਉਜਲ ਜਸ ਹੈ। ਪਰ ਮਹਾਰਾਜ ਜਿਨ੍ਹਾਂ ਦੇ ਹਿਰਦੇ ਵਿਕਾਰਾਂ ਦੇ ਨਾਲ ਭਰੇ ਹੋਏ ਨੇ, ਹਿਰਦੇ ਅਜੇ ਵਿਕਾਰਾਂ ਦੇ ਅੰਦਰ ਲਿਬੜੇ ਹੋਏ ਨੇ, ਮੁੜ ਮੁੜ ਕੇ ਇਹ ਜਿਹੜਾ ਮਨ ਹੈ ਵਿਕਾਰਾਂ ਰੂਪੀ ਗੰਦਗੀ ਖਾਣ ਨੂੰ ਹੀ ਭੱਜਦਾ ਹੈ, ਮਹਾਰਾਜ ਉਹਨਾਂ ਦਾ ਭਲਾ ਕਿਵੇਂ ਹੋਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਿਆ, ਸਿੱਖੋ ਜਿਹੜੇ ਵਿਕਾਰੀ ਨੇ ਪਰ ਮਨ ਨੂੰ ਸਾਧਨਾ ਚਾਹੁੰਦੇ ਨੇ, ਜਗਿਆਸੂ ਨੇ, ਜਗਿਆਸਾ ਹੈ ਹਿਰਦੇ ਦੇ ਅੰਦਰ, ਸਾਡੇ ਪਾਪ ਮਿਟ ਜਾਣ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਇੱਛਾ ਹੈ ਸਾਡਾ ਹਿਰਦਾ ਨਿਰਮਲ ਹੋ ਜਾਵੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਤਾਂਗ ਹੈ ਅਸੀਂ ਵਾਹਿਗੁਰੂ ਜੀ ਦਾ ਦੀਦਾਰ ਪ੍ਰਾਪਤ ਕਰ ਲਈਏ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਿੱਖ ਹੈ ਪ੍ਰਮਾਤਮਾ ਜੀ ਦੀ ਪ੍ਰਾਪਤੀ ਕਰਕੇ ਅਭੇਦਤਾ ਪ੍ਰਾਪਤ ਕਰ ਲਈਏ, ਉਹਨਾਂ ਨੂੰ ਫਿਰ ਬਣ ਆਉਂਦਾ ਹੈ ਸਾਧ ਸੰਗੇ, ਸਾਧੂਆਂ ਦੀ ਸੰਗਤ ਕਰਨੀ। ਨਾਮ ਰਸੀਆਂ ਦੀ ਸੰਗਤ ਜਦੋਂ ਕਰਨਗੇ ਨਾ, ਮਿਟ ਜਾਤ ਵਿਕਾਰ। ਫਿਰ ਸਾਧ ਸੰਗਤ ਵਿੱਚ ਬੈਠ ਕਰਕੇ, ਮਿਲ ਕਰਕੇ ਜਦੋਂ ਸਰਵਣ ਕਰਦੇ ਨੇ ਤੇ ਰਸਨਾ ਦੇ ਨਾਲ ਜਪਣਾ ਕਰਦੇ ਨੇ, ਸਤਨਾਮ ਸ੍ਰੀ ਵਾਹਿਗੁਰੂ, ਫਿਰ ਹਿਰਦੇ ਦੇ ਵਿੱਚੋਂ ਸਾਰੀ ਵਿਕਾਰਾਂ ਦੀ ਭਾਵਨਾ ਹੀ ਮਿਟ ਜਾਂਦੀ ਹੈ। ਹਿਰਦੇ ਚੋਂ ਵਿਕਾਰਾਂ ਦਾ ਭਾਵ ਹੋ ਜਾਂਦਾ ਹੈ, ਮਨ ਜੁੜ ਜਾਂਦਾ ਹੈ, ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ ਹੈ।
ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਨੇ ਸਾਡੇ ਸੰਸਾਰ ਦੇ ਜੀਵਾਂ ਦੇ ਵਿਕਾਰੀ ਹਿਰਦਿਆਂ ਨੂੰ ਉਜਲ ਕਰਨੇ ਦਾ ਮਾਰਗ ਦਰਸਾਵਣਾ ਕੀਤਾ। ਪਿਆਰਿਓ, ਜਿਹੜੇ ਹਿਰਦੇ ਨੂੰ ਉਜਲ ਕਰਨਾ ਲੋੜਦੇ ਹੋ, ਸਾਧ ਸੰਗਤ ਦੇ ਨਾਲ ਮਿਲ ਕਰਕੇ ਹਰ ਜਸ ਸਰਵਣ ਕਰੋ ਤੇ ਹਰ ਜਸ ਗਾਇਨ ਕਰਨਾ ਕਰੋ। ਹਿਰਦੇ ਦੇ ਵਿੱਚੋਂ ਵਿਕਾਰਾਂ ਦੀਆਂ ਭਾਵਨਾਵਾਂ ਹੀ ਮਿਟ ਜਾਣਗੀਆਂ। ਸਭ ਤੇ ਊਚ ਇਹੋ ਉਪਕਾਰ। ਹੇ ਗਰੀਬ ਨਿਵਾਜ ਸਾਹਿਬ ਜੀ, ਵਿਕਾਰੀ ਬੰਦੇ ਦੀ, ਸਾਕਤ ਬੰਦੇ ਦੀ ਤਾਂ ਸੰਗਤ ਕੋਈ ਵੀ ਨਹੀਂ ਕਰਨੀ ਚਾਹੁੰਦਾ ਹੈ। ਮੈਲੇ ਹਿਰਦੇ ਵਾਲੇ ਦੀ, ਪਵਿੱਤਰ ਹਿਰਦੇ ਵਾਲਾ ਸੰਗਤ ਕਿਵੇਂ ਕਰੇਗਾ? ਜੋੜ ਨਹੀਂ ਬਣ ਆਵੇਗਾ ਨਾ। ਗਰੀਬ ਨਿਵਾਜ ਸਾਧੂ ਜਨ ਮੈਲੇ ਹਿਰਦੇ ਵਾਲਿਆਂ ਨੂੰ, ਪਾਪੀ ਜੀਵਾਂ ਨੂੰ ਆਪਣੀ ਸੰਗਤ 'ਚ ਕਿਉਂ ਬੈਠਣ ਦੇਣਗੇ? ਕਿਉਂ ਆਪਣੇ ਨੇੜੇ ਲੱਗਣ ਦੇਣਗੇ? ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਪਿਆਰਿਓ, ਉਹਨਾਂ ਸਾਧੂ ਮਹਾਤਮਾ ਨੂੰ ਇਸ ਗੱਲ ਦਾ ਗਿਆਨ ਹੈ, ਸਭ ਤੇ ਊਚ ਇਹੋ ਉਪਕਾਰ। ਸਾਰਿਆਂ ਉਪਕਾਰਾਂ ਦੇ ਵਿੱਚੋਂ ਉੱਚਾ ਤੇ ਵੱਡਾ ਪਰ ਉਪਕਾਰ ਇਹੋ ਹੈ ਜਿਹੜਾ ਕਿਸੇ ਟੁੱਟੇ ਹੋਏ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜ ਦੇਣਾ ਹੈ। ਬਾਬਾ ਆਨੰਦ ਸਿੰਘ ਸਾਹਿਬ ਜੀ, ਨਾਨਕਸਰ ਕਲੇਰਾਂ ਵਾਲੇ, ਤਿੰਨਾਂ ਦਾ ਵੀ ਇਹ ਬਚਨ ਹੈ, ਦੁਨੀਆ ਦੇ ਵਿੱਚ ਪਾਪ ਕਰਮ ਤੇ ਭਾਵੇਂ ਬਹੁਤ ਨੇ, ਪਰ ਸਾਰਿਆਂ ਦੇ ਨਾਲੋਂ ਵੱਡਾ ਭਾਰੀ ਬੱਜਰ ਪਾਪ ਹੈ ਕਿਸੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੂੰ ਤੋੜ ਦੇਣਾ। ਇਸ ਤੋਂ ਵੱਡਾ ਪਾਪ ਨਹੀਂ ਹੋ ਸਕਦਾ। ਸਭ ਤੋਂ ਵੱਡਾ ਪਾਪ ਹੈ ਜੁੜੇ ਨੂੰ ਤੋੜ ਦੇਣਾ। ਤੇ ਪੁੱਛਣਾ ਕੀਤਾ, ਜੀ ਫਿਰ ਚੰਗਾ ਕੰਮ ਕਿਹੜਾ ਹੈ? ਤੇ ਮਹਾਂਪੁਰਖਾਂ ਨੇ ਬਚਨ ਕਰਨਾ ਕੀਤਾ, ਪਿਆਰਿਓ, ਕਿਸੇ ਜ਼ਰੂਰਤਮੰਦ ਨੂੰ, ਕਿਸੇ ਭੁੱਖੇ ਨੂੰ ਭੋਜਨ ਛਕਾ ਦੇਣਾ ਚੰਗਾ ਕੰਮ ਹੈ, ਪਰ ਵੱਡਾ ਨਹੀਂ। ਕਿਸੇ ਲੋੜਵੰਦ ਨੂੰ ਵਸਤਰਾਂ ਦਾ ਦਾਨ ਦੇ ਦੇਣਾ, ਨੰਗੇ ਦਾ ਤਨ ਢੱਕ ਦੇਣਾ ਚੰਗਾ ਕੰਮ ਹੈ, ਪਰ ਵੱਡਾ ਨਹੀਂ। ਕਿਸੇ ਬੇਆਸਰੇ ਦਾ ਆਸਰਾ ਬਣ ਜਾਣਾ ਚੰਗਾ ਕੰਮ ਹੈ, ਵੱਡਾ ਨਹੀਂ। ਕਿਸੇ ਦੇ ਬੱਚੇ ਦੀਆਂ ਫੀਸਾਂ ਭਰ ਦੇਣੀਆਂ, ਕਿਸੇ ਦੇ ਬੱਚੇ ਨੂੰ ਪੜ੍ਹਾ ਦੇਣਾ ਚੰਗਾ ਕੰਮ ਹੈ, ਪਰ ਇਹ ਵੀ ਵੱਡਾ ਨਹੀਂ। ਇੱਥੋਂ ਤੱਕ ਕਿ ਜੇ ਕੋਈ ਬੇਘਰ ਆਏ ਨਾ, ਉਸ ਨੂੰ ਘਰ ਬਣਾ ਕਰਕੇ ਤੇ ਮੁਫਤ ਦੇ ਵਿੱਚ ਦਾਨ ਦੇ ਵਿੱਚ ਦੇ ਦੇਣਾ, ਇਹ ਵੀ ਚੰਗਾ ਕੰਮ ਹੈ, ਪਰ ਵੱਡਾ ਨਹੀਂ। ਤੇ ਫਿਰ ਸਿੰਘਾਂ ਨੇ ਬੇਨਤੀ ਕੀਤੀ, ਮਹਾਂਪੁਰਖੋ, ਵੱਡਾ ਕਾਰਜ ਕੀ ਹੈ, ਵੱਡਾ ਕੰਮ ਕੀ ਹੈ? ਤੇ ਬਾਬਾ ਆਨੰਦ ਸਿੰਘ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਸਿੰਘੋ, ਸਭ ਤੋਂ ਵੱਡਾ ਕੰਮ, ਸਭ ਤੋਂ ਵੱਡਾ ਪਰ ਉਪਕਾਰ ਹੈ ਕਿਸੇ ਟੁੱਟੇ ਹੋਏ ਨੂੰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜ ਦੇਣਾ। ਟੁੱਟੇ ਨੂੰ ਜੋੜ ਦੇਣ ਤੋਂ ਵੱਡਾ ਪਰ ਉਪਕਾਰੀ ਕੋਈ ਨਹੀਂ। ਇਸ ਕਰਕੇ ਉਹ ਬੁਰਿਆਂ ਨੂੰ ਵੀ ਆਪਣੀ ਸੰਗਤ ਦੇ ਵਿੱਚ ਮੇਲ ਲੈਂਦੇ ਨੇ। ਉਹਨਾਂ ਮਹਾਤਮਾ ਨੂੰ ਇਸ ਗੱਲ ਦਾ ਗਿਆਨ ਹੈ, ਸਭ ਤੇ ਊਚ ਇਹੋ ਉਪਕਾਰ। ਦੁਨੀਆ ਦੇ ਅੰਦਰ ਜਿਤਨੇ ਵੀ ਉਪਕਾਰ ਕਹੇ ਜਾਂਦੇ ਨੇ, ਪਰ ਉਪਕਾਰ ਕਹੇ ਜਾਂਦੇ ਨੇ, ਉਹਨਾਂ ਸਾਰਿਆਂ ਪਰ ਉਪਕਾਰਾਂ ਦੇ ਵਿੱਚੋਂ ਵੱਡਾ ਪਰ ਉਪਕਾਰ ਹੈ ਭੁੱਲਿਆ ਹੋਇਆਂ ਨੂੰ, ਭਟਕਿਆ ਹੋਇਆਂ ਨੂੰ ਰਾਹੇ ਪਾਉਣਾ, ਗੁਰ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਜੋੜ ਦੇਣਾ, ਸੰਗਤ ਦਾ ਸਾਥ ਦੇ ਕਰਕੇ ਤਿੰਨਾਂ ਦੇ ਹਿਰਦੇ ਨੂੰ ਵੀ ਉਜਲ ਕਰ ਦੇਣਾ। ਇਸੇ ਹੀ ਪ੍ਰਕਾਰ ਪੰਕਤੀ ਫਿਰ ਪੜ੍ਹ ਦਿਓ ਜੀ। ਸਭ ਤੇ ਊਚ ਇਹੋ ਉਪਕਾਰ। ਹੇ ਭਲਿਓ, ਕਿਸੇ ਦਾ ਭਲਾ ਉਹ ਕਰ ਸਕਦਾ ਜਿਹੜਾ ਆਪ ਭਲਾ ਹੋਵੇ। ਜਿਹੜਾ ਆਪ ਬਿਮਾਰ ਹੈ, ਬੈੱਡ ਤੇ ਪਿਆ, ਮੰਜੇ ਤੇ ਪਿਆ, ਉਹ ਦੂਜੇ ਬਿਮਾਰ ਦੀ ਸੇਵਾ ਨਹੀਂ ਕਰ ਸਕਦਾ। ਜਿਹੜਾ ਤੰਦਰੁਸਤ ਹੋਵੇ ਨਾ, ਉਹ ਦੂਜੇ ਦੀ ਸੇਵਾ ਕਰ ਸਕਦਾ। ਜਿਹੜਾ ਆਪ ਰੋਗੀ ਹੈ, ਉਹ ਦੂਜੇ ਦਾ ਰੋਗ ਕਿਵੇਂ ਨਿਵਰਤ ਕਰੇਗਾ? ਜਿਹੜਾ ਆਪ ਗਰੀਬ ਹੈ, ਜੇਬ ਵਿੱਚ ਪੈਸਾ ਟਕਾ ਕੋਈ ਨਹੀਂ, ਜਿਹੜਾ ਆਪ ਢਿੱਡੋਂ ਭੁੱਖਾ ਹੈ, ਆਪ ਛਕਣ ਵਾਸਤੇ ਭੋਜਨ ਜਿਸ ਨੂੰ ਨਹੀਂ ਮਿਲ ਰਿਹਾ, ਦੂਜੇ ਦਾ ਢਿੱਡ ਕਿਵੇਂ ਭਰ ਦੇਵੇਗਾ? ਦੂਜੀ ਦਾ ਢਿੱਡ ਉਹੀਓ ਭਰ ਕੇ ਪਰ ਉਪਕਾਰ ਕਰੇਗਾ ਜਿਸ ਦਾ ਪਹਿਲਾਂ ਆਪਣਾ ਭਰਿਆ ਹੈ। ਆਪ ਨੂੰ ਪਦਾਰਥ ਪ੍ਰਾਪਤ ਨੇ। ਦੂਸਰੇ ਨੂੰ ਮਾਇਆ ਦਾ ਦਾਨ ਉਹ ਕਰ ਸਕਦਾ ਹੈ ਜਿਸ ਦੇ ਕੋਲ ਮਾਇਆ ਪ੍ਰਾਪਤ ਹੈ, ਪਰ ਜਿਸ ਦੀ ਆਪਣੀ ਜੇਬ ਖਾਲੀ ਹੈ, ਘਰ ਦੀ ਤਿਜੋਰੀ ਖਾਲੀ ਹੈ, ਪਰਸ ਖਾਲੀ ਹੈ, ਪੈਸਾ ਹੈ ਹੀ ਕੋਈ ਨਹੀਂ, ਕਿਸੇ ਨੂੰ ਪੈਸੇ ਦਾ ਦਾਨ ਕਿਵੇਂ ਕਰੇਗਾ? ਨਹੀਂ ਕਰ ਸਕਦਾ। ਜੇ ਪਰ ਉਪਕਾਰ ਕਰਨਾ ਹੈ, ਭਲਾ ਕਰਨਾ ਹੈ, ਜੇ ਕਿਸੇ ਰੋਗੀਆਂ ਦੀ ਸੇਵਾ ਕਰਨੀ, ਪਹਿਲਾਂ ਆਪ ਤੰਦਰੁਸਤ ਹੋਣਾ ਪਵੇਗਾ। ਕਿਸੇ ਨੂੰ ਮਾਇਆ ਦਾ ਦਾਨ ਦੇਣਾ ਤੇ ਪਹਿਲਾਂ ਮਾਇਆ ਦੀ ਕਮਾਈ ਆਪ ਕਰਨੀ ਪਵੇਗੀ। ਭੋਜਨ ਕਿਸੇ ਨੂੰ ਛਕਾਉਣਾ ਹੈ ਤੇ ਪਹਿਲਾਂ ਆਪਣੇ ਛਕਣ ਲਈ ਤੇ ਕਿਸੇ ਨੂੰ ਦੇਣ ਜੋਗਾ ਹੋਣਾ ਜ਼ਰੂਰੀ ਹੈ। ਗੁਰਸਿੱਖਾਂ ਦਾ ਜਿਹੜਾ ਜੀਵਨ ਪਰਉਪਕਾਰੀ ਹੁੰਦਾ ਹੈ, ਪਰ ਦੂਸਰਿਆਂ ਤੇ ਪਰਉਪਕਾਰ ਉਹ ਕਰ ਸਕਦਾ ਜਿਹੜਾ ਆਪਣੇ ਤੇ ਪਰਉਪਕਾਰ ਪਹਿਲਾਂ ਕਰੇ। ਮਹਾਰਾਜ ਆਪਣੇ ਤੇ ਪਰਉਪਕਾਰ ਕਰਨਾ ਕੀ ਹੈ? ਤੇ ਗਰੀਬ ਨਿਵਾਜ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਸਾਧ ਸੰਗ ਮਿਟ ਜਾਤ ਬੇਕਾਰ। ਪਹਿਲਾਂ ਆਪ ਜਾ ਕਰਕੇ ਸਾਧ ਸੰਗਤ ਕਰੇ,
ਜਿਹੜੀ ਸਾਧ ਸੰਗਤ ਕਰਕੇ ਆਪਣੇ ਵਿਕਾਰਾਂ ਨੂੰ ਮਿਟ ਜਾਤ ਮਿਟਾ ਲੈਣਾ ਹੈ ਨਾ, ਸਭ ਤੇ ਊਚ ਇਹੋ ਉਪਕਾਰ। ਸਾਰਿਆਂ ਤੋਂ ਉੱਚਾ ਵੱਡਾ ਭਾਰੀ ਪਰ ਉਪਕਾਰ ਪਹਿਲਾਂ ਆਪਣੇ ਤੇ ਇਹ ਹੈ ਕਿ ਆਪਣੇ ਵਿਕਾਰਾਂ ਨੂੰ ਜਿਹੜਾ ਜੀਵ ਹੈ ਉਹ ਹਿਰਦੇ ਦੇ ਵਿੱਚੋਂ ਸਤ ਸੰਗਤ ਕਰਕੇ, ਸਾਧ ਸੰਗਤ ਕਰਕੇ ਮੇਟ ਲੈਣਾ ਕਰੇ। ਇਹ ਵੱਡਾ ਭਾਰੀ ਪਰ ਉਪਕਾਰ ਆਪਣੇ ਉੱਪਰ ਹੈ। ਤਾਂ ਜਦੋਂ ਇਸ ਪ੍ਰਕਾਰ ਆਪਣਾ ਜੀਵਨ ਵਿਕਾਰਾਂ ਤੋਂ ਰਹਿਤ ਹੋ ਜਾਵੇ, ਫਿਰ ਦੂਸਰਿਆਂ ਦਾ ਨਾਮ ਜਪਾ ਕਰਕੇ ਉਧਾਰ ਕਰਨਾ, ਦੂਸਰਿਆਂ ਨੂੰ ਵੀ ਸੰਗਤ ਬਖਸ਼ ਕਰਕੇ ਤਿਨਾਂ ਦਾ ਭਲਾ ਕਰਨਾ, ਦੂਸਰਿਆਂ ਨੂੰ ਵੀ ਨਾਮ ਦੇ ਨਾਲ ਜੋੜਨਾ, ਸਾਰਿਆਂ ਤੋਂ ਵੱਡਾ ਪਰ ਉਪਕਾਰ ਗੁਰਸਿੱਖੂ ਇਹੀਓ ਹੀ ਹੈ। ਪ੍ਰੇਮ ਭਗਤ ਰਾਤੇ ਗੋਪਾਲ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਹੜੇ ਸਾਧੂ ਜਨ ਆਪ ਨਿਰਵਿਕਾਰ ਜੀਵਨ ਨੇ ਤੇ ਆਪਣੀ ਸੰਗਤ ਵਿੱਚ ਵਿਕਾਰੀਆਂ ਦੇ ਆ ਜਾਣ ਤੇ ਵੀ ਤਿੰਨਾਂ ਦਾ ਪ੍ਰਭਾਵ ਕਬੂਲ ਨਹੀਂ ਕਰਦੇ, ਬਲਕਿ ਆਪਣਾ ਪ੍ਰਭਾਵ ਉਹਨਾਂ ਤੇ, ਨਾਮ ਦਾ ਪ੍ਰਭਾਵ ਉਹਨਾਂ ਤੇ ਪਾ ਕਰਕੇ ਉਹਨਾਂ ਦਾ ਵੀ ਪਰ ਉਪਕਾਰੀ ਜੀਵਨ ਬਣਾ ਦਿੰਦੇ ਨੇ, ਨਿਰਵਿਕਾਰ ਜੀਵਨ ਬਣਾ ਦਿੰਦੇ ਨੇ। ਉਹਨਾਂ ਨੂੰ ਤੇ ਬੜੀ ਮੁਸ਼ੱਕਤ ਕਰਨੀ ਪੈਂਦੀ ਹੋਵੇਗੀ। ਵੱਡੀ ਭਾਰੀ ਮੁਸ਼ੱਕਤ ਤੋਂ ਬਿਨਾ, ਮਿਹਨਤ ਤੋਂ ਬਿਨਾ ਐਸਾ ਵੱਡਾ ਭਾਰੀ ਕਾਰਜ ਤੇ ਨਹੀਂ ਨਾ ਸਿੱਧ ਹੋ ਸਕਦਾ। ਮਨ ਨੂੰ ਨਿਰਮਲ ਕਰਨਾ ਕੋਈ ਛੋਟੀ ਗੱਲ ਥੋੜਾ ਹੈ। ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲੈਣੀ ਕੋਈ ਛੋਟੀ ਗੱਲ ਥੋੜਾ ਹੈ। ਇਸ ਕਰਕੇ ਮਹਾਰਾਜ ਉਹਨਾਂ ਨੂੰ ਤਾਂ ਬੜੀ ਮੁਸ਼ੱਕਤ ਕਰਨੀ ਪਈ ਹੋਵੇਗੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ, ਗੁਰੂ ਘਰ ਦੇ ਵਿੱਚ ਪਿਆਰ ਪਛਾਣਿਆ ਜਾਂਦਾ ਹੈ। ਜਿਹੜੇ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪਿਆਰ ਕਰਦੇ ਨੇ ਨਾ, ਉਹਨਾਂ ਨੂੰ ਆਪੇ ਮੇਲ ਲਏ ਜੋ ਪ੍ਰਭੂ ਪਰਮਾਤਮਾ ਜੀ ਨੇ, ਉਹ ਆਪਣੇ ਸੰਗਤ ਦੁਆਰਾ ਫਿਰ ਆਪਣੇ ਸਰੂਪ ਦੇ ਨਾਲ ਆਪ ਹੀ ਮੇਲ ਲੈਣਾ ਕਰਦੇ ਨੇ। ਪ੍ਰਭੂ ਪਰਮਾਤਮਾ ਜੀ ਭਾਵਨਾ ਦੇਖਦੇ ਨੇ। ਜਿਹੜੇ ਪ੍ਰੇਮਾ ਭਗਤੀ ਦੇ ਵਿੱਚ ਰੱਤੇ ਹੋਏ ਨੇ, ਰੰਗੇ ਹੋਏ ਨੇ, ਪਰਮਾਤਮਾ ਜੀ ਉਹਨਾਂ ਨੂੰ, ਜਿਹੜੇ ਪ੍ਰੇਮਾ ਭਗਤੀ ਨੂੰ ਰਾਤ ਦਿਨ ਕਰਦੇ ਨੇ, ਕਦੇ ਵਿਸਾਰਦੇ ਨਹੀਂ। ਐਸਿਆਂ ਨੂੰ ਆਪਣੇ ਸਰੂਪ ਰੂਪ ਦੇ ਨਾਲ ਆਪ ਭੇਦਤਾ ਬਖਸ਼ ਦਿੰਦੇ ਨੇ, ਕਿਰਪਾਲਤਾ ਕਰਕੇ। ਉਹ ਵਾਹਿਗੁਰੂ ਜੀ ਦਾ ਗੋਪਾਲ ਦਾ ਨਾਮ ਜਪਦੇ ਨੇ ਤੇ ਗੋਪਾਲ ਸ੍ਰਿਸ਼ਟੀ ਪ੍ਰਤ ਪਾਲਕ ਪਰਮਾਤਮਾ ਜੀ ਦੇਖਦੇ ਨੇ। ਇਹਨਾਂ ਦਾ ਹਿਰਦਾ ਪ੍ਰੇਮ ਰੰਗ ਦੇ ਨਾਲ ਰਤਿਆ ਗਿਆ ਹੈ। ਜਦੋਂ ਰਤਿਆ ਹੋਇਆ ਹਿਰਦਾ ਪ੍ਰੇਮ ਭਗਤ, ਪ੍ਰੇਮਾ ਭਗਤੀ ਵਿੱਚ ਤੱਕਦੇ ਨੇ, ਫਿਰ ਸਰੂਪ ਰੂਪ ਦੇ ਨਾਲ ਮਿਲ ਲੈਂਦੇ ਨੇ। ਸਾਧ ਸੰਗਤ ਜੀ, ਇੱਕ ਵਾਰ ਨਾਰਦ ਮੁਨੀ ਜੀ ਨਾਰਾਇਣ ਨਾਰਾਇਣ ਦਾ ਜਾਪ ਕਰਦੇ ਆ, ਜੰਗਲ ਦੇ ਰਸਤੇ ਹੋ ਕਰਕੇ ਤੇ ਬੈਕੁੰਠ ਧਾਮ ਨੂੰ ਜਾ ਰਹੇ ਨੇ। ਜੰਗਲ ਦੇ ਵਿੱਚ ਇੱਕ ਬਹੁਤ ਵੱਡਾ ਬੋਹੜ ਦਾ ਦਰਖਤ ਹੈ ਤੇ ਉਸ ਦੇ ਥੱਲੇ ਸਾਧੂ ਮਹਾਤਮਾ ਬੈਠੇ ਨੇ, ਪਰਮਾਤਮਾ ਜੀ ਦੀ ਬੰਦਗੀ ਕਰ ਰਹੇ ਨੇ। ਇਹ ਇਤਿਹਾਸ ਦੇ ਵਿੱਚ ਬਾਰ-ਬਾਰ ਜ਼ਿਕਰ ਆਉਂਦਾ ਕਿ ਜਿਹੜੇ ਸਾਧੂ ਮਹਾਤਮਾ ਨੇ ਬੋਹੜਾਂ ਦੇ ਥੱਲੇ ਤੇ ਪਿੱਪਲਾਂ ਦੇ ਥੱਲੇ ਬੈਠ ਕੇ ਬੰਦਗੀ ਕਰਿਆ ਕਰਦੇ ਸਨ। ਉਸ ਦਾ ਕਾਰਨ ਇਹ ਹੈ ਕਿ ਜਿਹੜੇ ਸਾਧਾਰਨ ਦਰਖਤ ਨੇ ਦਿਨ ਵੇਲੇ ਤੇ ਆਕਸੀਜਨ ਛੱਡਦੇ ਨੇ, ਪਰ ਰਾਤ ਦੇ ਸਮੇਂ ਕਾਰਬਨ ਡਾਈਆਕਸਾਈਡ ਛੱਡਦੇ ਨੇ, ਜੋ ਮਨੁੱਖ ਨੂੰ ਬਿਮਾਰ ਕਰ ਦਿੰਦੀ ਏ। ਪਰ ਜਿਹੜੇ ਪਿੱਪਲ ਤੇ ਬੋਹੜ ਨੇ, ਇਹ 24 ਘੰਟੇ ਆਕਸੀਜਨ ਹੀ ਛੱਡਦੇ ਨੇ, ਰਾਤ ਵੀ ਆਕਸੀਜਨ ਤੇ ਦਿਨੇ ਵੀ ਆਕਸੀਜਨ। ਇਸ ਕਰਕੇ ਸਾਧੂ ਮਹਾਤਮਾ ਇਹਨਾਂ ਦੇ ਥੱਲੇ ਬੈਠ ਕਰਕੇ ਬੰਦਗੀ ਕਰਿਆ ਕਰਦੇ ਕਿ ਸ਼ੁੱਧਤਾ ਮਿਲਦੀ ਰਵੇ, ਆਕਸੀਜਨ ਮਿਲਦੀ ਰਵੇ, ਇਸ ਤਰੀਕੇ ਦੇ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕੇ। ਤੇ ਲੋਕਾਂ ਨੇ ਭੁੱਲਣਾ ਨੇ, ਅਣਜਾਣਾ ਨੇ, ਨਹੀਂ ਜੀ ਇਹ ਬ੍ਰਾਹਮਣ ਨੇ, ਇਹ ਸਾਧੂਆਂ ਵੱਲੋਂ ਪ੍ਰਵਾਨ ਨੇ, ਉਹਨਾਂ ਨੂੰ ਭਗਵਾਨ ਕਰਕੇ ਪੂਜਣਾ ਸ਼ੁਰੂ ਕਰ ਦਿੱਤਾ। ਇਹ ਕਰਤੇ ਦੀ ਕਿਰਤ ਨੇ, ਕਰਤਾ ਨਹੀਂ, ਭਗਵਾਨ ਨਹੀਂ। ਰਹੋ ਵਿਚਾਰ, ਬੋਹੜ ਦੇ ਥੱਲੇ ਬੈਠੇ ਬੇਅੰਤ ਮਹਾਤਮਾ ਤਪ ਕਰ ਰਹੇ ਨੇ ਤੇ ਨਾਰਦ ਮੁਨੀ ਜੀ ਜਿਸ ਵੇਲੇ ਨਾਰਾਇਣ ਨਾਰਾਇਣ ਦਾ ਜਾਪ ਕਰਦਿਆਂ ਕੋਲੋਂ ਲੰਘਣ ਲੱਗੇ ਨਾ, ਤੇ ਸਤਿਕਾਰ ਕਰਕੇ ਮਹਾਤਮਾ ਜੀ ਦੇ ਕੋਲ ਆਏ ਨੇ। ਮਹਾਤਮਾ ਜੀ ਨੇ ਨਾਰਦ ਮੁਨੀ ਜੀ ਨੂੰ ਭਗਤ ਜਾਣ ਕੇ, ਨਾਰਦ ਮੁਨੀ ਜੀ ਨੇ ਮਹਾਤਮਾ ਜਾਣ ਕਰਕੇ ਪਰਸਪਰ ਨਮਸਕਾਰ ਕੀਤੀ ਏ, ਅਦਬ ਦੇ ਨਾਲ ਸੀਸ ਝੁਕਾਇਆ ਏ। ਜਿਵੇਂ ਅੱਜ ਕੱਲ ਗੁਰਸਿੱਖ ਮਿਲਦੇ ਨੇ ਤੇ ਸਤਿਗੁਰੂ ਜੀ ਦਾ ਬਚਨ ਹੈ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਜਦੋਂ ਗੁਰਸਿੱਖ ਆਪਸ ਦੇ ਵਿੱਚ ਫਤਿਹ ਦੀ ਸਾਂਝ ਕਰਦੇ ਨੇ ਨਾ, ਤੇ ਪਹਿਲਾ ਸਿੱਖ ਵੀ ਸੀਸ ਝੁਕਾ ਕਰਕੇ ਫਤਿਹ ਬੁਲਾਉਂਦਾ ਤੇ ਸਾਹਮਣੇ ਵਾਲਾ ਦੂਸਰਾ ਸਿੰਘ ਵੀ ਸੀਸ ਝੁਕਾ ਕਰਕੇ ਫਤਿਹ ਬੁਲਾਉਂਦਾ। ਜਦੋਂ ਵਾਹਿਗੁਰੂ ਜੀ ਦਾ ਨਾਮ ਲੈ ਕਰਕੇ ਬੁਲਾਇਆ ਜਾਂਦਾ, ਇਹ ਵਾਹਿਗੁਰੂ ਜੀ ਦੇ ਨਾਮ ਦਾ ਸਤਿਕਾਰ ਹੈ, ਇਹ ਫਤਿਹ ਦਾ ਸਤਿਕਾਰ ਹੈ ਕਿ ਵਾਹਿਗੁਰੂ ਜੀ ਦਾ ਨਾਮ ਲਿਆ ਗਿਆ ਜਿਸ ਫਤਿਹ ਵਿੱਚ, ਉਸ ਵਾਹਿਗੁਰੂ ਜੀ ਦੇ ਅੱਗੇ ਸੀਸ ਝੁਕ ਗਿਆ। ਇਸ ਪ੍ਰਕਾਰ ਜਦੋਂ ਸਾਧੂ ਮਹਾਤਮਾ ਪਿਆਰ ਵਾਲੇ ਇੱਕ ਦੂਸਰੇ ਨੂੰ ਮਿਲਿਆ ਕਰਦੇ ਨੇ ਤੇ ਅਦਬ ਹੁੰਦਾ ਕਿ ਇਹ ਉਹ ਸਰੀਰ ਆ ਜਿਹੜਾ ਹਰ ਵੇਲੇ ਨਾਮ ਜਪਦਾ ਹੈ। ਨਾਮ ਦੇ ਸਤਿਕਾਰ ਕਰਕੇ ਪਰਸਪਰ ਸੀਸ ਝੁਕਾਉਣੇ, ਇਹ ਗੁਰਮਤਿ ਦਾ ਅੰਗ ਹੈ। ਆਪਸ ਦੇ ਵਿੱਚ ਪਰਸਪਰ ਨਮਸਕਾਰ ਕੀਤੀ ਏ ਤੇ ਇੱਕ ਸਾਧੂ ਨੇ ਫਿਰ ਬੇਨਤੀ ਕੀਤੀ ਏ, ਨਾਰਦ ਮੁਨੀ ਜੀ ਕਿੱਥੇ ਜਾ ਰਹੇ ਹੋ? ਕਹਿਣ ਲੱਗੀ ਜੀ ਬੈਕੁੰਠ ਧਾਮ ਦੇ ਅੰਦਰ
ਭਗਵਾਨ ਵਿਸ਼ਨੂੰ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਹਾਂ। ਤੇ ਉਸ ਮਹਾਤਮਾ ਨੇ ਕਹਿਣਾ ਕੀਤਾ, ਫਿਰ ਕਿਰਪਾ ਕਰਕੇ ਸਾਡੀ ਬੇਨਤੀ ਵੀ ਭਗਵਾਨ ਜੀ ਨੂੰ ਕਰਿਓ। ਜੀ ਕੀ ਬੇਨਤੀ ਹੈ ਤੁਹਾਡੀ? ਬੇਨਤੀ ਇਹ ਹੈ ਕਿ ਭਗਵਾਨ ਜੀ ਨੂੰ ਪੁੱਛਿਓ ਸਾਨੂੰ ਤੁਹਾਡੀ ਕਦੋਂ ਕੁ ਪ੍ਰਾਪਤੀ ਹੋ ਜਾਵੇਗੀ, ਕਿਤਨੇ ਕੁ ਜਨਮ ਲੱਗ ਜਾਣਗੇ ਸਾਨੂੰ ਤੁਹਾਡੇ ਤੱਕ ਪਹੁੰਚਣ ਵਾਸਤੇ, ਕਿੰਨੇ ਕੁ ਜਨਮ ਧਾਰ ਕੇ ਬੰਦਗੀ ਕਰੀਏ ਜੋ ਤੁਹਾਡੀ ਪ੍ਰਾਪਤੀ ਵਾਲੇ ਹੋ ਜਾਈਏ। ਨਾਰਦ ਮੁਨੀ ਜੀ ਮਹਾਤਮਾ ਦੇ ਪਾਸੋਂ ਜਦੋਂ ਬੈਕੁੰਠ ਧਾਮ ਵਿੱਚ ਗਏ ਨੇ ਨਾ, ਤੇ ਭਗਵਾਨ ਜੀ ਨੂੰ ਵਿਸ਼ਨੂੰ ਜੀ ਨੂੰ ਨਮਸਕਾਰ ਕੀਤੀਏ, ਆਪਸ ਦੇ ਵਿੱਚ ਸੁੱਖ ਸਾਂਦ ਪੁੱਛੀਏ। ਤੇ ਫਿਰ ਮਹਾਤਮਾ ਦੀ ਬੇਨਤੀ ਜਿਹੜੀ ਸੀ ਨਾਰਦ ਮੁਨੀ ਜੀ ਨੇ ਵਿਸ਼ਨੂੰ ਭਗਵਾਨ ਜੀ ਦੇ ਅੱਗੇ ਪ੍ਰਗਟ ਕੀਤੀ ਹੈ। ਭਗਵਾਨ ਜੀ, ਫਲਾਣੇ ਜੰਗਲ ਦੇ ਵਿੱਚ ਫਲਾਣੇ ਤਪ ਕਰਦੇ ਸਾਧੂ ਨੇ ਪੁੱਛਿਆ ਕਿ ਤੁਹਾਡੀ ਪ੍ਰਾਪਤੀ ਕਰਨ ਵਾਸਤੇ ਅਜੇ ਕਿਤਨੇ ਕੁ ਜਨਮ ਬੰਦਗੀ ਕਰਨੀ ਪਵੇਗੀ। ਤੇ ਭਗਵਾਨ ਜੀ ਨੇ ਅੱਗੋਂ ਕਹਿਣਾ ਕੀਤਾ, ਇਹ ਨਾਰਦ ਮੁਨੀ, ਉਸ ਨੂੰ ਜਾ ਕਰਕੇ ਕਹਿ ਦੇਵੀਂ ਜਿਸ ਬੋੜ ਦੇ ਥੱਲੇ ਬੈਠ ਕਰਕੇ ਤਪ ਕਰ ਰਿਹਾ ਹੈ ਨਾ, ਇਸ ਬੋੜ ਨੂੰ ਜਿੰਨੇ ਪੱਤੇ ਲੱਗੇ ਹੋਏ ਨੇ ਇੰਨੇ ਜਨਮ ਧਾਰਨ ਕਰਕੇ ਬੰਦਗੀ ਕਰ, ਫਿਰ ਤੂੰ ਸਾਨੂੰ ਪ੍ਰਾਪਤ ਕਰ ਲਵੇਂਗਾ। ਹੁਣ ਵੱਡਾ ਭਾਰੀ ਦਰਖਤ ਹੈ, ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਪੱਤੇ ਲੱਗੇ ਹੋਣਗੇ। ਪਰ ਜਦੋਂ ਨਾਰਦ ਮੁਨੀ ਜੀ ਨੇ ਆ ਕਰਕੇ ਕਹਿਣਾ ਕੀਤਾ, ਹੈ ਮਹਾਤਮਾ ਜੀ, ਭਗਵਾਨ ਜੀ ਨੇ ਆਖਿਆ ਜਿੰਨੇ ਪੱਤੇ ਬੋੜ ਦੇ ਦਰਖਤ ਨੂੰ ਲੱਗੇ ਨੇ ਇੰਨੇ ਜਨਮ ਧਾਰਨ ਕਰਕੇ ਬੰਦਗੀ ਕਰ, ਤੈਨੂੰ ਮੈਂ ਆ ਮਿਲਾਂਗਾ, ਮੇਰੀ ਪ੍ਰਾਪਤੀ ਵਾਲਾ ਹੋ ਜਾਵੇਗਾ। ਜਦੋਂ ਇਹ ਬਚਨ ਭਗਵਾਨ ਜੀ ਦਾ ਨਾਰਦ ਜੀ ਦੀ ਰਸਨਾ ਤੋਂ ਸੁਣਿਆ ਤੇ ਉਸ ਮਹਾਤਮਾ ਕੋ ਰਿਹਾ ਨਹੀਂ ਗਿਆ। ਖੁਸ਼ੀ ਇੰਨੀ ਜ਼ਿਆਦਾ ਹਿਰਦੇ ਦੇ ਅੰਦਰ ਆਈ ਹੈ, ਚਿਹਰਾ ਖਿੜ ਗਿਆ ਹੈ, ਮੁਖ ਤੇ ਹਾਸਾ ਆ ਗਿਆ ਹੈ, ਹਰ ਜਨ ਗੁਣ ਗਾਵਤ ਹੱਸਿਆ। ਹਿਰਦਾ ਖਿੜ ਗਿਆ ਹੈ, ਉੱਠ ਗਿਆ ਤੇ ਖੁਸ਼ੀ ਦੇ ਨਾਲ ਨੱਚਣ ਲੱਗ ਗਿਆ। ਖੁਸ਼ੀ ਸਾਂਭੀ ਨਹੀਂ ਜਾਂਦੀ, ਇੰਨਾ ਤਨ ਪ੍ਰਫੁੱਲਤ ਹੋਇਆ ਕਿ ਖੁਸ਼ੀ ਵਿੱਚ ਨੱਚਣ ਹੀ ਲੱਗ ਗਿਆ। ਤੇ ਨਾਰਦ ਮੁਨੀ ਜੀ ਪੁੱਛਦੇ, ਕਹਿਣ ਲੱਗੇ, ਮਹਾਤਮਾ ਜੀ ਪੱਤੇ ਥੋੜੇ ਜੇ ਥੋੜੇ ਨੇ, ਕੋਈ 5 7 10 20 ਪੱਤੇ ਥੋੜੇ ਲੱਗੇ ਨੇ, ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਪੱਤੇ ਲੱਗੇ ਨੇ। ਇੰਨੇ ਹਜ਼ਾਰਾਂ ਜਨਮ ਧਾਰ ਕੇ ਬੰਦਗੀ ਕਰੋਗੇ ਤਾਂ ਭਗਵਾਨ ਜੀ ਮਿਲਣੇ ਨੇ, ਤੁਸੀਂ ਤਾਂ ਹੁਣੇ ਨੱਚਣ ਲੱਗ ਗਏ। ਖੁਸ਼ੀ ਕਾਹਦੀ ਚੜ ਗਈ ਤੁਹਾਨੂੰ? ਤੇ ਉਸ ਮਹਾਤਮਾ ਨੇ ਕਹਿਣਾ ਕੀਤਾ, ਮੈਂ ਤਾਂ ਖੁਸ਼ੀ ਵਿੱਚ ਨੱਚ ਉੱਠਿਆ, ਸਾਨੂੰ ਭਗਵਾਨ ਜੀ ਦੀ ਪ੍ਰਾਪਤੀ ਦਾ ਜਿਹੜਾ ਸਮਾਂ ਕਿਸੇ ਗਿਣਤੀ ਮਿਣਤੀ ਵਿੱਚ ਤੇ ਆ ਗਿਆ ਨਾ, ਗਿਣਤੀ ਤਾਂ ਹੋ ਗਈ ਨਾ ਕਿ ਇੰਨੇ ਕੁ ਜਨਮ ਲੈ ਕੇ ਬੰਦਗੀ ਕਰਾਂਗੇ ਤੇ ਮਿਲ ਜਾਵਾਂਗੇ। ਤੇ ਜਿਹੜੀ ਚੀਜ਼ ਗਿਣਤੀ ਮਿਣਤੀ ਵਿੱਚ ਹੋਵੇ ਨਾ, ਉਹ ਇੱਕ ਦਿਨ ਮੁੱਕ ਜਾਇਆ ਕਰਦੀ ਏ। ਇੰਨੇ ਜਨਮ ਵੀ ਧਾਰਨ ਕਰ ਹੀ ਲਵਾਂਗੇ, ਇੱਕ ਇੱਕ ਕਰਕੇ ਇੰਨੇ ਜਨਮ ਮੁੱਕ ਹੀ ਜਾਣਗੇ। ਇੰਨਾ ਹਿਰਦੇ ਵਿੱਚ ਪਿਆਰ ਆਇਆ, ਉਤਸ਼ਾਹ ਆਇਆ, ਇਸ ਦਾ ਪ੍ਰੇਮ ਪਛਾਣ ਕਰਕੇ ਭਗਵਾਨ ਜੀ ਪ੍ਰਗਟ ਹੋ ਗਏ। ਪ੍ਰਗਟ ਹੋ ਕਰਕੇ ਜਦੋਂ ਦਰਸ਼ਨ ਦਿੱਤੇ ਤੇ ਨਾਰਦ ਜੀ ਕੋਲ ਹੀ ਖੜੇ ਨੇ। ਕਹਿੰਦੇ, ਭਗਵਾਨ ਜੀ ਤੁਸਾਂ ਮੇਰੇ ਨਾਲ ਚੰਗੀ ਕੀਤੀ, ਮੇਰੇ ਕੋਲੋਂ ਝੂਠ ਹੀ ਬੁਲਵਾ ਛੱਡਿਆ ਤੁਸੀਂ। ਕਹਿੰਦੇ, ਭਾਈ ਕਿਹੜਾ ਝੂਠ ਬੋਲ ਦਿੱਤਾ ਸਾਡੇ ਕਹਿਣ ਤੇ? ਨਾਰਦ ਜੀ ਕਹਿੰਦੇ ਨੇ, ਭਗਵਾਨ ਜੀ ਮੈਨੂੰ ਤੁਸਾਂ ਨੇ ਇਹ ਗੱਲ ਕਹੀ ਸੀ ਕਿ ਜਿੰਨੇ ਬੋੜ ਦੇ ਦਰਖਤ ਨੂੰ ਪੱਤੇ ਲੱਗੇ ਨੇ ਇੰਨੇ ਜਨਮ ਬੰਦਗੀ ਕਰੇ ਤਾਂ ਆ ਕੇ ਮਿਲੋਗੇ। ਪਰ ਮਹਾਰਾਜ ਤੁਸੀਂ ਤਾਂ ਪਲ ਭਰ ਦੇ ਵਿੱਚ ਹੀ ਪ੍ਰਗਟ ਹੋ ਕੇ, ਉਹ ਸੁਣ ਕੇ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ ਤੇ ਤੁਸੀਂ ਉਸੇ ਵੇਲੇ ਦਰਸ਼ਨ ਦੇ ਦਿੱਤੇ। ਤੇ ਇਸ ਵੇਲੇ ਭਗਵਾਨ ਜੀ ਨੇ ਕਹਿਣਾ ਕੀਤਾ, ਹੈ ਨਾਰਦ, ਜਿੰਨੇ ਦਰਖਤ ਤੇ ਪੱਤੇ ਲੱਗੇ ਨੇ ਇੰਨੇ ਜਨਮ ਬੰਦਗੀ ਕਰਕੇ ਮਨ ਵਿੱਚ ਜਿੰਨਾ ਪਿਆਰ ਪੈਦਾ ਹੋਣਾ ਸੀ ਨਾ, ਓਨਾ ਪਿਆਰ ਪਲ ਭਰ ਵਿੱਚ ਹੀ ਪੈਦਾ ਹੋ ਗਿਆ। ਮੈਂ ਕੀ ਲੈਣਾ ਜਨਮਾਂ ਤੋਂ, ਅਸੀਂ ਤਾਂ ਪਿਆਰ ਦੇਖਦੇ ਆ, ਹਿਰਦੇ ਵਿੱਚ ਪਿਆਰ ਕਿਹਦਾ ਹੈ? ਜਿਸ ਦੇ ਹਿਰਦੇ ਦੇ ਵਿੱਚ ਪਿਆਰ ਹੋਵੇ ਉਸ ਨੂੰ ਭਗਵਾਨ ਜੀ ਸੁਭਾਵਕ ਹੀ ਮਿਲ ਜਾਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ ਇਹ ਮੁਸ਼ੱਕਤਾਂ ਦੀ ਖੇਡ ਨਹੀਂ, ਭਾਵੇਂ ਨਿਤਨੇਮ ਕਰਨਾ, ਬਾਣੀ ਪੜ੍ਹਨੀ ਜੀਵ ਦਾ ਕਰਮ ਹੈ, ਮਰਿਆਦਾ ਏ। ਪਰ ਇਹ ਕਰਦਿਆਂ ਹੋਇਆ ਇਹ ਨਾ ਕਵੇ ਜੀ ਮੈਂ ਤੇ ਬੰਦਗੀ ਕਰਨਾ, ਮੈਨੂੰ ਤੇ ਰੱਬ ਮਿਲਣਾ ਹੀ ਮਿਲਣਾ। ਦਾਵਾ ਨਾ ਕਰੇ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ ਵੱਡ ਰਾਜ। ਇਹ ਦਾਅਵਿਆਂ ਨਾਲ ਨਹੀਂ, ਇਹ ਤਾਂ ਬੇਨਤੀਆਂ ਦੇ ਨਾਲ, ਅਰਦਾਸਾਂ ਦੇ ਨਾਲ, ਨਿਮਰਤਾ ਦੇ ਨਾਲ, ਧੀਰਜ ਦੇ ਸਹਿਤ ਹੋ ਕਰਕੇ ਆਪਣੇ ਨੂੰ ਸਦਾ ਨੀਵਾਂ ਕਰਕੇ ਰੱਖੇ। ਮੰਦਾ ਜਾਣੈ ਆਪ ਕਹੋ ਅਵਰ ਭਲਾ ਸੰਸਾਰ। ਤੇ ਕਦੇ ਇਸ ਪ੍ਰਕਾਰ ਜਣਾਵੇ ਨਾ, ਮਹਾਰਾਜ ਇੰਨੇ ਪਾਠ ਕਰ ਦਿੱਤੇ, ਹੁਣ ਫਲਾਨੀ ਚੀਜ਼ ਦੇ ਦਿਓ। ਦਾਵਾ ਨਹੀਂ ਕਰੀ ਜਾਵੇ, ਪਰ ਬੇਨਤੀਆਂ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਬੰਦਗੀ ਬਖਸ਼ੀ ਹੈ, ਆਪ ਜੀ ਨੇ ਕਿਰਪਾ ਕਰਕੇ ਨਿਤਨੇਮ ਕਰਵਾਇਆ ਹੈ, ਆਪ ਜੀ ਨੇ ਕਿਰਪਾ ਕਰਕੇ ਪਾਠ ਕਰਵਾਏ ਨੇ, ਸਦਾ ਕਿਰਪਾ ਦਾ ਸ਼ਾਕਰ ਹੋ ਕਰਕੇ ਰਵੇ। ਇਸ ਪ੍ਰਕਾਰ ਜਦੋਂ ਹਿਰਦਾ ਸਹਿਤ ਪ੍ਰੇਮ ਦੇ ਹੋ ਜਾਂਦਾ ਹੈ ਨਾ, ਪ੍ਰੇਮ ਭਗਤ ਰਾਤੇ ਗੋਪਾਲ, ਜਿਨ੍ਹਾਂ ਦੇ ਹਿਰਦੇ ਪ੍ਰੇਮਾ ਭਗਤੀ ਕਰਨ ਦੇ ਅੰਦਰ ਰਾਤੇ ਰੰਗੇ ਹੋਏ ਨੇ, ਗੋਪਾਲ ਜੀ ਪਰਮਾਤਮਾ ਜੀ, ਗੋ ਸ੍ਰਿਸ਼ਟੀ ਪਾਲ ਪ੍ਰਤਪਾਲਕ, ਸਾਰੀ ਸ੍ਰਿਸ਼ਟੀ ਦੇ ਪ੍ਰਤਪਾਲਣਾ ਕਰਨ ਵਾਲੇ ਗੋਪਾਲ ਜੀ ਪਰਮਾਤਮਾ ਜੀ ਸੁਭਾਵਕ ਹੀ ਸਹਿਜ ਹੀ ਆ ਕਰਕੇ ਤਿੰਨਾਂ ਨੂੰ ਪ੍ਰਾਪਤ ਹੁੰਦੇ ਹਨ।
ਨਾਨਕ ਜਾਚੈ ਸਾਧ ਰਵਾਲ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨਾਮ ਦੀ ਕਦਰ ਕਰਦਿਆਂ ਹੋਇਆਂ, ਨਾਮ ਦਾ ਸਤਿਕਾਰ ਕਰਦਿਆਂ ਹੋਇਆਂ, ਪ੍ਰੇਮਾ ਭਗਤੀ ਨੂੰ ਪ੍ਰਗਟ ਕਰਕੇ ਉਸ ਦਾ ਜਸ ਉਚਾਰਨਾ ਕਰਦੇ ਨੇ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਐਸੀ ਪ੍ਰੇਮਾ ਭਗਤੀ ਹੈ ਨਾ, ਹਜ਼ੂਰ ਫਰਮਾਵਣਾ ਕਰਦੇ ਨੇ, ਐਸੇ ਸਾਧ ਜਨਾਂ ਦੇ ਚਰਨਾਂ ਦੀ ਰਵਾਲ, ਐਸੀ ਜੋ ਹੈ ਰਵਾਲ ਚਰਨ ਧੂੜੀ ਪ੍ਰਾਪਤ ਕਰਨੀ ਲੋੜਦੇ ਹਾਂ। ਨਾਨਕ ਦਾਸ ਇਹ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ। ਇਤਨਾ ਪ੍ਰਤਾਪ, ਇਤਨਾ ਜਸ, ਇਤਨੀ ਵਡਿਆਈ ਐਸੇ ਸੰਤਾਂ ਦੀ ਹੈ। ਇਸੇ ਪ੍ਰਕਾਰ ਪੰਕਤੀ ਫਿਰ ਪੜ੍ਹ ਦਿਓ। ਨਾਨਕ ਜਾਚੈ ਸਾਧ ਰਵਾਲ। ਹੇ ਗੁਰਸਿੱਖੋ, ਐਸੇ ਜਿਹੜੇ ਸੰਤ ਜਨ ਜਿਨ੍ਹਾਂ ਦਾ ਹਿਰਦਾ ਪ੍ਰੇਮਾ ਭਗਤੀ ਦੇ ਅੰਦਰ ਭਿੱਜਿਆ ਹੋਇਆ ਹੈ, ਤਿੰਨਾਂ ਸਾਧ ਜਨਾਂ ਦੀ ਚਰਨ ਧੂੜ ਲੈ ਕਰਕੇ ਮੁੱਖ ਮਸਤਕ ਤੇ ਲਗਾਵਣਾ ਕਰੋ। ਬੁਰੇ ਕਰਮ ਵੀ ਜਿਹੜੇ ਨੇ ਬਦਲ ਕਰਕੇ ਭਲੇ ਹੋ ਜਾਣਗੇ, ਪੁੱਠੇ ਕਰਮ ਬਦਲ ਕਰਕੇ ਸਿੱਧੇ ਹੋ ਜਾਣਗੇ। ਇਸੇ ਪ੍ਰਕਾਰ ਸਾਧ ਰਵਾਲ ਚਰਨ ਧੂੜੀ ਦਾ ਪ੍ਰਾਪਤ ਕੀ ਕਰਨਾ ਹੈ? ਉਪਦੇਸ਼ਾਂ ਦਾ ਮੰਨਣਾ, ਬਚਨਾਂ ਦਾ ਮੰਨਣਾ। ਸਾਧੂ ਮਹਾਤਮਾ ਦੇ ਬਚਨ ਮੰਨ ਕਰਕੇ ਤਿੰਨਾਂ ਦੇ ਬਚਨਾਂ ਦੇ ਅਨੁਸਾਰ ਨਾਮ ਦੀ ਕਮਾਈ ਕਰਨੀ ਕਰੋ। ਹਿਰਦੇ ਦੇ ਅੰਦਰ ਪ੍ਰੇਮ ਰੰਗ ਲੱਗ ਜਾਵੇਗਾ। ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਦੇ ਅੰਦਰ ਹਿਰਦਾ ਭਿੱਜ ਜਾਵੇਗਾ। ਤੇ ਜਦੋਂ ਪ੍ਰੇਮਾ ਭਗਤੀ ਦੇ ਅੰਦਰ ਹਿਰਦਾ ਭਿੱਜ ਗਿਆ ਨਾ, ਵਾਹਿਗੁਰੂ ਜੀ ਨੂੰ ਭਾ ਗਿਆ, ਫਿਰ ਤਾਂ ਪਲ ਭਰ ਦੇ ਵਿੱਚ ਵੀ ਪ੍ਰਵਾਨ ਹੋ ਜਾਓਗੇ। ਇਸ ਪ੍ਰਕਾਰ ਫਿਰ ਬੁੱਧ ਵੀ ਨਿਰਮਲ, ਮਨ ਵੀ ਨਿਰਮਲ, ਸਰੀਰ ਵੀ ਨਿਰਮਲ, ਕਰਮ ਵੀ ਨਿਰਮਲ, ਤੇ ਸੰਸਾਰ ਦੇ ਅੰਦਰ ਜਸ ਵੀ ਨਿਰਮਲ ਹੈ। ਨਿਰਮਲ ਜਸ ਹੋਵੇਗਾ, ਉਜਲ ਜਸ ਹੋਵੇਗਾ। ਜਿਵੇਂ ਸੋ ਪੂਰਨਮਾਸੀ ਵਾਲੀ ਰਾਤ ਨੂੰ ਚੰਦਰਮਾ ਜਿਹੜਾ ਹੈ ਪੂਰਨ ਹੋ ਜਾਂਦਾ ਹੈ, ਪੂਰਾ ਹੋ ਜਾਂਦਾ ਹੈ, ਤੇ ਇਸ ਦੀ ਜਿਹੜੀ ਚਾਨਣੀ ਹੈ ਪੂਰੇ ਸੰਸਾਰ ਦੇ ਅੰਦਰ ਪ੍ਰਕਾਸ਼ ਦੀ ਹੈ, ਸੋਭ ਪਾਉਂਦੀ ਹੈ, ਕਿਉਂਕਿ ਉਜਲ ਹੁੰਦੀ ਹੈ, ਨਿਰਮਲ ਹੁੰਦੀ ਹੈ। ਇਸ ਪ੍ਰਕਾਰ ਜਦੋਂ ਤੇਰੇ ਮਨ ਦੀ ਅਵਸਥਾ ਪੂਰਨ ਹੋ ਗਈ ਨਾ, ਤੇ ਪੂਰਨਮਾਸੀ ਦੇ ਚੰਦਰਮਾ ਦੀ ਜਿਵੇਂ ਚਾਂਦਨੀ, ਉਸ ਦੀ ਰੌਸ਼ਨੀ, ਉਸ ਦਾ ਪ੍ਰਕਾਸ਼ ਜਗਤ ਦੇ ਅੰਦਰ ਪ੍ਰਕਾਸ਼ਦਾ ਹੈ, ਸਿਖਾ ਤੇਰਾ ਨਿਰਮਲ ਜਸ ਕੁੱਲ ਸੰਸਾਰ ਦੇ ਅੰਦਰ ਫੈਲ ਜਾਵੇਗਾ, ਪ੍ਰਕਾਸ਼ੇਗਾ। ਵਡਿਆਈ ਮਿਲੇਗੀ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਵਾਹਿਗੁਰੂ ਜੀ ਆਪਣੇ ਐਸੇ ਪਿਆਰਿਆਂ ਦੀ ਪੂਜਾ ਕਰਾ ਦਿੰਦੇ ਨੇ। ਐਸਾ ਉਜਲ ਸੰਸਾਰ ਦੇ ਅੰਦਰ ਜਸ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਹੁੰਦਾ ਹੈ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰ ਉਪਕਾਰੀ ਜੀ ਦੇ ਮੁਬਾਰਕ ਚਰਨਾਂ ਵਿਖੇ ਗੁਰਸਿੱਖਾਂ ਨੇ ਇੱਕ ਅਰਜ਼ ਗੁਜ਼ਾਰੀ ਏ, ਬੇਨਤੀ ਕੀਤੀ ਏ। ਹੇ ਸੱਚੇ ਪਾਤਸ਼ਾਹ ਮਹਾਰਾਜ ਜੀਓ, ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਹਰ ਵੇਲੇ ਜਪਦੇ ਹੀ ਰਹਿੰਦੇ ਨੇ, ਜਪਦੇ ਹੀ ਰਹਿੰਦੇ ਨੇ, ਉਹਨਾਂ ਨੂੰ ਇਹ ਦਾਤ ਕਿਵੇਂ ਪ੍ਰਾਪਤ ਹੁੰਦੀ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ। ਐਸੀ ਪ੍ਰੀਤ ਗੋਵਿੰਦ ਸਿਉ ਲਾਗੀ। ਗੋ ਸਾਰੀ ਸ੍ਰਿਸ਼ਟੀ ਤੇ ਵਿੰਦ ਦਾ ਅਰਥ ਹੈ ਰਖਵਾਲਾ। ਜੋ ਪ੍ਰਭੂ ਪਰਮਾਤਮਾ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਤੇ ਸ੍ਰਿਸ਼ਟੀ ਦੇ ਜੀਵਾਂ ਦੇ ਰਖਵਾਲਾ ਸਰੂਪ ਨੇ ਨਾ, ਸਭਨਾਂ ਦੀ ਰਖਵਾਲੀ ਕਰਨੇ ਵਾਲੇ ਨੇ। ਐਸੇ ਗੋਬਿੰਦ ਜੀ ਦੇ ਨਾਲ ਪ੍ਰਭੂ ਜੀ ਦੇ ਪਿਆਰਿਆਂ ਦੀ ਪ੍ਰੀਤ ਹੀ ਐਸੀ ਲੱਗ ਗਈ ਹੈ, ਪਿਆਰ ਹੀ ਐਸਾ ਬਣ ਗਿਆ ਹੈ ਕਿ ਉਹ ਸਹਿਤ ਪਿਆਰ ਦੇ ਹਰ ਵੇਲੇ ਜਪਣਾ ਕਰਦੇ ਨੇ, ਸਤਨਾਮ ਸ੍ਰੀ ਵਾਹਿਗੁਰੂ। ਐਸੀ ਪ੍ਰੀਤੀ, ਐਸਾ ਪਿਆਰ ਤਿੰਨਾਂ ਦੇ ਹਿਰਦੇ ਦੇ ਅੰਦਰ ਲੱਗ ਗਿਆ ਹੈ ਜੀ। ਮੇਲ ਲਏ ਪੂਰਨ ਵੱਡ ਭਾਗੀ। ਕਿ ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰਨ ਪਰਮੇਸ਼ਰ ਜੀ ਨੇ ਆਪਣੇ ਨਾਲ ਮੇਲ ਲੈਣਾ ਕੀਤਾ ਹੈ, ਆਪਣੇ ਸਰੂਪ ਰੂਪ ਦੇ ਅੰਦਰ ਉਹਨਾਂ ਨੂੰ ਭੇਦਤਾ ਬਖਸ਼ੀ ਹੈ। ਫਿਰ ਇਹ ਪੰਕਤੀ ਪੜ੍ਹ ਦਿਓ। ਮੇਲ ਲਏ ਪੂਰਨ ਵੱਡ ਭਾਗੀ। ਪ੍ਰੇਮ ਦੇ ਸਹਿਤ ਬੰਦਗੀ ਕਰਦਿਆਂ ਕਰਦਿਆਂ ਕਦੇ ਆਪਣੇ ਆਪ ਨੂੰ ਜਣਾਉਂਦੇ ਹੀ ਨਹੀਂ, ਕਿਉਂਕਿ ਆਪਣੇ ਆਪ ਨੂੰ ਉਹ ਜਣਾਉਂਦਾ ਹੈ ਜਿਸ ਨੂੰ ਵਡਿਆਈ ਦੀ ਭੁੱਖ ਹੋਵੇ ਨਾ। ਫਿਰ ਉਹ ਆਪਣੀ ਵਡਿਆਈ ਸੁਣ ਕੇ ਪ੍ਰਸੰਨ ਹੁੰਦਾ ਤੇ ਆਪਣੇ ਆਪ ਨੂੰ ਜਣਾਉਂਦਾ, ਮੈਂ ਸ਼ੁਭ ਕਾਰਜ ਕਰਦਾ ਹਾਂ, ਮੈਂ ਦਾਨ ਕਰਦਾ ਹਾਂ, ਮੈਂ ਭਲਾ ਪੁਰਖ ਹਾਂ। ਪਰ ਜਿਹੜੇ ਵੱਡ ਭਾਗੀ ਹਿਰਦੇ ਦੇ ਅੰਦਰੋਂ ਵਡਿਆਈ ਦੀ ਇੱਛਾ ਹੀ ਭੱਜ ਗਈ ਹੈ, ਆਪਣੇ ਆਪ ਨੂੰ ਭਲਾ ਨਹੀਂ ਅਖਵਾਉਂਦੇ। ਆਪਸ ਕਹੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ। ਉਹ ਤੇ ਸਦਾ ਇਹੋ ਬੇਨਤੀਆਂ ਕਰਦੇ, ਸੱਚੇ ਪਾਤਸ਼ਾਹ ਅਸੀਂ ਬੜੇ ਪਾਪੀ ਆਂ, ਹਮ ਪਾਪੀ ਤੁਮ ਬਖਸ਼ਨਹਾਰ। ਗਰੀਬ ਨਿਵਾਜ ਸਾਹਿਬ ਜੀ, ਸਾਨੂੰ ਪਾਪੀਆਂ ਨੂੰ ਬਖਸ਼ ਲਓ। ਇਸ ਪ੍ਰਕਾਰ ਵਡਿਆਈ ਦੀ ਇੱਛਾ ਜਿਨ੍ਹਾਂ ਦੀ ਭੱਜ ਗਈ ਏ, ਮੇਲ ਲਏ ਉਹਨਾਂ ਨੂੰ ਪ੍ਰਮਾਤਮਾ ਜੀ ਨੇ ਆਪਣੇ ਨਾਲ ਮੇਲ ਕਰਕੇ ਪੂਰਨ, ਉਹਨਾਂ ਦੀ ਅਵਸਥਾ ਪੂਰਨ ਕਰ ਦਿੱਤੀ ਏ। ਉਹਨਾਂ ਨੂੰ ਪੂਰਨ ਪੁਰਖ ਬਣਾ ਦਿੱਤਾ ਹੈ, ਪੂਰਨ ਖਾਲਸਾ ਬਣਾ ਦਿੱਤਾ ਹੈ, ਪੂਰਨ ਸੰਤ ਬਣਾ ਦਿੱਤਾ ਹੈ, ਪੂਰਨ ਸਾਧੂ ਬਣਾ ਦਿੱਤਾ ਹੈ। ਵੱਡ ਭਾਗੀ ਜਗਤ ਸੰਸਾਰ ਦੇ ਅੰਦਰ ਉਹੋ ਹੀ ਵੱਡਿਆਂ ਭਾਗਾਂ ਵਾਲੇ ਹਨ ਜੀ। ਰਹਾਉ
ਵਿਸਰਾਮ ਦੇ ਕਰਕੇ ਹਜ਼ੂਰ ਪ੍ਰਵਚਨ ਫਰਮਾਉਂਦੇ ਹਨ ਜੀ। ਭਰਤਾ ਪੇਖ ਬਿਗਸੈ ਜਿਉ ਨਾਰੀ। ਤੇ ਜਗਿਆਸੂ ਜਨਾਂ ਨੇ ਫਿਰ ਸਵਾਲ ਕਰ ਦਿੱਤਾ। ਮਹਾਰਾਜ ਸਾਹਿਬ ਜੀ ਆਪ ਜੀ ਨੇ ਬਚਨ ਕਰਨਾ ਕੀਤਾ ਹੈ, ਐਸੀ ਪ੍ਰੀਤ ਗੋਬਿੰਦ ਸਿਓ ਲਾਗੀ ਕਿ ਜਿਨ੍ਹਾਂ ਦੀ ਐਸੀ ਪ੍ਰੀਤ ਭਗਵਾਨ ਜੀ ਨੇ ਨਾਲ ਪਰਮਾਤਮਾ ਜੀ ਦੇ ਨਾਲ ਲੱਗੀ ਏ। ਐਸੀ ਪ੍ਰੀਤ ਕੈਸੀ ਪ੍ਰੀਤ ਹੈ, ਉਹ ਪ੍ਰੀਤ ਦਾ ਵੀ ਸਾਨੂੰ ਨਿਰਣਾ ਕਰਕੇ ਦੱਸੋ, ਉਹਨਾਂ ਦੀ ਪ੍ਰੀਤ ਕੈਸੀ ਹੈ। ਸਤਿਗੁਰੂ ਜੀ ਦੇ ਪਾਵਨ ਪ੍ਰਵਚਨ ਨੇ ਨਾ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਹਿਰਦੇ ਦਾ ਸੱਚਾ ਪਿਆਰ ਅਸੀਂ ਆਪ ਜੀ ਦੇ ਨਾਲ ਹੀ ਪਾਇਆ ਹੈ। ਪ੍ਰੀਤ ਕਰਕੇ ਆਪਣੇ ਹਿਰਦੇ ਦੀ ਬਿਰਤੀ, ਮਨ ਦੀ ਬਿਰਤੀ ਤੁਹਾਡੇ ਚਰਨਾਂ ਦੇ ਨਾਲ, ਨਾਮ ਦੇ ਨਾਲ ਹੀ ਜੋੜਨਾ ਕੀਤੀ ਏ। ਤੁਮ ਸਿਓ ਜੋਰ ਅਵਰ ਸੰਗ ਤੋਰੀ। ਮਹਾਰਾਜ ਇੱਕ ਤੁਹਾਡੇ ਚਰਨਾਂ ਨਾਲ ਹੀ ਜੋੜੀਏ, ਬਾਕੀ ਸਾਰੇ ਸੰਸਾਰ ਦੇ ਨਾਲੋਂ ਤੋੜ ਲਈਏ। ਮਨੁੱਖ ਇੱਕ ਟਾਈਮ ਤੇ ਇੱਕ ਜਗ੍ਹਾ ਤੇ ਮੌਜੂਦ ਹੈ ਨਾ। ਜੇ ਤੇ ਘਰ ਮੌਜੂਦ ਹੈ ਤੇ ਸਤ ਸੰਗਤ ਦੇ ਵਿੱਚ ਨਹੀਂ, ਜੇ ਸਤ ਸੰਗਤ ਦੇ ਵਿੱਚ ਮੌਜੂਦ ਹੈ ਤੇ ਘਰ ਨਹੀਂ। ਜੇ ਘਰ ਦੇ ਵਿੱਚ ਮੌਜੂਦ ਹੈ ਤੇ ਆਪਣੀ ਦੁਕਾਨ ਤੇ ਨਹੀਂ, ਜੇ ਦੁਕਾਨ ਤੇ ਮੌਜੂਦ ਹੈ ਤੇ ਫਿਰ ਘਰ ਨਹੀਂ। ਇਸੇ ਪ੍ਰਕਾਰ ਸਾਧ ਸੰਗਤ ਜੀ ਬਿਰਤੀ ਹੈ। ਜੇ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲੱਗੀਏ ਤੇ ਫਿਰ ਵਿਕਾਰਾਂ ਵਿੱਚ ਨਹੀਂ, ਤੇ ਜੇ ਵਿਕਾਰਾਂ ਵਿੱਚ ਲੱਗੀਏ ਤੇ ਫਿਰ ਨਾਮ ਵਿੱਚ ਨਹੀਂ। ਇੱਕ ਜਗ੍ਹਾ ਤੇ ਲੱਗੇਗੀ ਨਾ, ਦੋਵੇਂ ਜਗ੍ਹਾ ਤੇ ਇਕੱਠੀ ਤੇ ਨਹੀਂ ਨਾ ਲੱਗ ਸਕਦੀ। ਦੋ ਸ਼ਹਿਰ ਅਲੱਗ-ਅਲੱਗ ਦਿਸ਼ਾ ਦੇ ਵਿੱਚ ਨੇ, ਤੇ ਜੇ ਮਨੁੱਖ ਆਖੇ ਜੀ ਮੈਂ ਦੋਵਾਂ ਸ਼ਹਿਰਾਂ 'ਚ ਇਕੱਠਾ ਹੀ ਚਲਿਆ ਜਾਵਾਂ, ਮੈਂ ਬੰਬੇ ਵੀ ਚਲੇ ਜਾਵਾਂ ਤੇ ਅੰਮ੍ਰਿਤਸਰ ਵੀ ਚਲਿਆ ਜਾਵਾਂ, ਦੋਵਾਂ ਜਗ੍ਹਾ ਤੇ ਇਕੱਠਾ ਹੋਵਾਂ ਤੇ ਨਹੀਂ ਹੋ ਸਕਦਾ। ਇੱਕ ਗੱਡੀ ਅੰਮ੍ਰਿਤਸਰ ਨੂੰ ਜਾਣੀ ਏ, ਦੂਸਰੀ ਬੰਬੇ ਨੂੰ ਜਾਣੀ ਏ, ਦੋਵਾਂ ਤੇ ਇੱਕ ਇੱਕ ਪੈਰ ਰੱਖ ਕੇ ਖਲੋ ਜਾਵੇ ਜੀ ਮੈਂ ਬੰਬੇ ਵੀ ਪਹੁੰਚ ਜਾਵਾਂ ਤੇ ਅੰਮ੍ਰਿਤਸਰ ਵੀ, ਉਸਨੇ ਕਿਤੇ ਵੀ ਨਹੀਂ ਪਹੁੰਚਣਾ, ਉੱਥੇ ਹੀ ਰਹਿ ਜਾਣਾ ਹੈ, ਉੱਥੇ ਹੀ ਡਿੱਗ ਜਾਵੇਗਾ। ਸਰੀਰ ਦਾ ਨੁਕਸਾਨ, ਸੱਟਾਂ ਵੀ ਲੱਗ ਸਕਦੀਆਂ ਨੇ, ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਇਸੇ ਪ੍ਰਕਾਰ ਆਖੇ ਜੀ ਮੈਂ ਸੰਸਾਰ ਦੇ ਨਾਲ ਵੀ ਪੂਰਾ ਨਿਭ ਜਾਵਾਂ ਤੇ ਵਾਹਿਗੁਰੂ ਜੀ ਦੇ ਚਰਨਾਂ 'ਚ ਵੀ ਪੂਰਾ ਪ੍ਰਵਾਨ ਹੋ ਜਾਵਾਂ, ਫਿਰ ਪਿਆਰਿਓ ਦੋਵਾਂ ਪਾਸੇ ਮਨ ਲਾ ਕੇ ਗੱਲ ਬਣਨੀ ਨਹੀਂ। ਇੱਕ ਨਾਲ ਨਿਭੇਗੀ, ਜਾਂ ਸੰਸਾਰ ਨਾਲ ਜਾਂ ਨਿਰੰਕਾਰ ਦੇ ਨਾਲ। ਤੇ ਜਿਹੜੇ ਨਿਰੰਕਾਰ ਜੀ ਦੀ ਚੋਣ ਕਰਕੇ ਨਿਰੰਕਾਰ ਜੀ ਦੇ ਨਾਲ ਨਿਭਾਉਂਦੇ ਨੇ, ਸੰਸਾਰ ਆਪੇ ਹੀ ਉਹਨਾਂ ਦਾ ਆਪਣਾ ਹੋ ਜਾਂਦਾ ਹੈ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਸਾਰਾ ਸੰਸਾਰ ਉਹਨਾਂ ਦਾ ਆਪਣਾ ਹੋ ਜਾਂਦਾ ਹੈ। ਪਰ ਜਿਹੜੇ ਕੇਵਲ ਤਾਂ ਕੇਵਲ ਝੂਠੇ ਸੰਸਾਰ ਦੇ ਝੂਠੇ ਸੰਬੰਧੀਆਂ ਵਿੱਚ ਮੋਹ ਲਾ ਲੈਂਦੇ ਨੇ ਨਾ, ਹਜ਼ੂਰ ਫਿਰ ਫਰਮਾਵਣਾ ਕਰਦੇ ਨੇ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਸਿੱਧਾ ਸੰਸਾਰ ਦੇ ਨਾਲ ਜੁੜਨਾ ਹੈ, ਆਪਣੇ ਜੀਵਨ ਨੂੰ ਬਰਬਾਦ ਕਰਨਾ, ਖਤਮ ਕਰ ਲੈਣਾ, ਵਿਸ਼ਈ ਜੀਵਨ ਹੋ ਜਾਏਗਾ, ਜੰਮਣ ਮਰਨ ਵਿੱਚ ਆਵੇਗਾ। ਪਰ ਜੇ ਪਰਮਾਤਮਾ ਜੀ ਨੂੰ ਆਪਣਾ ਬਣਾ ਲਿਆ, ਫਿਰ ਸੰਸਾਰ ਆਪਣਾ ਬਣ ਜਾਵੇਗਾ। ਪਰਮਾਤਮਾ ਜੀ ਦਾ ਤਿਆਗ ਕਰਕੇ ਸੰਸਾਰ ਨੂੰ ਆਪਣਾ ਬਣਾਵੇ, ਫਿਰ ਸੰਸਾਰ ਆਪਣਾ ਨਹੀਂ ਬਣਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ, ਵਾਹਿਗੁਰੂ ਜੀ ਤੁਹਾਡੇ ਚਰਨਾਂ ਦੇ ਨਾਲ ਐਸੀ ਪ੍ਰੀਤ ਜੋੜੀਏ, ਬਾਕੀ ਸਾਰੇ ਪਾਸਿਆਂ ਤੋਂ ਤੋੜ ਹੀ ਲਈ ਹੈ। ਐਸੀ ਪ੍ਰੀਤ ਵਾਹਿਗੁਰੂ ਜੀ ਦੇ ਨਾਲ ਪਾਵਨਾ ਕਰੇ ਜੀਵ, ਫਿਰ ਪ੍ਰਾਪਤੀ ਵਾਲਾ ਹੁੰਦਾ ਹੈ। ਮਹਾਰਾਜ ਉਦਾਹਰਨਾਂ ਦੇ ਕਰਕੇ ਸਮਝਾਓ ਨਾ, ਸਾਨੂੰ ਸੁਖਾਲੀ ਸਮਝ ਲੱਗ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਦਾਹਰਨਾਂ ਦੇ ਸਹਿਤ ਜੀਵ ਨੂੰ, ਜਗਿਆਸੂਆਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਸਰਬਤ ਸੰਸਾਰ ਨੂੰ ਸਮਝਾਵਣਾ ਕਰਦੇ ਨੇ। ਭਰਤਾ ਪੇਖ ਬਿਗਸੈ ਜਿਉ ਨਾਰੀ। ਜਿਵੇਂ ਪਤੀਵਰਤ ਧਰਮ ਦੇ ਵਿੱਚ ਪ੍ਰਪੱਕ ਕੋਈ ਇਸਤਰੀ ਹੋਵੇ, ਕੋਈ ਸਤਿਕਾਰਯੋਗ ਬੀਬੀ ਹੋਵੇ, ਜਿਹੜੀ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੋਵੇ। ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧੰਨ ਸਤੀ ਦਰਗਹ ਹੈ ਪਰਵਾਨਿਆ। ਉਹ ਦਰਗਾਹ ਦੇ ਵਿੱਚ ਪ੍ਰਵਾਨ ਤੇ ਧੰਨ ਹੈ ਉਹ ਸਤੀ। ਪਤੀ ਨੂੰ ਪਰਮੇਸ਼ਰ ਕਰਕੇ ਜੋ ਜਾਣਦੀ ਹੈ ਨਾ, ਉਹ ਤਾਂ ਪਤੀ ਦਾ ਮੁਖ ਦੇਖ ਦੇਖ ਕੇ ਹੀ ਜਿਉਂਦੀ ਹੈ, ਪਤੀ ਦੇ ਦਰਸ਼ਨ ਕਰਕੇ ਹੀ ਜਿਉਂਦੀ ਹੈ। ਜੇ ਪਤੀ ਪਰਦੇਸ ਗਿਆ ਹੋਵੇ ਨਾ, ਉੱਡੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ। ਇਸ ਪ੍ਰਕਾਰ ਕਾਵਾਂ ਨੂੰ ਉਡਾਉਂਦੀ ਏ, ਉੱਡੋ ਕਾਵਾਂ, ਕਾਵਾਂ ਉੱਡ, ਮੇਰਾ ਪਤੀ ਆਉਂਦਾ ਹੈ, ਮੈਨੂੰ ਪਤੀ ਦਾ ਦੀਦਾਰ ਹੋਵੇਗਾ, ਕਾਵਾਂ ਉੱਡ ਜਾ ਕੇ ਮੇਰੇ ਪਤੀ ਦਾ ਸੁਨੇਹਾ ਲੈ ਕੇ ਆ। ਇਸੇ ਪ੍ਰਕਾਰ ਬੀਬੀਆਂ ਔਂਸੀਆਂ ਪਾਇਆ ਕਰਦੀਆਂ ਸਨ, ਅਣਗਿਣਤ ਲੀਕਾਂ ਜ਼ਮੀਨ ਤੇ ਖਿੱਚੀ ਜਾਣੀਆਂ, ਵਾਹੀ ਜਾਣੀਆਂ, ਵਾਹੀ ਜਾਣੀਆਂ, ਫਿਰ ਉਹਨਾਂ ਦੇ ਜੋੜੇ ਬਣਾਉਣੇ। ਜੇ ਤਾਂ ਜੋੜੇ ਬਣ ਜਾਣੇ ਪੂਰੀਆਂ ਲੀਕਾਂ ਦੇ, ਤੇ ਫਿਰ ਮੰਨ ਲੈਣਾ ਜੀ ਪਤੀ ਦਾ ਮਿਲਾਪ ਹੋ ਜਾਵੇਗਾ। ਤੇ ਜੇ ਆਖਰ ਤੇ ਇੱਕ ਲੀਕ ਬਚ ਜਾਣੀ, ਤੇ ਫਿਰ ਸਜਣਾ ਅਜੇ ਪਤੀ ਦਾ ਮਿਲਾਪ ਨਹੀਂ, ਅਜੇ ਵਿਛੋੜਾ ਝੱਲਣਾ ਪਵੇਗਾ। ਇਸ ਪ੍ਰਕਾਰ ਸਿੱਕਾਂ ਸਿੱਕਣੀਆਂ, ਬੜੇ ਯਤਨ ਕਰਨੇ, ਉਪਰਾਲੇ ਕਰਨੇ, ਰਸਤੇ ਵਿੱਚ ਖੜੇ ਹੋ ਕਰਕੇ ਪਤੀ ਦਾ ਰਸਤਾ ਉਡੀਕਦੇ ਹੀ ਰਹਿਣਾ। ਉਰ ਨਾ ਭਿੱਜੈ ਪੱਗ ਨਾ ਖਿਸੈ, ਕਿਉਂਕਿ ਜਿਹੜਾ ਹਿਰਦਾ ਹੈ ਇਹ ਪਤੀ ਜੀ ਦੇ ਦਰਸ਼ਨਾਂ ਤੋਂ ਬਿਨਾਂ ਪਤੀਜਦਾ ਨਹੀਂ। ਤੇ ਜਿਹੜੇ ਪੈਰ ਨੇ ਉਹ ਰਸਤੇ ਨੂੰ ਛੱਡ ਕੇ ਘਰ ਨੂੰ ਨਹੀਂ ਮੁੜਦੇ, ਉਹ ਰਸਤੇ ਤੇ ਖੜੇ ਨੇ, ਅਜੇ ਮੇਰੇ ਪਤੀ ਦਾ ਦੀਦਾਰ ਨਹੀਂ ਹੋਇਆ, ਸ਼ਾਇਦ ਆਉਂਦੇ ਦੇ ਦੀਦਾਰ ਹੋ ਹੀ ਜਾਣ। ਹਰ ਦਰਸ਼ਨ ਕੀ ਆਸਾ।
ਕਿਉਂਕਿ ਪਤੀ ਨੂੰ ਪਰਮੇਸ਼ਰ ਕਰਕੇ ਜਾਣਿਆ ਦਰਸ਼ਨਾਂ ਦੀ ਚਾਹਤ ਹੈ। ਇਸੇ ਪ੍ਰਕਾਰ ਜਿਹੜੇ ਜਗਿਆਸੂ ਜਨ ਨੇ ਉੱਡ ਹੋ ਨਾ ਕਾਗਾ ਕਾਰੇ, ਹੇ ਕਾਲੇ ਕਾਮੋ ਵਿਕਾਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਕਾਮੋ, ਤੁਸੀਂ ਮੇਰੇ ਹਿਰਦੇ ਰੂਪੀ ਬਨੇਰੇ ਤੋਂ ਉੱਡ ਕਿਉਂ ਨਹੀਂ ਜਾਂਦੇ? ਜੇ ਤੁਸੀਂ ਉੱਡ ਜਾਵੋ ਨਾ, ਮੇਰੇ ਹਿਰਦੇ ਨੂੰ ਛੱਡ ਜਾਵੋ, ਬੇਗ ਮਿਲੀ ਜੈ ਆਪਣੇ ਰਾਮ ਪਿਆਰੇ, ਮੈਂ ਆਪਣੇ ਪਿਆਰੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਲ ਬੇਗ ਝਾਟੀ ਝਾਟੀ ਮਿਲਾਪ ਹੋ ਜਾਵੇ ਮੇਰਾ, ਮੈਂ ਮਿਲ ਪਵਾਂ। ਇਸੇ ਪ੍ਰਕਾਰ ਉੱਡ ਹੋ ਨਾ ਕਾਗਾ ਕਾਰੇ, ਇੱਥੇ ਹੁਣ ਕਾਲੇ ਕੇਸਾਂ ਨੂੰ ਕਾਲੇ ਕਾਂ ਆਖਿਆ ਹੈ। ਹੇ ਕਾਲੇ ਕੇਸੋ, ਉੱਡ ਨਾ ਜਾਵੋ ਤੁਸੀਂ, ਸਫੇਦ ਨਾ ਹੋਵੋ। ਜੇ ਬੁਢਾਪਾ ਆ ਗਿਆ ਫਿਰ 6-6 ਘੰਟੇ ਚੌਂਕੜਾ ਨਹੀਂ ਲੱਗਣਾ, ਫਿਰ ਲੰਗਰ ਵਿੱਚ ਸੇਵਾ ਨਹੀਂ ਹੋਣੀ, ਫਿਰ ਤੇ ਸਰੀਰ ਦੀ ਕਿਰਿਆ ਹੀ ਮਸਾਂ ਸਾਂਭੀ ਜਾਂਦੀ ਹੈ। ਤੁਸੀਂ ਅਜੇ ਕਾਲੇ ਰਹੋ, ਬੇਗ ਵਲੀਜੈ, ਮੈਂ ਕਾਹਲੀ ਜਲਦੀ ਦੇ ਨਾਲ ਛੇਤੀ ਦੇ ਨਾਲ ਆਪਣੇ ਪ੍ਰਮਾਤਮਾ ਜੀ ਦਾ ਦਰਸ਼ਨ ਕਰ ਲਵਾਂ, ਕਿਉਂਕਿ ਭਵ ਸਾਗਰ ਕੇ ਤਰਨ ਕਹੋ, ਤਰਨ ਅਵਸਥਾ ਆਹੀ। ਜਵਾਨੀ ਦੀ ਅਵਸਥਾ ਸ੍ਰੇਸ਼ਟ ਹੈ ਭਵ ਸਾਗਰ ਸੰਸਾਰ ਨੂੰ ਤਰਨ ਵਾਸਤੇ। ਉਰ ਨਾ ਭੀਜੈ, ਜਦੋਂ ਤੱਕ ਵਾਹਿਗੁਰੂ ਜੀ ਦਾ ਦੀਦਾਰ ਨਹੀਂ ਕਰਦੇ ਹਿਰਦਾ ਭਿੱਜਦਾ, ਪ੍ਰਸੰਨ ਨਹੀਂ ਹੁੰਦਾ ਹੈ। ਪੱਗ ਨਾ ਖਿਸੈ, ਮਨ ਅਤੇ ਬੁੱਧੀ ਰੂਪੀ ਜਿਹੜੇ ਚਰਨ ਨੇ ਇਹ ਭਗਤੀ ਰੂਪੀ ਮਾਰਗ ਤੋਂ ਥਿੜਕਦੇ ਨਹੀਂ। ਇਸ ਪ੍ਰਕਾਰ ਉਰ ਨਾ ਭੀਜੈ ਪੱਗ ਨਾ ਖਿਸੈ, ਹਰ ਦਰਸ਼ਨ ਕੀ ਆਸਾ, ਹਰ ਵੇਲੇ ਹਰੀ ਪ੍ਰਮਾਤਮਾ ਜੀ ਦੇ ਦਰਸ਼ਨਾਂ ਦੀ ਚਾਹਤ ਦੇ ਵਿੱਚ ਬਿਰਤੀ ਤੇ ਸੁਰਤ ਜੁੜੀ ਰਹਿੰਦੀ ਏ, ਮਨ ਤੇ ਬੁੱਧੀ ਜੁੜੀ ਰਹਿੰਦੀ ਏ। ਐਸੀ ਪ੍ਰੀਤ, ਜਿਨ੍ਹਾਂ ਨੇ ਐਸੀ ਪ੍ਰੀਤ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਾਵਨਾ ਕੀਤੀ ਏ ਨਾ ਭਾਈ, ਉਹਨਾਂ ਨੂੰ ਪ੍ਰਾਪਤੀ ਹੋਈ ਏ। ਭਰਤਾ ਭੇਖ ਬਿਗਸੈ ਜਿਉ ਨਾਰੀ, ਜਿਵੇਂ ਪਤੀਵਰਤ ਧਰਮ ਦੇ ਵਿੱਚ ਪ੍ਰਪੱਕ ਸਤਵੰਤੀ ਬੀਬੀ ਸਤਿਕਾਰਯੋਗ ਆਪਣੇ ਪਤੀ ਦਾ ਦੀਦਾਰ ਪਾ ਕਰਕੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦੀ ਹੈ, ਖੁਸ਼ ਹੋ ਜਾਂਦੀ ਹੈ, ਆਨੰਦਿਤ ਹੋ ਜਾਂਦੀ ਹੈ, ਸਹਿਤ ਉਤਸ਼ਾਹ ਦੇ ਹੋ ਜਾਂਦੀ ਹੈ। ਤਿਉ ਹਰ ਜਨ ਜੀਵੈ ਨਾਮ ਚਿਤਾਰੀ, ਤਿਉ ਤਿਸ ਪ੍ਰਕਾਰ ਇਸ ਤਰ੍ਹਾਂ ਹਰੀ ਪ੍ਰਮਾਤਮਾ ਜੀ ਦੇ ਜਿਹੜੇ ਸੇਵਕ ਨੇ ਨਾ, ਵਾਹਿਗੁਰੂ ਜੀ ਦੇ ਨਾਮ ਨੂੰ ਚਿਤਾਰੀ ਚਿੰਤਨ ਕਰਕੇ ਜਪ ਜਪ ਕਰਕੇ ਪ੍ਰਸੰਨ ਹੁੰਦੇ ਨੇ। ਜਿਵੇਂ ਜਿਵੇਂ ਜਪਦੇ ਨੇ ਹਿਰਦਾ ਖਿੜਦਾ ਜਾਂਦਾ ਹੈ, ਜਿਵੇਂ ਜਿਵੇਂ ਉਮਰ ਬਤੀਤ ਹੁੰਦੀ ਹੈ ਨੂਰ ਵੱਧਦਾ ਜਾਂਦਾ ਹੈ। ਆਮ ਜਨ ਸਾਧਾਰਨ ਨੂੰ ਦੇਖ ਲਓ, ਜਵਾਨੀ ਵੇਲੇ ਚਿਹਰੇ ਤੇ ਕੁਛ ਨੂਰ ਹੁੰਦਾ, ਪਰ ਜਿਵੇਂ ਜਿਵੇਂ ਬੁਢਾਪਾ ਆਉਂਦਾ ਨਾ ਫਿਰ ਤਿਵੇਂ ਤਿਵੇਂ ਚਿਹਰੇ ਦਾ ਨੂਰ ਘਟਦਾ ਜਾਂਦਾ ਹੈ, ਬੁਢਾਪੇ ਦੇ ਨਾਲ ਝੁਰੜੀਆਂ ਪੈ ਜਾਂਦੀਆਂ ਨੇ। ਇਸੇ ਪ੍ਰਕਾਰ ਜਵਾਨੀ ਵਰਗਾ ਜੋਬਨ ਫਿਰ ਬੁਢਾਪੇ ਵਿੱਚ ਤੇਜ ਪ੍ਰਤਾਪ ਨਜ਼ਰ ਨਹੀਂ ਆਉਂਦਾ ਹੈ। ਪਰ ਜੇ ਨਾਮ ਰਸੀਆਂ ਨੂੰ ਦੇਖ ਲਵੋ ਨਾ, ਜਿਵੇਂ ਜਿਵੇਂ ਉਮਰਾਂ ਢਲਦੀ ਏ ਤਿਵੇਂ ਤਿਵੇਂ ਚਿਹਰੇ ਤੇ ਲਾਲੀ ਵੱਧਦੀ ਜਾਂਦੀ ਏ, ਨੂਰ ਵੱਧਦਾ ਜਾਂਦਾ ਹੈ, ਤੇਜ ਪ੍ਰਤਾਪ ਵੱਧਦਾ ਜਾਂਦਾ ਹੈ। ਮਹਾਂਪੁਰਖਾਂ ਦੇ ਚਿਹਰੇ ਦੇਖੋ, ਜਵਾਨੀ ਦੀਆਂ ਤਸਵੀਰਾਂ ਦੇਖ ਲਿਓ ਤੇ ਬੁਢਾਪੇ ਦਾ ਚਿਹਰਾ ਦੇਖ ਲਿਓ, ਤੇਜ ਪ੍ਰਤਾਪ ਵਧਿਆ ਹੋਵੇਗਾ। ਜਿਵੇਂ ਜਿਵੇਂ ਚਿੰਤਨ ਕਰਦੇ ਨੇ ਤਿਵੇਂ ਤਿਵੇਂ ਹਿਰਦਾ ਵਿਕਸਦਾ ਖਿੜਦਾ ਹੈ, ਆਨੰਦ ਹੁੰਦਾ ਹੈ। ਜਿਵੇਂ ਜਿਵੇਂ ਹਿਰਦੇ ਦੇ ਅੰਦਰ ਆਨੰਦ ਪ੍ਰਾਪਤ ਹੁੰਦਾ, ਤਿਵੇਂ ਤਿਵੇਂ ਸਾਧ ਸੰਗਤ ਜੀ ਚਿਹਰੇ ਤੇ ਤੇਜ ਪ੍ਰਤਾਪ ਤੇ ਨੂਰ ਆਉਂਦਾ ਹੈ, ਨੂਰ ਟਪਕਦਾ ਹੈ, ਲਾਲੀਆਂ ਝਲਕਦੀਆਂ ਨੇ, ਚਿਹਰੇ ਖਿੜਦੇ ਨੇ, ਵੇਖ ਕੇ ਹੀ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਇਸੇ ਪ੍ਰਕਾਰ ਜਿਹੜੇ ਪ੍ਰਮਾਤਮਾ ਦੇ ਪਿਆਰੇ ਨਾਮ ਦੇ ਰਸੀਏ ਨੇ ਨਾ, ਇਹ ਪਤੀਵਰਤ ਧਰਮ ਦੇ ਅੰਦਰ ਪ੍ਰਪੱਕ ਬੀਬੀਆਂ ਨੇ। ਪਤੀ ਪਰਮੇਸ਼ਰ ਹੈ ਤੇ ਪਰਮੇਸ਼ਰ ਜੀ ਦੇ ਨਾਮ ਦਾ ਚਿੰਤਨ ਕਰ ਕਰਕੇ ਹੀ ਸਦਾ ਹਿਰਦਾ ਆਨੰਦ ਦੇ ਸਹਿਤ ਹੁੰਦਾ ਹੈ ਜੀ। ਪੂਤ ਪੇਖ ਜਿਉ ਜੀਵਤ ਮਾਤਾ, ਮਹਾਰਾਜ ਆਪ ਜੀ ਦੀ ਐਗਜ਼ੈਂਪਲਸ ਬਹੁਤ ਚੰਗੀਆਂ ਨੇ, ਉਦਾਹਰਣਾਂ ਬਹੁਤ ਚੰਗੀਆਂ ਨੇ, ਪ੍ਰਮਾਣ ਬੜੇ ਪੁਖਤਾ ਨੇ। ਕਿਰਪਾ ਕਰਕੇ ਹੋਰ ਪ੍ਰਮਾਣ ਦੇ ਕੇ ਸਮਝਾਓ, ਹਿਰਦੇ ਨੂੰ ਹੋਰ ਚੰਗਾ ਲੱਗੇ, ਹੋਰ ਪਿਆਰ ਜਾਗੇ। ਤੇ ਸਤਿਗੁਰੂ ਜੀ ਫਰਮਾਨ ਕਰਨਾ ਕਰਦੇ ਨੇ, ਜਿਵੇਂ ਇੱਕ ਮਾਤਾ ਆਪਣੇ ਪੁੱਤਰ ਦਾ ਮੁਖ ਦੇਖ ਦੇਖ ਕੇ ਜਿਉਂਦੀ ਹੈ। ਆਪਣੇ ਪੁੱਤ ਨੂੰ ਕਹਿੰਦੀ, ਤੂੰ ਤੇ ਮੇਰੀ ਜਾਨ ਹੈ, ਤੂੰ ਮੇਰਾ ਹੀਰਾ ਏ, ਤੂੰ ਮੇਰਾ ਲਾਲ ਏ, ਤੂੰ ਮੇਰੇ ਪ੍ਰਾਣ ਏ। ਬੜਾ ਪਿਆਰ ਕਰਦੀ ਏ, 24 ਘੰਟੇ ਪੁੱਤ ਦੀ ਸੇਵਾ 'ਚ ਹੀ ਲੱਗੀ ਰਹਿੰਦੀ ਏ। ਜੇਕਰ ਅੰਦਰ ਬਾਹਰ ਘਰ ਦੇ ਵਿੱਚ ਕੋਈ ਕਾਰਜ ਕਰਦੀ ਏ, ਪੁੱਤਰ ਜਾਗ ਪਿਆ ਹੈ, ਜ਼ਰਾ ਜਿੰਨੀ ਰੋਣ ਦੀ ਆਵਾਜ਼ ਕੀਤੀ ਹੈ, ਸਾਰੇ ਕੰਮ ਛੱਡ ਕੇ ਦੌੜ ਕੇ ਜਾ ਕੇ ਪੁੱਤ ਨੂੰ ਸੀਨੇ ਦੇ ਨਾਲ ਲਾ ਲੈਂਦੀ, ਕਿਉਂਕਿ ਪੁੱਤ ਪਿਆਰਾ ਹੈ, ਹੁਣ ਕੰਮ ਪਿਆਰੇ ਨਹੀਂ। ਰਾਤਾਂ ਨੂੰ ਜਾਗ ਜਾਗ ਕਰਕੇ ਉਸ ਨੂੰ ਦੁੱਧ ਪਿਲਾ ਕਰਕੇ, ਸੇਵਾ ਕਰਕੇ, ਗਿੱਲੇ ਤੋਂ ਸੁੱਕਾ ਕਰਕੇ ਉਸ ਦੀ ਸੰਭਾਲ ਕਰਦੀ ਏ। ਭਾਵੇਂ ਮਾਤਾ ਨੂੰ ਮੁਸ਼ੱਕਤ ਕਰਨੀ ਪੈਂਦੀ ਏ ਪੁੱਤ ਨੂੰ ਸੰਭਾਲਣ ਵਾਸਤੇ, ਪਰ ਪੁੱਤ ਦੇ ਵਾਸਤੇ ਮੁਸ਼ੱਕਤ ਕਰਦਿਆਂ ਮਾਤਾ ਆਲਸ ਨਹੀਂ ਕਰਦੀ, ਦੁਖੀ ਨਹੀਂ ਹੁੰਦੀ, ਬਲਕਿ ਜਿਵੇਂ ਜਿਵੇਂ ਤੇ ਇਸ ਨੂੰ ਮਿਹਨਤ ਕਰਨੀ ਪੈਂਦੀ ਏ, ਪੁੱਤਰ ਨੂੰ ਗਿੱਲੇ ਤੋਂ ਸੁੱਕਾ ਕਰਨਾ ਪੈਂਦਾ ਹੈ, ਪੁੱਤਰ ਨੂੰ ਭੋਜਨ ਛਕਾਉਣਾ ਪੈਂਦਾ ਹੈ, ਮੁੱਖ 'ਚ ਨਿਵਾਲੇ ਪਾਉਣੇ ਪੈਂਦੇ, ਗੁਰਾਹੀਆਂ ਪਾਉਣੀਆਂ ਪੈਂਦੀਆਂ ਨੇ ਨਾ, ਤਿਵੇਂ ਤਿਵੇਂ ਮਾਤਾ ਪ੍ਰਸੰਨ ਹੁੰਦੀ ਏ। ਅੱਜ ਮੇਰੇ ਪੁੱਤ ਨੇ ਦੁੱਧ ਪੀ ਲਿਆ, ਹੁਣ ਮੇਰੇ ਪੁੱਤ ਨੇ ਪ੍ਰਸ਼ਾਦਾ ਛਕ ਲਿਆ। ਤੇ ਪੁੱਤ ਨੇ ਕੁਝ ਨਾ ਛਕਿਆ ਹੋਵੇ ਗੋਦੀ ਦੇ ਇਸ ਪੁੱਤਰ ਨੇ, ਤੇ ਮਾਤਾ ਦਾ ਹਿਰਦਾ ਉਦਾਸ ਹੋ ਜਾਂਦਾ, ਮੇਰਾ ਪੁੱਤ ਪਤਾ ਨਹੀਂ ਛਕਦਾ ਕਿਉਂ ਨਹੀਂ, ਪਤਾ ਨਹੀਂ ਇਹਨੂੰ ਭੁੱਖ ਕਿਉਂ ਨਹੀਂ ਲੱਗਦੀ। ਜਿਹੜੀ ਮਾਤਾ ਹੈ ਉਹ ਪੁੱਤਰ ਦੀ ਸੇਵਾ ਕਰਕੇ, ਪੁੱਤਰ ਨੂੰ ਦੇਖ ਦੇਖ ਕਰਕੇ ਹੀ ਜਿਉਂਦੀ ਹੈ।
ਕਿਉਂਕਿ ਮਾਤਾ ਦਾ ਨਿਸ਼ਕਾਮ ਪ੍ਰੇਮ ਪੁੱਤਰ ਦੇ ਨਾਲ ਹੈ। ਊਤ ਪੂਤ ਜਨ ਹਰਿ ਸਿਉ ਰਾਤਾ। ਇਸੇ ਤਰ੍ਹਾਂ ਜਿਹੜੇ ਹਰੀ ਪਰਮਾਤਮਾ ਜੀ ਦੇ ਪਿਆਰੇ ਨੇ ਨਾ, ਉਹਨਾਂ ਦਾ ਜਿਹੜਾ ਮਨ ਹੈ ਉਹ ਤੇ ਪੋ ਤੇ ਤਾਣੇ ਪੇਟੇ ਵਾਂਗੂ ਹਰੀ ਪਰਮਾਤਮਾ ਜੀ ਦੇ ਨਾਮ ਦੇ ਵਿੱਚ ਹੀ ਉਣਿਆ ਹੋਇਆ ਹੈ। ਸਾਧ ਸੰਗਤ ਜੀ, ਕੋਈ ਵੀ ਕੱਪੜਾ ਹੋਵੇ ਧਾਗਿਆਂ ਨਾਲ ਬੁਣਿਆ ਜਾਂਦਾ ਨਾ। ਇੱਕ ਧਾਗੇ ਲੰਬੇ ਰੋਖ ਹੁੰਦੇ ਨੇ ਤੇ ਇੱਕ ਚੌੜੇ ਰੋਖ ਭਾਵ ਆਡੇ ਰੋਖ ਹੁੰਦੇ ਨੇ, ਤੇ ਸਾਰੇ ਧਾਗੇ ਇੱਕ ਦੂਸਰੇ ਵਿੱਚ ਓਤ ਉਣੇ ਹੋਏ, ਪੋਤ ਪਰੋਤੇ ਹੋਏ ਹੁੰਦੇ ਨੇ। ਧਾਗੇ ਵਿੱਚ ਧਾਗਾ ਉਣਿਆ ਹੋਇਆ, ਗੁੰਦਿਆ ਹੋਇਆ, ਪਰੋਤਾ ਹੋਇਆ, ਤਾਂ ਹੀ ਕੱਪੜਾ ਬਣਿਆ ਨਾ। ਜਿਵੇਂ ਧਾਗਾ ਆਪਸ ਦੇ ਵਿੱਚ ਉਣਿਆ ਹੋਇਆ, ਪਰੋਤਿਆ ਹੋਇਆ ਹੁੰਦਾ ਹੈ, ਇਵੇਂ ਪ੍ਰਮਾਤਮਾ ਜੀ ਦੇ ਨਾਮ ਦੇ ਅੰਦਰ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਜਿਹੜਾ ਮਨ ਹੈ ਨਾ, ਇਹ ਉਣਿਆ ਹੋਇਆ ਤੇ ਪਰੋਤਿਆ ਹੋਇਆ ਹੁੰਦਾ ਏ। ਜਿਹੜਾ ਧਾਗਾ ਆਡੇ ਰੋਖ ਹੈ ਭਾਵ ਚੌੜੇ ਵਾਲੇ ਪਾਸੇ ਹੈ, ਉਹ ਵੀ ਧਾਗਾ ਹੀ ਹੈ, ਲੰਬੇ ਵਾਲੇ ਪਾਸੇ ਦਾ ਵੀ ਧਾਗਾ ਹੀ ਆ, ਸਾਰੇ ਧਾਗੇ ਹੀ ਨੇ ਨਾ। ਇਸੇ ਪ੍ਰਕਾਰ ਪ੍ਰਮਾਤਮਾ ਜੀ ਭਗਤਾਂ ਦੇ ਅੰਦਰ ਤੇ ਭਗਤ ਜੀ ਪ੍ਰਮਾਤਮਾ ਦੇ ਅੰਦਰ ਧਾਗੇ ਵਾਂਗੂ ਸਮਾਏ ਹੋਏ ਨੇ। ਇਹਨਾਂ ਦੇ ਵਿੱਚ ਕੋਈ ਭੇਦ ਨਹੀਂ। ਹਰ ਜਨ ਦੁਈ ਏਕ ਹੈ, ਬੇਬੇ ਵਿਚਾਰ ਕਛ ਨਾਹਿ, ਜਲ ਤੇ ਉਪਜ ਤਰੰਗ ਜੋ ਜਲ ਹੀ ਬਖੈ ਸਮਾਹੀ। ਪਿਆਰਿਓ, ਜਿਸ ਪ੍ਰਕਾਰ ਮਾਤਾ ਦਾ ਪਿਆਰ ਪੁੱਤਰ ਦੇ ਨਾਲ ਹੁੰਦਾ ਨਾ, ਇਵੇਂ ਭਗਤ ਜਨਾਂ ਦੀ ਬੁੱਧੀ ਰੂਪ ਮਾਤਾ ਦਾ ਜਿਹੜਾ ਪਿਆਰ ਹੈ ਗਿਆਨ ਰੂਪੀ ਸਪੁੱਤਰ ਦੇ ਨਾਲ ਹੁੰਦਾ ਹੈ। ਜਿਵੇਂ ਜਿਵੇਂ ਬੰਦਗੀ ਕਰਦਿਆਂ, ਗੁਰਬਾਣੀ ਪੜ੍ਹਦਿਆਂ, ਕਥਾ ਕੀਰਤਨ, ਗਾਇਨ ਕਥਨ ਅਥਵਾ ਸਰਵਣ ਕਰਦਿਆਂ ਗਿਆਨ ਹੁੰਦਾ ਹੈ, ਤੇਵੇਂ ਤੇਵੇਂ ਉਹਨਾਂ ਦੀ ਬੁੱਧੀ ਰੂਪੀ ਮਾਤਾ ਗਿਆਨ ਰੂਪੀ ਪੁੱਤਰ ਨੂੰ ਪ੍ਰਾਪਤ ਕਰਕੇ ਬਹੁਤਾ ਹੀ ਵਿਕਸਦੀ ਹੈ। ਲੋਭੀ ਆਨੰਦ ਕਰੈ ਪੇਖ ਧਨਾ। ਜਿਹੜਾ ਮਨੁੱਖ ਧਨ ਦਾ ਲੋਭੀ ਹੈ, ਉਹ ਕਿਸੇ ਦੇ ਵਿਆਹ ਵੀ ਚਲਿਆ ਜਾਵੇ ਤੇ ਕਹਿੰਦਾ ਦੁਕਾਨ ਬੰਦ ਹੈ, ਅੱਜ 1000-2000 ਦਾ ਨੁਕਸਾਨ ਹੋ ਗਿਆ। ਕਿਤੇ ਮਰਗ ਤੇ ਜਾਣਾ ਪੈ ਜਾਵੇ ਨਾ, ਕਹਿੰਦਾ ਉਹਨਾਂ ਦਾ ਕਾਹਦਾ ਮਰ ਗਿਆ, ਮੇਰਾ 2000 ਮਰ ਗਿਆ, ਅੱਜ ਹੱਟੀ ਜੂ ਬੰਦ ਹੈ। ਤੇ ਜੇ ਧਨ ਆਉਂਦਾ ਹੋਵੇ ਤੇ ਫਿਰ ਬੜਾ ਖੁਸ਼ ਹੁੰਦਾ ਹੈ, ਅੱਜ 5000 ਕਮਾ ਲਿਆ, ਅੱਜ 10000 ਕਮਾ ਲਿਆ। ਲੋਭੀ ਬੰਦਾ ਧਨ ਪ੍ਰਾਪਤ ਕਰਕੇ ਹੀ ਖੁਸ਼ ਹੁੰਦਾ, ਕਿਸੇ ਦੇ ਵਿਆਹ 'ਚ ਜਾ ਕੇ ਉਸ ਨੂੰ ਖੁਸ਼ੀ ਨਹੀਂ ਆਉਂਦੀ, ਉਹਦਾ ਤੇ ਮਨ ਉਦਾਸ ਹੁੰਦਾ, ਅੱਜ ਹੱਟੀ ਬੰਦ ਹੈ। ਪਰ ਜੇ ਧਨ ਦੀ ਪ੍ਰਾਪਤੀ ਹੋਵੇ, ਜ਼ਿਆਦਾ ਗਾਹਕ ਆ ਜਾਣ, ਜਿਵੇਂ ਜਿਵੇਂ ਪੈਸੇ ਵੱਟਦਾ ਫਿਰ ਤੇਵੇਂ ਤੇਵੇਂ ਖੁਸ਼ ਹੁੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲੀ ਉਦਾਹਰਣ ਦਿੰਦੇ ਨੇ, ਜਿਹੜਾ ਲੋਭੀ ਇਨਸਾਨ ਹੈ ਨਾ, ਜਿਵੇਂ ਜਿਵੇਂ ਧਨ ਕਮਾਉਂਦਾ ਤੇਵੇਂ ਤੇਵੇਂ ਖੁਸ਼ ਹੁੰਦਾ ਹੈ। ਇਸ ਪ੍ਰਕਾਰ ਉਹ ਧਨ ਨੂੰ ਹੀ ਵੇਖ ਕਰਕੇ ਜਿਉਂਦਾ, ਕਿਉਂਕਿ ਉਸ ਦਾ ਜਿਹੜਾ ਪਿਆਰ ਹੈ ਉਹ ਧਨ ਦੇ ਅੰਦਰ ਹੀ ਲੱਗਾ ਹੋਇਆ ਹੈ। ਜਨ ਚਰਨ ਕਮਲ ਸਿਉ ਲਾਗੂ ਮਨਾ। ਇਸੇ ਪ੍ਰਕਾਰ ਜਿਵੇਂ ਲੋਭੀ ਆਨੰਦ ਸੁਖ ਪਾਉਂਦਾ ਹੈ ਧਨ ਪ੍ਰਾਪਤ ਕਰਕੇ, ਵਾਹਿਗੁਰੂ ਜੀ ਦੇ ਜਿਹੜੇ ਪਿਆਰੇ ਨੇ ਉਹ ਸੁਖ ਪਾਉਂਦੇ ਨੇ ਨਾਮ ਰੂਪੀ ਧਨ ਨੂੰ ਹਿਰਦੇ ਰੂਪੀ ਤਜ਼ੋਰੀ ਦੇ ਵਿੱਚ, ਖਜ਼ਾਨੇ ਵਿੱਚ ਇਕੱਠਾ ਕਰਕੇ। ਜਿਵੇਂ ਜਿਵੇਂ ਨਾਮ ਜਪਦੇ ਨੇ ਤੇਵੇਂ ਤੇਵੇਂ ਸੁਖ ਪਾਉਂਦੇ ਨੇ, ਸਰੀਰ ਦੇ ਸੁਖ ਵੀ ਪਾਉਂਦੇ ਨੇ, ਮਨ ਦੀ ਇਕਾਗਰਤਾ ਸੁਖ ਵੀ ਪਾਉਂਦੇ ਨੇ। ਇਸੇ ਪ੍ਰਕਾਰ ਵਾਹਿਗੁਰੂ ਜੀ ਦੀ ਭੇਦ ਦਾ ਸੁਖ ਵੀ ਪਾਉਂਦੇ ਨੇ ਤੇ ਨਾਮ ਰਸ ਦੀ ਪ੍ਰਾਪਤੀ ਦਾ ਸੁਖ ਵੀ ਪਾਉਂਦੇ ਨੇ। ਵਾਹਿਗੁਰੂ ਜੀ ਦੇ ਪਿਆਰਿਆਂ ਦਾ ਧਨ ਤੇ ਨਾਮ ਹੀ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪਰਵਾਨ ਗਣੀ ਸੇ ਇਹ ਆਏ, ਸਫਲ ਤੇ ਨਾ ਕੇ ਕਾਮਾ। ਇਹ ਸੱਚੇ ਸ਼ਾਹੂਕਾਰ ਨੇ, ਜਿਨ੍ਹਾਂ ਦਾ ਮਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਲੱਗਾ ਹੋਇਆ ਹੈ। ਜਿਵੇਂ ਲੋਭੀ ਪੁਰਸ਼ ਨੂੰ ਧਨ ਦੀ ਪ੍ਰਾਪਤੀ ਹੋਵੇ ਤੇ ਬੜਾ ਪ੍ਰਸੰਨ ਹੁੰਦਾ ਹੈ, ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਜਿਵੇਂ ਜਿਵੇਂ ਸਤ ਸੰਗਤ ਪ੍ਰਾਪਤ ਹੋਵੇ, ਜਿਵੇਂ ਜਿਵੇਂ ਸਿਮਰਨ ਕਰਨਾ ਪ੍ਰਾਪਤ ਹੋਵੇ, ਤੇਵੇਂ ਤੇਵੇਂ ਪ੍ਰਸੰਨ ਹੁੰਦੇ ਹਨ, ਖੁਸ਼ ਹੁੰਦੇ ਹਨ ਜੀ। ਬੇਸਰ ਨਹੀਂ ਇੱਕ ਤਿਲ ਦਾ ਤਾਰ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 3 ਉਦਾਹਰਣਾਂ ਦਿੱਤੀਆਂ। ਜਿਵੇਂ ਪਤੀਵਰਤ ਬੀਬੀ ਪਤੀ ਨੂੰ ਦੇਖ ਕੇ ਪ੍ਰਸੰਨ ਹੁੰਦੀ ਏ, ਪਿਆਰੇ ਨਾਮ ਜਪ ਕੇ ਪ੍ਰਸੰਨ ਹੁੰਦੇ ਨੇ। ਜਿਵੇਂ ਮਾਤਾ ਪੁੱਤਰ ਨੂੰ ਦੇਖ ਦੇਖ ਕਰਕੇ ਪ੍ਰਸੰਨ ਹੁੰਦੀ, ਖੁਸ਼ੀ ਦੇ ਸਹਿਤ ਜਿਉਂਦੀ ਏ, ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਤੇ ਦੀਦਾਰ ਕਰਕੇ ਜਿਉਂਦੇ ਨੇ। ਜਿਵੇਂ ਧਨ ਦਾ ਲੋਭੀ ਧਨ ਪ੍ਰਾਪਤ ਕਰਕੇ ਪ੍ਰਸੰਨ ਹੁੰਦਾ ਹੈ, ਵਾਹਿਗੁਰੂ ਜੀ ਦੇ ਪਿਆਰੇ ਨਾਮ ਰੂਪੀ ਧਨ ਕਰਕੇ ਪ੍ਰਾਪਤ ਹੁੰਦੇ ਨੇ। ਜਦੋਂ 3 ਉਦਾਹਰਣਾਂ ਦੇਣਾ ਕੀਤੀਆਂ ਤੇ ਫਿਰ ਬੇਨਤੀ ਕੀਤੀ ਜਗਿਆਸੂਆਂ ਨੇ, ਸੱਚੇ ਪਾਤਸ਼ਾਹ ਐਸਾ ਪਿਆਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਸਾਡਾ ਵੀ ਬਣ ਆਵੇ, ਐਸਾ ਯਤਨ ਦੱਸੋ, ਅਸੀਂ ਵੀ ਪਿਆਰ ਵਾਲੇ ਹੋ ਜਾਈਏ, ਇਹ ਵੱਡੀ ਭਾਰੀ ਦਾਤ ਸਾਨੂੰ ਵੀ ਮਿਲ ਜਾਵੇ। ਮਹਾਰਾਜ ਸਾਡਾ ਵੀ ਹਿਰਦਾ ਮਨ ਦੀ ਬਿਰਤੀ ਤਿਆਦਕ ਇਕਾਗਰ ਹੋ ਜਾਵੇ, ਇਸ ਨਾਮ ਰਸ ਨੂੰ ਪੀ ਕਰਕੇ ਅਸੀਂ ਵੀ ਅਮਰ ਪਦਵੀ ਨੂੰ ਪ੍ਰਾਪਤ ਕਰ ਲਈਏ, ਇਹ ਜੰਮਣ ਮਰਨ ਸਾਡਾ ਵੀ ਮੁੱਕ ਜਾਵੇ, ਵਾਹਿਗੁਰੂ ਜੀ ਦੇ ਦੀਦਾਰ ਦੁਆਰਾ ਅਸੀਂ ਵੀ ਨਿਹਾਲ ਕਿਰਤਾਰਥ ਹੋ ਜਾਈਏ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਸਿੱਖੋ ਇੱਕੋ ਇੱਕ ਯਤਨ ਹੈ ਤੇ ਉਹ ਯਤਨ ਹੈ ਅਰਦਾਸ। ਜੀਅ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਸਿੱਖਾ।
ਆਪਣੇ ਗੁਰਦੇਵ ਪਿਤਾ ਸਤਿਗੁਰੂ ਜੀ ਦੇ ਚਰਨਾਂ ਵਿਖੇ ਆ ਕਰਕੇ ਅਰਦਾਸ ਕਰ ਵਿਸਰ ਨਹੀਂ ਇੱਕ ਤਿਲ ਦਾ ਤਾਰ। ਹੇ ਗਰੀਬ ਨਿਵਾਜ ਸਤਿਗੁਰੂ ਜੀ, ਮੇਰੇ ਗਰੀਬ ਦੇ ਉੱਪਰ ਐਸੀ ਕਿਰਪਾ ਕਰ ਦਿਓ। ਦਾਤਾਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਨਾ, ਉਹ ਇੱਕ ਤਿਲ ਮਾਤਰ ਸਮਾਂ ਵੀ ਸਾਨੂੰ ਵਿਸਰ ਨਾ ਜਾਵੇ। ਇੱਕ ਤਿਲ ਨਹੀਂ ਵਿਸਰੈ, ਪ੍ਰਾਨ ਆਧਾਰਾ, ਜਾਪੇ ਜਾਪੇ ਨਾਨਕ ਜੀਵਤੇ। ਵਾਹਿਗੁਰੂ ਜੀ ਦੇ ਪਿਆਰੇ ਖਿਨ ਮਾਤਰ ਵੀ ਭਲਾਉਂਦੇ ਨਹੀਂ, ਜਪ ਜਪ ਕੇ ਜਿਉਂਦੇ ਨੇ। ਜਪਣਾ ਹੀ ਉਹਨਾਂ ਦਾ ਜੀਵਨ ਹੈ। ਇਸ ਕਰਕੇ ਬੇਨਤੀਆਂ ਕਰੋ ਸੱਚੇ ਪਾਤਸ਼ਾਹ, ਤਿਲ ਮਾਤਰ ਸਮਾਂ ਇੱਕ ਸਾਹ ਵਾਸਤੇ ਵੀ ਪ੍ਰਮਾਤਮਾ ਜੀ ਦਾ ਨਾਮ ਭੁੱਲ ਨਾ ਜਾਵੇ। ਹੇ ਦਾਤਾਰ, ਸਾਰੀਆਂ ਦਾਤਾਂ ਦੇ ਦੇਣ ਵਾਲੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਸਦਾ ਰਾਤ ਦਿਨ 8 ਪਹਿਰ ਕਰਦੇ ਹੀ ਰਹੀਏ। ਨਾਨਕ ਕੀ ਪ੍ਰਭ ਪ੍ਰਾਨ ਆਧਾਰ। ਸਤਿਗੁਰ ਦੇਵ ਪਿਤਾ ਜੀ ਆਪਣੇ ਹਿਰਦੇ ਦੀ ਅਵਸਥਾ ਪ੍ਰਗਟ ਕਰਦੇ ਨੇ। ਪਿਆਰਿਓ, ਸਾਨੂੰ ਤੇ ਨਾਮ ਇਤਨਾ ਪਿਆਰਾ ਹੈ, ਸਾਡੇ ਪ੍ਰਾਣਾਂ ਦਾ, ਸਾਡੇ ਸਾਹਾਂ ਦਾ ਆਧਾਰ ਆਸਰਾ ਹੀ ਨਾਮ ਹੈ। ਸਾਡੇ ਤਾਂ ਜਿਹੜੇ ਸਵਾਸ ਨੇ ਇਹ ਨਾਮ ਦੇ ਆਸਰੇ ਹੀ ਚੱਲਦੇ ਨੇ। ਇਸੇ ਪ੍ਰਕਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ। ਜਿਹੜੇ ਨਾਮ ਨੂੰ ਜਪਣਾ ਕਰਦੇ ਨੇ ਉਹਨਾਂ ਨੇ ਪ੍ਰਾਣਾਂ ਦਾ ਆਧਾਰਾ ਨਾਮ ਨੂੰ ਹੀ ਬਣਾਇਆ ਹੈ। ਦੇਵੀ ਦੇਵਤਿਆਂ, ਪੀਰਾਂ, ਫਕੀਰਾਂ, ਫਕਰਾਂ ਇਤਿਆਦਿਕਾਂ ਵੱਲ ਉਹ ਨਹੀਂ ਨਿਗਾਹ ਕਰਦੇ, ਨਾਮ ਨੂੰ ਹੀ ਜਪਦੇ ਨੇ ਤੇ ਨਾਮ ਹੀ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੈ। ਇਸੇ ਹੀ ਤਰ੍ਹਾਂ ਨਾਨਕ ਕੇ ਪ੍ਰਭ ਪ੍ਰਾਨ ਆਧਾਰ। ਇਹ ਬੇਨਤੀ ਕਰਨੀ ਹੈ ਗੁਰਸਿੱਖੋ, ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਿਵਾਜ ਜੀ, ਕਿਰਪਾਲਤਾ ਕਰੋ। ਪ੍ਰਭੂ ਪਰਮਾਤਮਾ ਜੀ ਦਾ ਨਾਮ ਹੀ ਸਾਡੇ ਪ੍ਰਾਣਾਂ ਦਾ ਆਧਾਰ ਬਣਾ ਦਿਓ। ਮਹਾਰਾਜ, ਹੋਰ ਕਿਸੇ ਪ੍ਰਕਾਰ ਦੀ ਓਟ ਟੇਕ ਸਾਡਾ ਮਨ ਧਾਰਨ ਨਾ ਕਰੇ। ਆਧਾਰ ਆਸਰਾ ਕੇਵਲ ਤਾਂ ਕੇਵਲ ਆਪ ਜੀ ਦੇ ਨਾਮ ਦਾ ਹੀ ਲੈਣਾ ਕਰੀਏ। ਜਿਸ ਦੇ ਆਸਰੇ ਦੇ ਨਾਲ ਸਾਡੇ ਪ੍ਰਾਣ ਚੱਲਦੇ ਨੇ ਨਾ, ਉਸ ਵਾਹਿਗੁਰੂ ਜੀ ਦਾ ਦੀਦਾਰ ਸਾਨੂੰ ਸਾਡੇ ਜੀਵਨ ਦੇ ਵਿੱਚ ਇਹਨਾਂ ਪ੍ਰਤੱਖ ਨਜ਼ਰਾਂ ਅੱਖਾਂ ਦੇ ਨਾਲ ਹੋ ਜਾਵੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਦੋਂ ਗੁਰ ਪਰਮੇਸ਼ਰ ਜੀ ਦੇ ਦਰ ਤੇ ਅਰਦਾਸਾਂ ਕਬੂਲ ਪੈਂਦੀਆਂ ਨੇ ਨਾ, ਫਿਰ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਦੀਦਾਰ ਗੁਰ ਪਰਮੇਸ਼ਰ ਜੀ ਕਿਰਪਾਲਤਾ ਕਰਕੇ ਕਰਾ ਦਿੰਦੇ ਨੇ। ਇਹ ਵੱਡੀ ਭਾਰੀ ਦਾਤ ਪ੍ਰੇਮਾ ਭਗਤੀ ਦੇ ਨਾਲ ਮਿਲਦੀ ਏ ਤੇ ਪ੍ਰੇਮਾ ਭਗਤੀ ਸਾਧ ਸੰਗਤ ਜੀ ਅਰਦਾਸਾਂ ਦੇ ਨਾਲ ਮਿਲਦੀ ਏ। ਇਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਗਿਆਸਾ ਵਾਲੇ ਜਗਿਆਸੂਆਂ ਦੇ ਸਵਾਲਾਂ ਦੇ ਜਵਾਬ ਦੇ ਕਰਕੇ ਉਹਨਾਂ ਦੇ ਹਿਰਦੇ ਜਿੱਥੇ ਸੰਸੇ ਰਹਿਤ ਤੇ ਸਹਿਤ ਪ੍ਰੇਮ ਦੇ ਕਰਨਾ ਕੀਤੇ ਨੇ। ਸਰਬਤ ਲੋਕਾਈ ਸਰਬੱਤਰ ਜਗਤ ਨੂੰ ਸਤਿਗੁਰੂ ਜੀ ਨੇ ਸਾਂਝਾ ਉਪਦੇਸ਼ ਦੇਣਾ ਕੀਤਾ। ਹੇ ਲੋਕਾਈ ਦੇ ਲੋਗੋ, ਹੇ ਜਗਿਆਸਾ ਵਾਲਿਓ, ਭਾਵਨਾ ਵਾਲਿਓ, ਪ੍ਰੇਮ ਵਾਲਿਓ ਅਥਵਾ ਗੁਰਸਿੱਖੋ, ਇਹਨਾਂ ਉਪਦੇਸ਼ਾਂ ਨੂੰ ਜੀਵਨ ਦੇ ਅੰਦਰ ਧਾਰਨ ਕਰ ਲਓ। ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋ ਜਾਵੋਗੇ ਤੇ ਫਿਰ ਜਨਮ ਮਰਨ ਤੇ ਹੋਵੈ ਛੋਟ, ਜੰਮਣ ਮਰਨ ਤੋਂ ਛੁਟਕਾਰਾ ਹੋ ਜਾਵੇਗਾ। ਵਾਹਿਗੁਰੂ ਜੀ ਦੀ ਪ੍ਰਾਪਤੀ ਤੇ ਅਭੇਦਤਾ ਦੇ ਆਨੰਦ ਨੂੰ ਮੰਨਣਾ ਕਰੋਗੇ। ਇਹ ਪਾਵਨ ਅੰਮ੍ਰਿਤਮਈ ਉਪਦੇਸ਼ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਜ਼ੁਬਾਨੇ ਪਾਕ ਚੋਂ ਫਰਮਾ ਕਰਕੇ ਬਖਸ਼ਿਸ਼ ਕਰਨਾ ਕੀਤੀ ਹੈ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿਖੇ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਸਤਿਗੁਰਾਂ ਜੀ ਦੇ ਚਰਨਾਂ ਵਿਖੇ ਆਪ ਸੰਗਤਾਂ ਦੇ ਸਮਕਸ਼ ਗੁਰ ਸ਼ਬਦ ਦੀ ਵਿਚਾਰ ਪ੍ਰਗਟ ਕੀਤੀ ਗਈ ਹੈ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ, ਹੋਈਆਂ ਰਹਿ ਗਈਆਂ ਤਰੁੱਟੀਆਂ ਦੀ ਕਲਗੀਧਰ ਸੱਚੇ ਪਾਤਸ਼ਾਹ ਜੀ ਤਖਤ ਤੇ ਸੁਭਾਇਮਾਨ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸ਼ੋਭਨੀ ਕੋ ਆਪ ਜੀ ਕਿਰਪਾਲਤਾ ਕਰਕੇ ਬਖਸ਼ ਲਵੋ, ਅੱਗੇ ਵਾਸਤੇ ਸਮਤ ਬਖਸ਼ੋ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾਲਤਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਬੇਸਰ ਨਹੀਂ ਇੱਕ ਤਿਲ ਦਾ ਤਾਰ, ਨਾਨਕ ਕੀ ਪ੍ਰਭ ਪ੍ਰਾਨ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹਹ ਪੀ ਹੋ ਅਨਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ।
हे ठाकुर हव दासरू मैं निर्गुण गुण नहीं कोई नानक दीजै नाम दान राखो हिय परोई आई प्रभ सरनागति कृपा निध दयाल एक अखर हर मन बसत नानक होत निहाल वाहिगुरु नाम जहाज है चढ़े सो उतरै पार जो सरदा कर सेव दे गुर पार उतार नहार कथा निता प्रत होत है सुनो सो सिंह सुजान नानक गुरु गोबिंद सिंह जी सदा कर कल्याण नानक गुरु गोबिंद सिंह जी सदा कर कल्याण वाहिगुरु जी का खालसा वाहिगुरु जी की फतेह। गज के जयकारा जावे सो निहाल हो जावे। सत श्री अकाल। गुरबर अकाल देग तेग